ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ ਯੂਐਸਏ ਦੇ ਨਾਲ ਹਰ ਮਾਧਿਅਮ ਜ਼ਰੀਏ, ਚਾਹੇ ਮੋਬਾਈਲ ਐਪਲੀਕੇਸ਼ਨ, ਚਾਹੇ ਐਫਐਮ ਏਐਮ ਸਟੇਸ਼ਨ ਦੇ ਰਾਹੀਂ ਤੁਸੀਂ ਜੁੜ ਰਹੇ ਹੋ, ਸੁਣ ਰਹੇ ਹੋ, ਚਾਹੇ ਸੋਸ਼ਲ ਮੀਡੀਆ ਪਲੇਟਫਾਰਮ ਤੇ, ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ, ਭਾਰਤ, ਸਿਆਸਤ, ਸਮਾਜ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਅੱਗੇ ਵਧਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ। ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਪਿਛਲੇ 25 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਂ ਨੇ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। 408 272 2500 ਡਾਇਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸੇਵਾ ਜਿਹੜੀ ਆ ਉਹ ਲੈ ਸਕਦੇ ਹੋ। ਇੰਸ਼ੋਰੈਂਸ ਬਾਬਤ ਕੋਈ ਵੀ ਗੱਲਬਾਤ ਜਿਹੜੀ ਹੈ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ ਹੈ ਤਾਂ 415 909 0503 ਤੇ ਕੀਤਾ ਜਾ ਸਕਦਾ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ, ਤਾਂ 855 905 2575 ਡਾਇਲ ਕਰਕੇ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਸਰਵਿਸ ਜਿਹੜੀ ਆ ਉਹ ਲੈ ਸਕਦੇ ਹੋ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਤੇ ਚਰਚਾ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ। ਉਸੇ ਖਬਰ ਤੋਂ ਹੀ ਸ਼ੁਰੂਆਤ ਕਰ ਲੈਂਦੇ ਹਾਂ ਪੰਨੂ ਸਾਹਿਬ। ਜਿਸ ਖਬਰ ਦੀ ਅੱਜ ਵਿਸ਼ਵ ਭਰ ਦੇ ਵਿੱਚ ਚਰਚਾ ਹੈ, ਸੰਗੀਤ ਪ੍ਰੇਮੀਆਂ ਨੂੰ ਬਹੁਤ ਵੱਡਾ ਝਟਕਾ ਲੱਗਿਆ। ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਅੱਜ ਹੋਊਗਾ ਜੀ। ਬਿਲਕੁਲ। ਇਸ ਮਾਮਲੇ ਦੇ ਉੱਤੇ ਜਿੰਨੀ ਕੁ ਡਿਵੈਲਪਮੈਂਟ ਹੋਈ ਜੀ, ਉਹਦੇ ਵਿੱਚ ਇੱਕ ਤਾਂ ਦੇਹਰਾਦੂਨ ਤੋਂ 5 ਨੇ ਸ਼ੱਕੀ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਹਨਾਂ ਦੇ ਵਿੱਚੋਂ ਕਿੰਨੇ ਜਿਹੜੇ ਉਹ ਇਹਦੇ ਵਿੱਚ ਸ਼ਾਮਲ ਨੇ, ਇਹ ਅਜੇ ਪੁਲਿਸ ਨੇ ਇਹਦਾ ਖੁਲਾਸਾ ਨਹੀਂ ਕੀਤਾ। ਔਰ ਜਿਹੜਾ ਇੱਕ ਢਾਬਾ ਇੱਥੇ ਹੈਗਾ, ਕੈਂਚੀਆਂ ਜਿਹੜੀਆਂ ਪੈਂਦੀਆਂ ਨੇ ਮਾਨਸਾ ਵਾਲੀਆਂ, ਉੱਥੇ ਇੱਕ ਜਿਹੜਾ ਢਾਬਾ ਉਹ ਵੀ ਚਰਚਾ ਦਾ ਵਿਸ਼ਾ ਬਣ ਗਿਆ, ਕਿਉਂਕਿ ਉਸ ਢਾਬੇ ਤੇ ਜਿਨ੍ਹਾਂ ਨੇ ਸ਼ੱਕੀ ਸੀਗੇ ਕਾਤਲ, ਉਹਨਾਂ ਨੇ ਰੋਟੀ ਖਾਧੀ ਔਰ ਉਹ ਵੀਡੀਓ ਜਿਹੜੀ CCTV ਫੁਟੇਜ ਸੀਗੀ ਉਹ ਵਾਇਰਲ ਹੋ ਗਈ। ਹਾਲਾਂਕਿ ਢਾਬੇ ਵਾਲੇ ਇਹ ਕਹਿੰਦੇ ਆ ਕਿ ਉਹ ਕਿਹੜੀ ਗੱਡੀ ਤੇ ਆਏ, ਕਿੱਧਰ ਨੂੰ ਗਏ, ਸਾਨੂੰ ਉਹਦਾ ਕੁਛ ਨਹੀਂ ਪਤਾ। ਉਹਦੇ ਵਿੱਚ ਜਿਹੜੇ ਇਹ ਢਾਬੇ ਦੇ ਉੱਤੇ ਬੈਠੇ ਲੋਕ ਸੀਗੇ ਉਹ ਰੋਟੀ ਖਾਂਦੇ, ਤੇ ਉਸ ਤੋਂ ਬਾਅਦ ਜਿਹੜਾ ਇਹ ਇੱਕ ਜਿਹੜੀ ਡਾਇਰੈਕਸ਼ਨ ਦਿੰਦੇ ਉਹ ਦੇਖੇ ਜਾ ਸਕਦੇ ਆ। ਜਿਹੜੀਆਂ ਵੀਡੀਓ ਇਹਨਾਂ ਦੀਆਂ ਵਾਇਰਲ ਹੋਈਆਂ ਨੇ, ਜਿਹੜੀਆਂ ਕਿ CCTV ਫੁਟੇਜ ਦੇ ਨਾਲ ਨੇ ਰਿਲੇਟਡ। ਜਿਹੜੇ 2 ਜਾਣੇ ਜ਼ਖਮੀ ਹੋਏ ਇਹਦੇ ਨਾਲ, ਸਿੱਧੂ ਮੂਸੇਵਾਲੇ ਦੇ ਨਾਲ, ਉਹ ਪਹਿਲਾਂ ਤਾਂ ਇਹ ਆ ਰਿਹਾ ਸੀਗਾ ਕਿ ਉਹਨੇ 2 ਗੋਲੀਆਂ ਆਪਣੇ ਪਿਸਟਲ ਦੇ ਵਿੱਚੋਂ ਚਲਾਈਆਂ ਨੇ। ਹੁਣ ਇਹ ਆ ਰਿਹਾ ਕਿ ਉਹਨੇ ਪਿਸਟਲ ਦੇ ਵਿੱਚ ਜਿੰਨੀਆਂ ਗੋਲੀਆਂ ਸੀਗੀਆਂ ਉਹ ਸਾਰੀਆਂ ਖਾਲੀ ਕੀਤੀਆਂ ਨੇ ਜੀ। ਇਹ ਵੀ ਜਿਹੜੀ ਚੀਜ਼ ਸਾਹਮਣੇ ਜਿਹੜੀ ਆ ਰਹੀ ਆ ਕਿ ਜਿਹੜੇ ਕਾਤਲ ਸੀਗੇ ਉਹਨਾਂ ਨੇ ਗੋਲੀਆਂ ਚਲਾਉਣ ਤੋਂ ਬਾਅਦ ਨੇੜੇ ਆ ਕੇ ਸਿੱਧੂ ਮੂਸੇਵਾਲੇ ਨੂੰ ਦੇਖਿਆ ਕਿ ਉਹ ਜਿਉਂਦਾ ਜਾਂ ਨਹੀਂ ਜੀ। ਇਹਦੇ ਵਿੱਚ ਥੋੜੇ ਸਵਾਲ ਇਹ ਖੜੇ ਹੁੰਦੇ ਆ ਕਿ ਜਿਹੜੇ ਉਹਦੇ ਨਾਲ 2 ਸੀਗੇ, ਜਿਹੜੇ ਹੁਣ ਖਤਰੇ ਤੋਂ ਬਾਹਰ ਨੇ, ਜੇਰੇ ਇਲਾਜ ਨੇ, ਕੀ ਉਹਨਾਂ ਦੇ ਨਾਲ ਉਹਨਾਂ ਨੇ ਕੋਈ ਗੱਲਬਾਤ ਕੀਤੀ, ਕੁਛ ਉਹਨਾਂ ਨੂੰ ਚੈੱਕ ਕੀਤਾ ਉਹਨਾਂ ਨੇ? ਇਹ ਕੋਈ ਨਹੀਂ ਚੀਜ਼ ਸਾਹਮਣੇ ਆ ਰਹੀ। ਦੂਜੀ ਜਿਹੜੀ ਇਹਦੇ ਵਿੱਚ ਇੱਕ ਵੱਡੀ ਗੱਲ ਸਾਹਮਣੇ ਆ ਰਹੀ ਆ ਕਿ ਜਿਹੜੀ FIR ਹੈ ਉਹ ਉਹਦੇ ਪਿਤਾ ਦੇ ਵੱਲੋਂ ਲਿਖਾਈ ਗਈ ਆ, ਔਰ ਉਹਦੇ ਪਿਤਾ ਨੇ ਇਹ ਗੱਲ ਕਹੀ ਆ ਕਿ ਮੈਂ ਜਦੋਂ ਇਹ ਸਿੱਧੂ ਮੂਸੇਵਾਲਾ ਚਲੇ ਗਿਆ ਤੇ ਮੈਂ ਸਿਕਿਉਰਿਟੀ ਗਾਰਡ ਤੇ ਉਹਦੀ ਗੱਡੀ ਲੈ ਕੇ ਉਹਦੇ ਪਿੱਛੇ ਗਿਆ ਵੀ ਉਹ ਸਿਕਿਉਰਿਟੀ ਗਾਰਡ ਕਿਉਂ ਨਹੀਂ ਲੈ ਕੇ ਗਏ। ਤੇ ਜਦੋਂ ਮੈਂ ਜਾ ਕੇ ਉਹ ਕਹਿੰਦਾ ਵੇਖਿਆ ਕਿ 2 ਵਾਰਾਂ ਦਾ ਉਹ ਜ਼ਿਕਰ ਕਰਦਾ, ਤੇ ਇਹ ਕਹਿੰਦਾ ਕਿ ਉਹਨੂੰ ਗੋਲੀਆਂ ਲੱਗ ਚੁੱਕੀਆਂ ਹੋਈਆਂ ਸੀਗੀਆਂ। ਉਹਨੇ ਰੌਲਾ ਪਾਇਆ ਜਾ ਕੇ ਤੇ ਲੋਕਾਂ ਨੂੰ ਇਕੱਠੇ ਕਰਕੇ ਉੱਥੋਂ ਉਹਨੇ ਦੂਜੀ ਗੱਡੀ ਦੇ ਵਿੱਚ ਪਾ ਕੇ ਹਸਪੀਟਲ ਲੈ ਕੇ ਗਿਆ। ਇਹਦੇ ਵਿੱਚ ਪ੍ਰਵੀਨ ਜਿਹੜਾ ਟੈਕਨੀਕਲ ਸਵਾਲ ਹੈ ਨਾ ਵੱਡਾ, ਉਹ ਇਹ ਆ ਕਿ ਜਿਹੜੇ ਉੱਥੇ ਚਸ਼ਮਦੀਦ ਹੈਗੇ ਸੀਗੇ, ਇਹ FIR ਉਹਨਾਂ ਦੇ ਵੱਲੋਂ ਹੋਵੇ ਤੇ FIR ਸਟਰੋਂਗ ਹੈ ਜੀ। ਜੇ FIR ਉਹਦੇ ਪਿਤਾ ਦੇ ਵੱਲੋਂ, ਹਾਂ ਇੰਨਾ ਜ਼ਰੂਰ ਹੈ
ਕਿ ਪਿਤਾ ਘੱਟੋ ਘੱਟ ਮੁਕਰੂਗਾ ਤਾਂ ਨਹੀਂ ਨਾ, ਇਸ ਕਰਕੇ ਹੋ ਸਕਦਾ ਕਿ ਉਹਦੇ ਵੱਲੋਂ ਲਿਖਾਈ ਗਈ ਹੋਵੇ, ਪਰ ਚਸ਼ਮਦੀਦ ਦੇ ਵਿੱਚ ਤੇ ਬਾਅਦ ਦੇ ਵਿੱਚ ਪਹੁੰਚਣ ਵਾਲੇ ਦੇ ਵਿੱਚ ਫਰਕ ਹੁੰਦਾ ਜਿਹੜਾ ਬਹੁਤ ਸਾਰਾ, ਕਿਉਂਕਿ ਜਿਹਨੇ ਅੱਖੀ ਵੇਖਿਆ ਕਿ ਭੱਜਣ ਵਾਲੇ ਕੌਣ ਸੀ, ਜਦੋਂ ਉਹ ਫੜੇ ਜਾਂਦੇ ਨੇ ਕੱਲ ਨੂੰ ਤੇ ਉਹਨਾਂ ਨੂੰ ਆਇਡੈਂਟੀਫਾਈ ਜਿਹੜਾ ਉਹ ਕਿਵੇਂ ਕੀਤਾ ਜਾਊਗਾ, ਇਹ ਬਹੁਤ ਵੱਡਾ ਇੱਕ ਸਵਾਲ ਜਿਹੜਾ ਉਹ ਕਿਹਾ ਜਾ ਸਕਦਾ ਹੈ। ਉਂਝ ਵੈਸੇ ਉਸ ਪਿੰਡ ਦੇ ਵਿੱਚ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਉੱਥੇ ਲੋਕ ਵੀਡੀਓ ਬਣਾਉਣ ਦੇ ਵਿੱਚ ਲੱਗੇ ਹੋਏ ਸੀ, ਨਾ ਕਿ ਉਹਨਾਂ ਨੂੰ ਚੁੱਕਣ ਦੇ ਵਿੱਚ ਜੀ। ਇਹ ਸਾਡਾ ਪੰਜਾਬੀਆਂ ਦਾ ਤਮਾਸ਼ਬੀਨ ਹੋ ਜਾਣ ਵਾਲੇ ਪਾਸੇ ਨੂੰ ਬਹੁਤ ਵੱਡਾ ਇਸ਼ਾਰਾ ਜਿਹੜਾ ਉਹ ਕਰਦਾ, ਕਿਉਂਕਿ ਅਸੀਂ ਤਮਾਸ਼ਾ ਵੇਖਣ ਵਾਲਿਆਂ ਦੇ ਵਿੱਚੋਂ ਜਿਹੜੇ ਬਣ ਗਏ ਹੋਏ ਆ ਲਗਭਗ, ਜਿਹੜਾ ਇਹ ਸਾਨੂੰ ਐਕਸੈਪਟ ਕਰਨਾ ਚਾਹੀਦਾ। ਜਿਹਦੇ ਹੱਥ ਦੇ ਵਿੱਚ ਮੋਬਾਈਲ ਆ ਉਹ ਇਹ ਸਮਝਦਾ ਕਿ ਜੇ ਕੋਈ ਬੰਦਾ ਮਰ ਰਿਹਾ ਤੇ ਇਹਦੀ ਵੀਡੀਓ ਪਹਿਲਾਂ ਮੈਂ ਬਣਾ ਕੇ ਵਾਇਰਲ ਕਰ ਲਾਂ, ਉਹ ਬਹੁਤ ਚੱਲੂਗੀ, ਬਜਾਏ ਇਹਦੇ ਕਿ ਉਹਨੂੰ ਬਚਾਉਣ ਵਾਲੇ ਪਾਸੇ ਜਿਹੜਾ ਉਹ ਤੁਰਿਆ ਜਾਵੇ। ਅੱਜ ਸਿੱਧੂ ਮੂਸੇਵਾਲੇ ਦਾ ਅੰਤਮ ਸੰਸਕਾਰ ਉਹਦੇ ਜੱਦੀ ਪਿੰਡ ਦੇ ਵਿੱਚ ਕੀਤਾ ਜਾਊਗਾ। ਜਿਹੜੀ ਤੁਸੀਂ ਗੱਲ ਕਹੀ ਕਿ ਪੂਰੀ ਦੁਨੀਆ ਦੇ ਵਿੱਚ ਸੋਗ ਹੈ, ਬਿਲਕੁਲ ਬਿਨਾਂ ਕਿਸੇ ਸ਼ੱਕ ਦੇ ਉਹਦਾ ਸੋਗ ਹੈ। ਅਸਲ ਸੋਗ ਤਾਂ ਉਹਦੇ ਮਾਪਿਆਂ ਨੂੰ ਹੀ ਹੈ। ਬਾਕੀ ਜਿਹੜੇ ਨੇ ਠੀਕ ਹੈ, ਉਹਦੇ ਜਿਹੜੇ ਫੈਨ ਨੇ ਉਹ ਵੀ ਦੁੱਖ ਦੇ ਵਿੱਚ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ, ਵਿਦੇਸ਼ਾਂ ਦੇ ਵਿੱਚ ਵੀ, ਕਿਉਂਕਿ ਨੌਜਵਾਨ ਮੁੰਡੇ ਕੁੜੀਆਂ ਉਹਨੂੰ ਬਹੁਤ ਫੋਲੋ ਕਰਦੇ ਸਨ, ਇਹਦੇ ਵਿੱਚ ਕੋਈ ਸ਼ੱਕ ਵਾਲੀ ਨਹੀਂ। ਚਾਹੇ ਉਹਦੇ ਗੀਤ ਵਿਵਾਦਾਂ ਦੇ ਵਿੱਚ ਰਹੇ ਹੋਣ, ਜਦੋਂ ਉਹਦਾ ਗੀਤ ਆਉਂਦਾ ਉਹਨੂੰ ਹਿੱਟ ਵੀ ਉਨੀਆਂ ਹੀ ਵੱਜਦੀਆਂ ਜਿੰਨੇ ਉਹਦੇ ਉੱਤੇ ਵਿਵਾਦ ਪੈਦਾ ਹੁੰਦੇ ਉਸ ਗੀਤ ਦੇ, ਪਰ ਉਹਦੇ ਚਾਹਣ ਵਾਲੇ ਬਹੁਤ ਸਨ। ਉਹਦਾ ਵਿਆਹ ਸੀ ਅਗਲੇ ਦਿਨਾਂ ਦੇ ਵਿੱਚ, ਔਰ ਪਿਛਲੇ ਕੁਝ ਦਿਨ ਪਹਿਲਾਂ ਹੀ ਉਹ ਜਿਹੜੀ ਉਹਨੇ ਨਵੀਂ ਹਵੇਲੀ ਬਣਾਈ ਆ ਉਹਦੇ ਵਿੱਚ ਮੂਵ ਉਹਨੇ ਕੀਤਾ ਸੀਗਾ ਆਪਣੇ ਜੱਦੀ ਘਰ ਤੋਂ ਜੀ। ਸੋ ਅੱਜ 12 ਵਜੇ ਇੱਥੋਂ ਦੇ ਮੁਤਾਬਕ ਉਹਦਾ ਅੰਤਮ ਸੰਸਕਾਰ ਉਹਦੇ ਜੱਦੀ ਪਿੰਡ ਦੇ ਵਿੱਚ ਕੀਤਾ ਜਾਊਗਾ। ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਆ ਉਹ ਤਾਇਨਾਤ ਕੀਤੀ ਗਈ ਹੈ ਇੱਥੇ, ਤਾਂ ਕਿ ਕਿਸੇ ਕਿਸਮ ਦੀ ਕੋਈ ਗੜਬੜ ਨਾ ਹੋਵੇ। ਔਰ ਜਿਹੜੇ ਖਾਸ ਤੌਰ ਦੇ ਉੱਤੇ ਕਿਉਂਕਿ ਇਹਦੇ ਵਿੱਚ ਗੈਂਗਵਾਰ ਡਾਇਰੈਕਟਲੀ ਇਨਵੋਲਵ ਹੈ, ਔਰ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਜਿਹੜਾ ਸਾਈਬਰ ਕ੍ਰਾਈਮ ਹੈ ਪੰਜਾਬ ਦਾ ਉਹ ਕਿੱਥੇ ਆ, ਉਹ ਇਹਨਾਂ ਪੇਜ ਦੇ ਉੱਤੇ ਕਿੰਨੀ ਨਿਗਰਾਨੀ ਰੱਖ ਰਿਹਾ, ਜਿਹਦੇ ਉੱਤੇ ਲਗਾਤਾਰ ਪੋਸਟਾਂ ਪੈ ਰਹੀਆਂ ਨੇ। ਇਹਦੇ ਵਿੱਚ ਜਿਹੜਾ ਇੱਕ ਹੋਰ ਸਿੰਗਰ ਆ ਮਨਕੀਰਤ ਔਲਖ, ਉਹਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਔਰ ਇਹ ਕਿਹਾ ਜਾ ਰਿਹਾ ਕਿ ਮਨਕੀਰਤ ਔਲਖ ਦੇ ਮੈਨੇਜਰ ਦਾ ਇਸ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਹੱਥ ਹੈ। ਜਿਵੇਂ ਜਿਹੜਾ ਸਿੱਧੂ ਮੂਸੇਵਾਲੇ ਦਾ ਜਿਹੜਾ ਮੈਨੇਜਰ ਸੀਗਾ ਉਹਦਾ ਹੱਥ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਕਿਹਾ ਜਾ ਰਿਹਾ, ਜਿਹੜਾ ਕਿ ਇੱਥੋਂ ਭੱਜ ਗਿਆ ਪੰਜਾਬ ਚੋਂ, ਉਹ ਆਸਟ੍ਰੇਲੀਆ ਚਲੇ ਗਿਆ, ਸ਼ਗਨ ਜਿਹੜਾ ਇਹਦਾ ਮੈਨੇਜਰ ਸੀਗਾ। ਤੋ ਇਹ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਲੋਕ ਇਹ ਸਮਝਦੇ ਆ ਕਿ ਉਹਨਾਂ ਨੂੰ ਕੁਝ ਨਹੀਂ ਹੋਣਾ, ਜੋ ਮਰਜ਼ੀ ਉਹ ਲਿਖੀ ਜਾਣਗੇ, ਇਹ ਉਹਨਾਂ ਦਾ ਥੋੜਾ ਵਹਿਮ ਵੀ ਹੋ ਸਕਦਾ। ਤੇ ਜਦੋਂ ਉਹਨਾਂ ਦੇ ਵਾਲੇ ਪਾਸੇ ਨੂੰ ਜਿਹੜਾ ਉਹ ਕਾਰਵਾਈ ਹੋਈ ਨਾ ਜੀ, ਫੇਰ ਇਹਨਾਂ ਲੋਕਾਂ ਨੇ ਪਿੱਟ ਸਿਆਪਾ ਦੂਜੇ ਪਾਸੇ ਨੂੰ ਜਿਹੜਾ ਉਹ ਪਾ ਲੈਣਾ ਕਿ ਹਾਏ ਸਾਡੇ ਉੱਤੇ ਜਿਹੜੀ ਇਹ ਕਾਰਵਾਈ ਹੋ ਰਹੀ ਹੈ। ਜੀ ਜੀ ਜੀ। ਅੱਛਾ, ਇਸੇ ਦਰਮਿਆਨ ਹੀ ਇਸੇ ਖਬਰ ਦੇ ਉੱਤੇ ਚਰਚਾ ਕਰਦੇ ਚਲੇ ਗਏ ਵੀ ਕਤਲ ਦੀ ਸਾਜ਼ਿਸ਼ ਪੰਨੂ ਸਾਹਿਬ ਤਿਹਾੜ ਜੇਲ੍ਹ ਦੇ ਵਿੱਚ ਰਚੀ ਗਈ। ਜਿਹੜਾ ਲਾਰੈਂਸ ਬਿਸ਼ਨੋਈ ਆ ਉਹ ਚਲੇ ਗਿਆ ਜੀ ਦਿੱਲੀ ਹਾਈ ਕੋਰਟ ਕੱਲ, ਔਰ ਦਿੱਲੀ ਹਾਈ ਕੋਰਟ ਦੇ ਵਿੱਚ ਉਹਨੇ ਪਟੀਸ਼ਨ ਫਾਈਲ ਕੀਤੀ। ਉਹਦੇ ਵਕੀਲਾਂ ਨੇ ਇਹ ਗੱਲ ਆਖੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਉਹਨੇ ਇਹ ਗੱਲ ਕਹੀ ਕਿ ਉਹਨੂੰ ਕਿਸੇ ਹੋਰ ਸੂਬੇ ਦੀ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ, ਕਿਉਂਕਿ ਉਹਨੂੰ ਫਰਜ਼ੀ ਮੁਕਾਬਲੇ ਦੇ ਵਿੱਚ ਮਾਰਿਆ ਜਾ ਸਕਦਾ। ਪਟੀਸ਼ਨ ਦੇ ਵਿੱਚ ਇਹਨੇ ਲਾਰੈਂਸ ਬਿਸ਼ਨੋਈ ਨੇ ਇਹ ਗੱਲ ਕਹੀ ਆ ਕਿ ਜਿਹੜੀ ਇਹਦੀ ਮੌਤ ਦੀ ਜ਼ਿੰਮੇਵਾਰੀ ਆ ਉਹਦੇ ਉੱਤੇ ਪਾਈ ਜਾ ਰਹੀ ਹੈ। ਜਿਹੜੀ ਪਟੀਸ਼ਨ ਸੀਗੀ ਉਹ ਸੁਣਨ ਤੋਂ ਨਾ ਕਰ ਦਿੱਤੀ ਜਿਹੜੇ ਹਾਈ ਕੋਰਟ ਨੇ, ਔਰ ਉਹਨੇ ਇਹ ਗੱਲ ਕਹੀ ਕਿ ਅਸੀਂ ਇਹ ਪਟੀਸ਼ਨ ਨਹੀਂ ਸੁਣਨੀ। ਇਹਦੇ ਵਿੱਚ ਇਹ ਕਿਹਾ ਗਿਆ ਪਟੀਸ਼ਨ ਦੇ ਵਿੱਚ ਕਿ ਜਿਹੜਾ ਲਾਰੈਂਸ ਬਿਸ਼ਨੋਈ ਆ ਉਹ ਸਟੂਡੈਂਟ ਆਗੂ ਆ ਜੀ, ਤੇ ਸਿਆਸੀ ਦੁਸ਼ਮਣੀ ਕਰਕੇ ਉਹਦੇ ਖਿਲਾਫ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਕਈ ਝੂਠੇ ਕੇਸ ਦਰਜ ਨੇ, ਤੇ ਮੁਲਜ਼ਮ ਨੂੰ ਖਦਸ਼ਾ ਹੈ ਕਿ ਪੰਜਾਬ ਪੁਲਿਸ ਉਹਨੂੰ ਫਰਜ਼ੀ ਮੁਕਾਬਲੇ ਦੇ ਵਿੱਚ ਮਾਰ ਸਕਦੀ ਹੈ। ਔਰ ਵਿਸ਼ੇਸ਼ NIA ਕੋਰਟ ਦੇ ਵੱਲੋਂ ਪਟੀਸ਼ਨ ਤੇ ਕੋਈ ਹੁਕਮ ਪਾਸ ਕਰਨ ਤੋਂ ਨਾ ਕਰਨ ਤੇ ਜਿਹੜਾ ਲਾਰੈਂਸ ਬਿਸ਼ਨੋਈ ਸੀ ਉਹ ਦਿੱਲੀ ਹਾਈ ਕੋਰਟ ਦੇ ਵਿੱਚ ਜਾ ਸਕਦਾ।
ਪੰਜਾਬ ਦੇ ਡੀਜੀਪੀ ਨੇ ਪਿਛਲੇ ਦਿਨੀ ਕਿਹਾ ਸੀਗਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਪਿੱਛੇ ਲਾਰੈਂਸ ਬਿਸ਼ਨੋਈ ਗਰੋਹ ਦਾ ਹੱਥ ਹੈ, ਜਿਹੜਾ ਕਿ ਮਕੋਕਾ ਕਾਨੂੰਨ ਦੇ ਤਹਿਤ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ। ਉਂਝ ਵੈਸੇ ਦੂਸਰਾ ਨਾਮ ਇਹਦੇ ਵਿੱਚ ਗੋਲਡੀ ਬਰਾੜ ਦਾ, ਜਿਹੜਾ ਕਿ ਕੈਨੇਡਾ ਦੇ ਵਿੱਚ ਰਹਿੰਦਾ। ਤੋ ਇਹ ਜਿਹੜਾ ਲਾਰੈਂਸ ਬਿਸ਼ਨੋਈ ਹੈ ਉਹ ਤਿਹਾੜ ਜੇਲ੍ਹ ਦੇ ਵਿੱਚ ਆ। ਸਮਝਿਆ ਜਾ ਰਿਹਾ ਕਿ ਇਹਦੀ ਜਿਹੜੀ ਸਾਰੀ ਦੀ ਸਾਰੀ ਸਾਜ਼ਿਸ਼ ਹੈ ਉਹ ਤਿਹਾੜ ਜੇਲ੍ਹ ਦੇ ਵਿੱਚ ਬਣੀ ਹੈ। ਇਸ ਮਾਮਲੇ ਦੇ ਵਿੱਚ ਇੱਕ ਫੋਨ ਨੰਬਰ ਨੂੰ ਜੇਲ੍ਹ ਤੋਂ ਟਰੈਕ ਕਰ ਲਿਆ ਗਿਆ, ਜੇ ਪੁਲਿਸ ਦੇ ਜਿਹੜੀ ਉਹ ਜਾਣਕਾਰੀ ਮੰਨੀਏ ਤਾਂ। ਇਹ ਕਿਹਾ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਨੇ ਸ਼ਾਹਰੁਖ ਨਾਂ ਦੇ ਇੱਕ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਸੀ। ਉਹ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਜੇਲ੍ਹ ਤੋਂ ਗੱਲਬਾਤ ਕਰਨ ਦੇ ਵਾਸਤੇ ਮੈਸੇਜਿੰਗ ਐਪ ਦੀ ਵਰਤੋਂ ਜਿਹੜਾ ਉਹ ਕਰਦਾ ਸੀਗਾ। ਇਹ ਜਿਹੜਾ ਉਹ ਦੱਸਿਆ ਗਿਆ। ਔਰ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। ਬਿਸ਼ਨੋਈ ਇਸ ਵੇਲੇ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਬੰਦ ਹੈ। ਆਪਣੇ ਫੇਸਬੁੱਕ ਪੇਜ ਦੇ ਉੱਤੇ ਇੱਕ ਪੋਸਟ ਦੇ ਵਿੱਚ ਗੈਂਗਸਟਰ ਬਿਸ਼ਨੋਈ ਨੇ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਜਿਹੜੀ ਉਹ ਲਈ ਆ। ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਹੈ ਉਹ ਕਤਲ ਦੇ ਸੰਬੰਧ ਦੇ ਵਿੱਚ ਗੈਂਗਸਟਰ ਬਿਸ਼ਨੋਈ ਤੇ ਉਹਦੇ ਸਾਥੀਆਂ ਕਾਲਾ ਜਥੇੜੀ ਤੇ ਕਾਲਾ ਰਾਣਾ ਤੋਂ ਪੁੱਛ ਪੜਤਾਲ ਕਰ ਰਿਹਾ। ਦਿੱਲੀ ਦੇ ਸਪੈਸ਼ਲ ਸੈੱਲ ਨੂੰ ਸ਼ੱਕ ਹੈ ਕਿ ਮੂਸੇਵਾਲੇ ਦਾ ਕਤਲ ਪਿਛਲੇ ਸਾਲ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਨਤੀਜੇ ਦੇ ਵਿੱਚੋਂ ਜਿਹੜਾ ਉਹ ਕੀਤਾ ਗਿਆ। ਦਿੱਲੀ ਸਪੈਸ਼ਲ ਸੈੱਲ ਜਿਹੜਾ ਉਹ ਇਹੋ ਜਿਹੇ ਮਾਮਲਿਆਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜੀ ਉਹ ਕਾਰਵਾਈ ਕਰਦਾ। ਪਹਿਲਾਂ ਵੀ ਇਹ ਵੇਖਿਆ ਗਿਆ। ਉਹਦੇ ਕੋਲੇ ਜਾਂ ਤਾਂ ਤਕਨੀਕ ਹੈ ਜਾਂ ਉਹਦੀ ਜਿਹੜੀ ਉਹ ਕਮਿਟਮੈਂਟ ਹੈ। ਤੇ ਪੰਜਾਬ ਦੇ ਵਿੱਚ ਜਿਹੜਾ ਇੰਟੈਲੀਜੈਂਸ ਵਿੰਗ ਹੈ ਤੇ ਸਾਈਬਰ ਕ੍ਰਾਈਮ ਜਿਹੜਾ ਵਿੰਗ ਹੈ ਉਹ ਪਤਾ ਹੀ ਹੈ ਕਿ ਕਿਹੜੇ ਤਰੀਕੇ ਦੇ ਨਾਲ ਕੰਮ ਕਰ ਰਿਹਾ, ਕਿਉਂਕਿ ਇੰਟੈਲੀਜੈਂਸ ਫੇਲਰ ਹੈ ਇਹ ਔਰ ਇਹ ਸਾਈਬਰ ਫੇਲਰ ਵੀ ਹੈ। ਜਿਹੜੇ ਪੇਜ ਚੱਲ ਰਹੇ ਆ ਇਹਨਾਂ ਗੈਂਗਸਟਰਸ ਦੇ ਜਾਂ ਇਹਨਾਂ ਦੇ ਹਮਾਇਤੀਆਂ ਦੇ, ਉਹਨਾਂ ਦੇ ਉੱਤੇ ਸਾਈਬਰ ਕ੍ਰਾਈਮ ਨੇ ਹੁਣ ਤੱਕ ਜਿਹੜੀ ਹੈ ਜੀ ਉਹ ਕੀ ਕਾਰਵਾਈ ਕੀਤੀ ਹੈ? ਉਹ ਕਿਸੇ ਜਗ੍ਹਾ ਦੇ ਉੱਤੇ ਕੋਈ ਕਾਰਵਾਈ ਦਿਸਦੀ ਨਹੀਂ ਜੀ। ਅਗਲੀ ਖਬਰ ਦੀ ਗੱਲ ਕਰੀਏ ਪਨੂ ਸਾਹਿਬ, ਲੇਖਕ ਤੇ ਗਾਇਕ ਇਹ ਪਹਿਲੀ ਦਫਾ ਨਹੀਂ ਹੈ ਜਦੋਂ ਇਹਨਾਂ ਤੇ ਗੋਲੀਆਂ ਚੱਲੀਆਂ ਹੋਣ। ਪਹਿਲਾਂ ਵੀ ਗੋਲੀਆਂ ਦਾ ਸ਼ਿਕਾਰ ਹੁੰਦੇ ਰਹੇ ਆ। ਦੇਖੋ ਇਹ ਬਦਕਿਸਮਤੀ ਆ ਪੰਜਾਬ ਦੀ ਕਿ ਉਹ ਲੋਕ ਜਿਹੜੇ ਐਂਟਰਟੇਨਮੈਂਟ ਦੇ ਨਾਲ ਜਾਣੇ ਜਾਂਦੇ ਆ ਜਾਂ ਜਿਹੜੇ ਕਲਮਾਂ ਦੇ ਨਾਲ ਜਾਣੇ ਜਾਂਦੇ ਆ, ਉਹ ਗੋਲੀਆਂ ਦਾ ਸ਼ਿਕਾਰ ਹੋਏ। ਕਿਉਂਕਿ ਜੇ ਤਾਂ ਕੋਈ ਗੋਲੀ ਚਲਾਉਂਦਾ ਉਹਦੇ ਉੱਤੇ ਤੁਸੀਂ ਅੱਗੋਂ ਗੋਲੀ ਚਲਾਉਂਦੇ ਹੋ ਤੇ ਉਹ ਸੈਲਫ ਪ੍ਰੋਟੈਕਸ਼ਨ ਹੁੰਦੀ ਆ। ਜਿਹੜਾ ਬੰਦਾ ਕਲਮ ਦੇ ਨਾਲ ਲੜਦਾ ਜਾਂ ਜਿਹੜਾ ਬੰਦਾ ਐਂਟਰਟੇਨਮੈਂਟ ਕਰਦਾ, ਚਲੋ ਜਿਹੜੇ ਇਹਦੇ ਗੀਤਾਂ ਦੇ ਵਿੱਚ ਹਥਿਆਰਾਂ ਦਾ ਬਹੁਤ ਜ਼ਿਕਰ ਸੀਗਾ, ਪਰ ਇਹ ਆ ਨਾ ਜੀ ਕਿ ਹਥਿਆਰਾਂ ਦਾ ਜ਼ਿਕਰ ਸੀਗਾ ਨਾ, ਹਥਿਆਰ ਤਾਂ ਨਹੀਂ ਸੀ ਨਾ। ਜੇ ਉਹਨੇ ਸੈਲਫ ਪ੍ਰੋਟੈਕਸ਼ਨ ਲਈ ਰੱਖੇ ਹੋਏ ਸੀ ਉਹ ਵੱਖਰੀ ਗੱਲ ਹੈ। ਇਹ ਪੰਜਾਬ ਦੇ ਵਿੱਚ ਅਜਿਹੇ ਕਤਲ ਪਹਿਲਾਂ ਵੀ ਹੁੰਦੇ ਰਹੇ ਆ। ਜੇ ਆਪਾਂ 80ਵਿਆਂ ਦੀ ਜਿਹੜੀ ਉਹ ਗੱਲ ਕਰੀਏ ਤੇ 23 ਮਾਰਚ 1988 ਨੂੰ ਅਵਤਾਰ ਪਾਸ਼ ਦਾ ਕਤਲ ਹੁੰਦਾ। ਉਹਦਾ ਪਿੰਡ ਤਲਵੰਡੀ ਸਲੇਮ, ਉੱਥੇ ਕਤਲ ਕੀਤਾ ਜਾਂਦਾ। 38 ਸਾਲ ਦਾ ਸੀ ਉਦੋਂ ਉਹ। ਔਰ ਪਾਸ਼ ਦੀਆਂ ਲਿਖਤਾਂ ਅੱਜ ਵੀ ਉਹ ਸਿਲੇਬਸ ਦਾ ਪਾਰਟ ਵੀ ਨੇ, ਕਾਲਜਸ ਦੇ ਵਿੱਚ ਸਿਲੇਬਸ ਦੇ ਰੂਪ ਦੇ ਵਿੱਚ ਵੀ ਪੜ੍ਹਾਇਆ ਜਾਂਦਾ। ਜਿੰਨਾ ਉਹਨੇ ਲਿਖਿਆ ਪੰਜਾਬੀ 'ਚ ਹੀ ਹੈ, ਜਿੰਨਾ ਉਹ ਪੰਜਾਬੀ ਦੇ ਵਿੱਚ ਫੇਮਸ ਹੈ ਉਹਨਾਂ ਉਹ ਹਿੰਦੀ ਸਾਹਿਤ ਦੇ ਵਿੱਚ ਵੀ ਫੇਮਸ ਹੈ ਕਿ ਉਹਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਹਿੰਦੀ ਦੇ ਵਿੱਚ ਵੀ ਤਰਜਮਾ ਕਰਕੇ ਛਪੀਆਂ ਨੇ ਬਹੁਤ ਸਾਰੀਆਂ। ਉਹਨੂੰ ਜਿਹੜਾ 1988 ਦੇ ਵਿੱਚ ਮਾਰ ਦਿੱਤਾ ਗਿਆ ਸੀ, ਪਰ ਪਾਸ਼ ਆਪਣੀਆਂ ਲਿਖਤਾਂ ਦੇ ਰੂਪ ਦੇ ਵਿੱਚ ਅੱਜ ਵੀ ਜਿਉਂਦਾ। ਜਿਹੜੀ ਉਹਦੀ ਕਵਿਤਾ ਹੈ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ, ਇਹ ਬਹੁਤ ਮਕਬੂਲ ਜਿਹੜੀ ਉਹ ਹੋਈ ਸੀ। ਉਂਝ ਵੈਸੇ ਉਹਦੀਆਂ ਬਹੁਤੀਆਂ ਜਿਹੜੀਆਂ ਰਚਨਾਵਾਂ ਨੇ ਉਹ ਜਿਹੜਾ ਢਾਂਚਾ ਹੈ, ਜਿਹੜਾ ਸਿਸਟਮ ਹੈ, ਉਹਦੇ ਅਗੇਂਸਟ ਨੇ। ਹੁਣ ਢਾਂਚੇ ਤੇ ਸਿਸਟਮ ਦੇ ਅਗੇਂਸਟ ਉਹ ਸੀਗਾ, ਉਸ ਬੰਦੇ ਨੂੰ ਚੁੱਪ ਕਰਾਇਆ ਗਿਆ। ਜਿਹੜਾ ਵਿਅਕਤੀ ਢਾਂਚੇ ਦੇ ਉੱਤੇ, ਸਿਸਟਮ ਦੇ ਉੱਤੇ ਸਵਾਲ ਖੜੇ ਕਰਦਾ ਉਹਨੂੰ ਅਕਸਰ ਜਿਹੜਾ ਉਹ ਚੁੱਪ ਕਰਾਉਣ ਦੇ ਵਾਸਤੇ ਕਈ ਯਤਨ ਕੀਤੇ ਜਾਂਦੇ ਨੇ। ਅੱਜ ਵੀ ਬਹੁਤ ਸਾਰੇ ਲੋਕ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹ ਕਲਮ ਦੇ ਨਾਲ ਲੜਨ ਵਾਲੇ ਲੋਕ ਨੇ, ਉਹ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਲੋਕ ਨੇ। ਉਹਨਾਂ ਦਾ ਗੁਨਾਹ ਇਹੀ ਹੈ ਕਿ ਉਹ ਲੋਕਾਂ ਨੂੰ ਸਮਝਾਉਣ ਦੇ ਯਤਨਾਂ ਦੇ ਵਿੱਚ ਨੇ। ਤੇ ਲੋਕ
ਜਿਹੜੇ ਸਮਝਦੇ ਨੇ ਤੁਸੀਂ ਕੌਣ ਹੁੰਦੇ ਹੋ ਸਮਝਾਉਣ ਵਾਲੇ, ਲੋਕ ਇਸ ਤਰ੍ਹਾਂ ਦੇ ਜਿਹੜੇ ਉਹ ਹੋ ਗਏ ਨੇ। ਜੇ ਅੱਗੇ ਹੋਰ ਚੱਲੀਏ ਤਾਂ 1988 ਦੇ ਵਿੱਚ ਹੀ ਮਾਰਚ ਮਹੀਨੇ ਦੇ ਵਿੱਚ ਅਮਰ ਸਿੰਘ ਚਮਕੀਲਾ ਤੇ ਉਹਦੇ ਨਾਲ ਗਾਉਣ ਵਾਲੀ ਅਮਰਜੋਤ ਕੌਰ ਨੂੰ ਵੀ ਕਤਲ ਕੀਤਾ ਗਿਆ ਸੀ। 2 ਸਜਿੰਦੇ ਜਿਹੜੇ ਸਾਜ਼ ਵਜਾਉਣ ਵਾਲੇ ਉਹਨਾਂ ਦੇ ਨਾਲ ਸੀ, ਉਹਨਾਂ ਦਾ ਕਤਲ ਵੀ ਹੋਇਆ ਸੀ ਪਿੰਡ ਮਹਿਸਾਸਪੁਰ ਦੇ ਵਿੱਚ। ਦੁਪਹਿਰ ਵੇਲੇ 8 ਮਾਰਚ 1988 ਨੂੰ ਇਹ ਖਾੜਾ ਲਾ ਰਹੇ ਸੀ। ਵੇਖਿਆ ਜਾਵੇ ਤਾਂ ਇਹਨਾਂ ਦੋਨਾਂ ਨੂੰ ਮਾਰਨ ਦੇ ਨਾਲ ਕੀ ਚਮਕੀਲਾ ਸੁਣਨਾ ਬੰਦ ਹੋ ਗਿਆ ਜੀ? ਅੱਜ ਵੀ ਚਮਕੀਲਾ, ਜਿਹੜੀ ਅੱਜ ਦੀ ਪੀੜ੍ਹੀ ਵੀ ਆ, ਉਹ ਚਾਹੇ ਉਹਨੂੰ ਜੇ ਉਹ ਨਵੇਂ ਰੂਪ ਦੇ ਵਿੱਚ ਸੁਣਦੀ ਹੋਵੇ, ਜਿਹੜੇ ਉਹਨੂੰ ਥੋੜਾ ਮਿਊਜ਼ਿਕ ਵਗੈਰਾ ਚੇਂਜ ਹੋਇਆ ਪਰ ਸੁਣਦੀ ਹੈ, ਉਹਦੇ ਗੀਤ ਅੱਜ ਵੀ ਜਿਹੜੇ ਉਹ ਸੁਣੇ ਜਾਂਦੇ ਨੇ। ਉਹਦੀ ਗਾਇਕੀ ਦੇ ਉੱਤੇ ਕਿੰਤੂ ਪ੍ਰੰਤੂ ਹੈਗਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਿਹੋ ਜਿਹੇ ਉਹ ਗੀਤ ਸਨ, ਜਿਵੇਂ ਸਿੱਧੂ ਮੂਸੇਵਾਲੇ ਦੇ ਉੱਤੇ ਵੀ ਜਿਹੜਾ ਹੈ, ਪਰ ਉਹਦੀ ਫੈਨ ਫੋਲੋਇੰਗ ਵੀ ਸਿੱਧੂ ਮੂਸੇਵਾਲੇ ਦੀ ਬਹੁਤ ਸੀ। ਔਰ ਚਮਕੀਲੇ ਦੀ ਜਿੰਨੀ ਚੜ੍ਹਾਈ ਸੀਗੀ, ਜਿਹੜੇ ਉਸ ਟਾਈਮ ਦੇ ਲੋਕ ਨੇ ਉਹਨਾਂ ਨੂੰ ਪਤਾ ਕਿ ਇੱਕ ਟਾਈਮ ਕਿਸੇ ਸਿੰਗਰ ਦੀ ਪੁੱਛਗਿੱਛ ਹੀ ਨਹੀਂ ਸੀ ਜਿੰਨੀ ਚਮਕੀਲੇ ਦੀ ਸੀਗੀ। ਉਹਦੀ ਮਕਬੂਲੀਅਤ ਜਿਹੜੀ ਸੀ ਉਹ ਉਹਦੀ ਮੌਤ ਦਾ ਕਾਰਨ ਬਣੀ ਸ਼ਾਇਦ ਵੱਡੇ ਤੌਰ ਦੇ ਉੱਤੇ। ਵਰਿੰਦਰ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਜਾਣਿਆ ਪਛਾਣਿਆ ਨਾਮ ਸੀਗਾ। ਉਹਨੇ 25 ਦੇ ਕਰੀਬ ਬੜੀਆਂ ਮਕਬੂਲ ਪੰਜਾਬੀ ਫਿਲਮਾਂ ਜਿਹੜੀਆਂ ਦਿੱਤੀਆਂ, ਔਰ 6 ਦਸੰਬਰ 1988 ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਜੱਟ ਤੇ ਜ਼ਮੀਨ ਫਿਲਮ ਦੀ ਲੁਧਿਆਣੇ ਦੇ ਪਿੰਡ ਤਲਵੰਡੀ ਦੇ ਵਿੱਚ ਸ਼ੂਟਿੰਗ ਚੱਲ ਰਹੀ ਸੀ। ਅਣਪਛਾਤੇ ਲੋਕਾਂ ਨੇ ਵਰਿੰਦਰ ਨੂੰ ਗੋਲੀਆਂ ਮਾਰ ਕੇ ਜਿਹੜਾ ਉਹ ਮਾਰ ਦਿੱਤਾ। ਅੱਜ ਵੀ ਉਹਦੀਆਂ ਫਿਲਮਾਂ ਲੋਕ ਦੇਖਦੇ ਨੇ। ਇੱਕ ਗਾਇਕ ਜਿਹੜਾ ਬੜਾ ਤੇਜ਼ੀ ਦੇ ਨਾਲ ਪੰਜਾਬੀ ਗਾਇਕੀ ਦੇ ਖੇਤਰ ਦੇ ਵਿੱਚ ਉੱਭਰਿਆ ਸੀਗਾ, ਦਿਲਸ਼ਾਦ ਅਖਤਰ। ਦਿਲਸ਼ਾਦ ਅਖਤਰ ਦਾ ਕਤਲ ਵੀ ਹੋਇਆ, ਹਾਲਾਂਕਿ ਉਹਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਹੀਂ, ਬਲਕਿ ਪੰਜਾਬ ਪੁਲਿਸ ਦੇ ਵਿੱਚ ਇੱਕ ਸ਼ਰਾਬੀ ਹੋਏ ਤਾਲੀ ਦੀ ਬੁਛਾੜ ਮਾਰ ਕੇ ਉਹਨੂੰ ਮਾਰ ਦਿੱਤਾ ਸੀ, ਜਿਹੜਾ ਕਿ ਦਿਲਸ਼ਾਦ ਅਖਤਰ ਨੂੰ ਇਹ ਕਹਿ ਰਿਹਾ ਸੀਗਾ ਕਿ ਉਹ ਹੰਸਰਾਜ ਹੰਸ ਦਾ ਇੱਕ ਮਕਬੂਲ ਗੀਤ ਸੁਣਾਵੇ। ਦਿਲਸ਼ਾਦ ਅਖਤਰ ਨੇ ਇਹ ਗੱਲ ਕਹੀ ਕਿ ਨਹੀਂ, ਉਹ ਕਿਸੇ ਹੋਰ ਦਾ ਗੀਤ ਨਹੀਂ ਗਾਉਂਦਾ, ਉਹ ਆਪਣੇ ਗੀਤ ਸੁਣਾਊਗਾ। ਸ਼ਰਾਬੀ ਹੋਏ ਇਸ ਡੀਐਸਪੀ ਨੇ ਇਸ ਗਾਇਕ ਨੂੰ ਜਿਹੜਾ ਉਹ ਮਾਰ ਦਿੱਤਾ ਸੀਗਾ। ਸੋ ਇਹ ਐਂਟਰਟੇਨਮੈਂਟ ਇੰਡਸਟਰੀ ਤੇ ਕਲਮ ਦੇ ਜਿਹੜੇ ਲਿਖਾਰੀ ਨੇ, ਉਹਨਾਂ ਦੇ ਵਿੱਚ ਸ਼ਾਇਰ ਤੇ ਹੋਰ ਲੇਖਕ। ਮੇਰੀ ਜਾਚੇ ਜੇ ਇੱਥੇ ਆਪਾਂ ਡਾਕਟਰ ਰਵੀ ਜਿਹੜੇ ਨੇ ਉਹਨਾਂ ਦਾ ਜ਼ਿਕਰ ਨਾ ਕਰੀਏ ਤੇ ਇਹ ਬਹੁਤ ਬੇਇਨਸਾਫੀ ਹੋਊਗੀ, ਜਿਹੜੇ ਕਿ ਪ੍ਰੋਫੈਸਰ ਸਨ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ। ਉਂਝ ਵੈਸੇ ਜੇ ਗੱਲ ਕਰੀਏ ਉਹਨਾਂ ਦਾ ਮਰਡਰ ਵੀ ਜਿਹੜਾ ਇੱਥੇ ਕਰ ਦਿੱਤਾ ਗਿਆ ਸੀ। ਇੱਕ ਹੋਰ ਨਾਮ ਬੜਾ ਉਸ ਟਾਈਮ ਫੇਮਸ ਹੋਇਆ ਸੀ, ਉਹਨਾਂ ਦਾ ਧੜ ਪੰਜਾਬ ਚੋਂ ਮਿਲਿਆ ਸੀ ਤੇ ਸਿਰ ਉਹਨਾਂ ਦਾ ਹਰਿਆਣੇ ਦੇ ਵਿੱਚੋਂ ਮਿਲਿਆ ਸੀ। ਉਹ ਮਨਚੰਦਾ ਸਨ, ਆਲ ਇੰਡੀਆ ਰੇਡੀਓ ਦੇ ਜਿਹੜੇ ਉਹ ਡਾਇਰੈਕਟਰ ਸਨ। ਉਹ ਕੋਈ ਹਥਿਆਰਾਂ ਦੇ ਨਾਲ ਲੜਨ ਵਾਲੇ ਵਿਅਕਤੀ ਨਹੀਂ ਸਨ। ਇਹ ਸਮੇਂ ਦੇ ਉੱਤੇ ਇਹਨਾਂ ਲੋਕਾਂ ਨੂੰ ਮਾਰਿਆ ਗਿਆ, ਪਰ ਇਹਨਾਂ ਜ਼ਰੂਰ ਹੈ ਜੀ ਕਿ ਅੱਜ ਵੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਣੇ ਜਾਂਦੇ ਨੇ। ਔਰ ਮੈਂ ਫਿਰ ਕਹੂੰਗਾ ਕਿ ਉਹਨਾਂ ਦੀ ਮਕਬੂਲੀਅਤ ਤੇ ਉਹਨਾਂ ਦਾ ਜਿਹੜਾ ਲੋਕਾਂ ਨੂੰ ਸਮਝਾਉਣਾ, ਉਹਨਾਂ ਦੀ ਮੌਤ ਦਾ ਕਾਰਨ ਕਿਤੇ ਨਾ ਕਿਤੇ ਬਣਿਆ। ਜੀ ਆਪਾਂ ਦੱਸਦੇ ਚਲੀਏ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਵੀ ਅੱਜ ਸੋਮਵਾਰ ਹੈ ਤੇ ਅੱਜ ਤੁਹਾਡੇ ਸਵਾਲ ਜਵਾਬ ਜਿਹੜੇ ਹੈ ਲਵਾਂਗੇ, ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਸਮਾਂ ਥੋੜਾ ਘੱਟ ਜ਼ਰੂਰ ਹੈ, ਪਰ ਚਰਚਾ ਜ਼ਰੂਰ ਕਰਾਂਗੇ। ਜਿੰਨੇ ਵੀ ਸਵਾਲ ਆਏ ਤੁਹਾਡੇ, ਤਾਂ ਸਟੂਡੀਓ ਦਾ ਨੰਬਰ ਹੈ 408 272 5200। ਇੱਕ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਆਪਾਂ ਬ੍ਰੇਕ ਤੋਂ ਪਾਰ ਤੁਹਾਡੇ ਸਵਾਲਾਂ ਤੇ ਚਰਚਾ ਕਰਾਂਗੇ। 2-3 ਖਬਰਾਂ ਤੇ ਹੋਰ ਜਿਹੜੀ ਹੈ ਚਰਚਾ ਉਹ ਕਰਦੇ ਚੱਲੀਏ। ਪਵਨ ਸਾਹਿਬ, ਸ਼ੁਰੂਆਤੀ ਖਬਰ ਦੇ ਵਿੱਚ ਗੋਲਡੀ ਬਰਾੜ ਦਾ ਜ਼ਿਕਰ ਆਇਆ ਸੀਗਾ। ਹੁਣ ਖਬਰ ਇਹ ਵੀ ਸੁਣਨ ਨੂੰ ਮਿਲੀ ਹੈ ਵੀ ਕੈਨੇਡਾ ਦੀ ਜਿਹੜੀ ਪੁਲਿਸ ਆ, ਉਹਦੇ ਕੋਲੇ ਗੋਲਡੀ ਬਰਾੜ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਦੇਖੋ, ਜਿਹੜੇ ਲੋਕ ਇੱਥੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੇ ਬੈਠੇ ਆ, ਉਹ ਕੋਈ ਇਹ ਨਹੀਂ ਆ ਸਿਰਫ ਪੰਜਾਬੀ ਨੇ ਜਾਂ ਪੰਜਾਬੀ ਗੈਂਗਸਟਰ ਨੇ, ਚਾਹੇ ਉਹ ਲੰਡਾ ਹੈ ਤੇ ਚਾਹੇ ਇਹ ਗੋਲਡੀ ਆ ਜਾਂ ਇਹਦੇ ਵਰਗੇ ਆ। ਇਹਨਾਂ ਮਾਮਲਿਆਂ ਦੇ ਉੱਤੇ ਤਾਂ ਜਿਹੜੇ ਬਹੁਤ ਤੇਜ਼ ਨੇ ਨਾ ਕਿ ਉੱਥੇ ਕਿਸੇ ਕਿਸਮ ਦੇ ਅਪਰਾਧ ਦੇ ਵਿੱਚ ਸ਼ਾਮਲ ਨਾ ਹੋਇਆ ਜਾਵੇ। ਪਰ ਇੰਨਾ ਜ਼ਰੂਰ ਹੈ ਕਿ ਅਪਰਾਧਕ ਪ੍ਰਵਿਰਤੀ ਦੇ ਤਾਂ ਉਹ ਹੈਗੇ ਨੇ। ਇਹ ਤੀਜਾ ਮਾਮਲਾ ਹੈ ਜਿਹਦੀਆਂ ਤਾਰਾਂ ਕੈਨੇਡਾ ਦੇ ਨਾਲ ਜਾ ਕੇ ਸਿੱਧੀਆਂ ਜੁੜਦੀਆਂ ਨੇ। ਜਿਹੜਾ ਨੰਗਲ ਅੰਬੀਆਂ ਦਾ ਮਰਡਰ ਹੁੰਦਾ ਕਬੱਡੀ ਵਾਲੇ ਦਾ, ਉਹਦੀਆਂ ਤਾਰਾਂ ਸਿੱਧੀਆਂ ਕੈਨੇਡਾ ਦੇ ਨਾਲ ਜਾ ਕੇ ਜੁੜਦੀਆਂ ਨੇ। ਉਹਦੇ ਵਾਸਤੇ ਪੈਸਾ ਕੈਨੇਡਾ ਤੋਂ ਦਿੱਤਾ ਗਿਆ, ਇਹਦੀ ਡਾਇਰੈਕਸ਼ਨ ਜਿਹੜੀ ਸੀ ਉਹ ਕੈਨੇਡਾ ਤੋਂ ਦਿੱਤੀ ਗਈ।
ਦੂਜਾ ਜਿਹੜਾ ਵੱਡਾ ਹਮਲਾ ਹੋਇਆ ਇੰਟੈਲੀਜੈਂਸ ਦੀ ਬਿਲਡਿੰਗ ਦੇ ਉੱਤੇ ਮੁਹਾਲੀ ਦੇ ਵਿੱਚ, ਇਹਦੀਆਂ ਤਾਰਾਂ ਜਾ ਕੇ ਕੈਨੇਡਾ ਦੇ ਨਾਲ ਉਸੇ ਵੇਲੇ ਜੁੜ ਗਈਆਂ, ਕਿਉਂਕਿ ਲੰਡਾ ਜਿਹੜਾ ਗੈਂਗਸਟਰ ਹੈ ਹਰੀਕਿਆਂ ਦਾ ਇਹ ਰਹਿਣ ਵਾਲਾ ਮੂਲ ਰੂਪ ਦੇ ਵਿੱਚ, ਉਹ ਕੈਨੇਡਾ ਦੇ ਵਿੱਚ ਬੈਠਾ। ਤੇ ਇਹ ਤੀਜਾ ਮਾਮਲਾ ਸਿੱਧੂ ਮੂਸੇਵਾਲੇ ਦੀ ਮੌਤ ਦਾ ਸੀਗਾ, ਉਹ ਲਾਰੈਂਸ ਬਿਸ਼ਨੋਈ ਦੇ ਨਾਲ ਗੋਲਡੀ ਬਰਾੜ ਦੇ ਨਾਲ ਜੁੜ ਗਿਆ। ਗੋਲਡੀ ਬਰਾੜ ਜਿਹਦੇ ਭਰਾ ਗੁਰਲਾਲ ਬਰਾੜ ਦਾ ਇੱਥੇ ਮਰਡਰ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ, ਉਹ ਕਾਂਗਰਸੀ ਆਗੂ ਸੀਗਾ। ਗੁਰਲਾਲ ਬਰਾੜ ਦੇ ਮਰਡਰ ਦੇ ਵਾਸਤੇ ਇਹ ਕਿਹਾ ਜਾਂਦਾ ਹੈ ਕਿ ਉਹਦਾ ਬਦਲਾ ਲਿਆ ਗਿਆ, ਜਾਂ ਵਿੱਕੀ ਮਿੱਡੂ ਖੇੜੇ ਦੇ ਕਤਲ ਦਾ ਬਦਲਾ ਲਿਆ ਗਿਆ। ਨਾ ਤਾਂ ਜਿਹੜਾ ਇਹਨਾਂ ਮਾਮਲਿਆਂ ਦੇ ਉੱਤੇ ਅਜੇ ਤੱਕ ਕੈਨੇਡਾ ਦੀ ਸਰਕਾਰ ਨੇ ਜਾਂ ਮੰਤਰੀਆਂ ਨੇ ਕੋਈ ਮੂੰਹ ਖੋਲਿਆ। ਉਂਝ ਵੈਸੇ ਜਦੋਂ ਭੋਲਾ ਡਰੱਗ ਰੈਕਟ ਇੱਥੇ ਉਹਦੇ ਖੁਲਾਸੇ ਹੋਏ ਆ, ਤੇ ਉਹਦੇ ਵਿੱਚ 10 ਕੈਨੇਡਾ ਦੇ ਵਿੱਚ ਰਹਿਣ ਵਾਲੇ ਨਾਮਵਰ ਬੰਦਿਆਂ ਦੇ ਖੁਲਾਸੇ ਵੀ ਹੋਏ ਸੀਗੇ। ਉਹਨਾਂ ਲੋਕਾਂ ਦੇ ਇੰਟਰਨੈਸ਼ਨਲ ਤੌਰ ਦੇ ਉੱਤੇ ਜਿਹੜੇ ਉਹ ਵਾਰੰਟ ਜਾਰੀ ਹੋਏ ਨੇ, ਤੇ ਉਹਨਾਂ ਨੂੰ ਜਿਹੜੀ ਐਕਸਟ੍ਰਾਡੀਸ਼ਨ ਦੀ ਉਹਨਾਂ ਦੀ ਫਾਈਲ ਆ, ਉਹ ਅੱਜ ਵੀ ਕੈਨੇਡਾ ਦੀ ਸਰਕਾਰ ਦੇ ਕੋਲੇ ਪਈ ਆ, ਉੱਥੇ ਉਹ ਹਿੱਲੀ ਨਹੀਂ ਅੱਗੇ। ਹੁਣ ਜਦੋਂ ਇਹਦਾ ਚਰਚਾ ਗੋਲਡੀ ਦਾ ਹੋ ਰਿਹਾ, ਤੇ ਜਿਹੜੀ ਕੈਨੇਡਾ ਦੀ ਪੁਲਿਸ ਆ ਉਹਦੇ ਕੋਲੇ ਕਿਹਾ ਜਾ ਰਿਹਾ ਕਿ ਉਹਦਾ ਕੋਈ ਅਪਰਾਧਿਕ ਰਿਕਾਰਡ ਨਹੀਂਗਾ। ਪੁਲਿਸ ਕਹਿੰਦੀ ਆ ਕਿ ਜਿਹੜੇ ਬਰਾੜ ਲਾਸਟ ਨੇਮ ਵਾਲੇ 4 ਦਰਜਨ ਨੇ ਜਿਨ੍ਹਾਂ ਦਾ ਅਪਰਾਧਿਕ ਰਿਕਾਰਡ ਕੈਨੇਡਾ ਦੀ ਪੁਲਿਸ ਦੇ ਕੋਲੇ ਬੋਲਦਾ, ਪਰ ਉਹਦੇ ਵਿੱਚ ਗੋਲਡੀ ਬਰਾੜ ਨਹੀਂਗਾ। ਉਹ ਕਹਿੰਦੇ ਹੋ ਸਕਦਾ ਉਹਦਾ ਨਾਮ ਗੋਲਡੀ ਨਾ ਹੋਵੇ, ਉਹਦੇ ਵਿੱਚ ਕੋਈ ਹੋਰ ਨਾਮ ਹੋਵੇ, ਔਰ ਉਹਦਾ ਵੱਡਾ ਨਾਮ ਕੁਝ ਹੋਰ ਹੋਵੇ। ਪਰ ਮੈਨੂੰ ਨਹੀਂ ਲੱਗਦਾ ਕਿ ਉੱਥੋਂ ਦੀ ਪੁਲਿਸ ਦੇ ਰਿਕਾਰਡ ਦੇ ਵਿੱਚ ਇਹ ਬੋਲੂਗਾ, ਕਿਉਂਕਿ ਉਹਨਾਂ ਨੇ ਉੱਥੇ ਕੁਝ ਕਰਨਾ ਨਹੀਂ। ਇਸ ਕਰਕੇ ਨਹੀਂ ਕਰਨਾ ਕਿ ਉਹ ਸੁਰੱਖਿਅਤ ਇੱਕ ਟਿਕਾਣੇ ਦੇ ਉੱਤੇ ਬੈਠੇ ਆ, ਜਿੱਥੇ ਬੈਠ ਕੇ ਉਹ ਉੱਥੋਂ ਆਪਰੇਟ ਕਰਦੇ ਆ। ਜਿਹੜੀਆਂ ਐਕਸਟੋਰਸ਼ਨ ਮਨੀ ਇੱਥੇ ਲਈ ਜਾਂਦੀ ਆ ਸਿੰਗਰਾਂ ਤੋਂ ਜਾਂ ਬਿਜ਼ਨਸਮੈਨਾਂ ਤੋਂ, ਕਿਸੇ ਨੂੰ ਪੁੱਛ ਕੇ ਦੇਖੋ ਕਿ ਉਹ ਕਿੰਨੀ ਆ, ਇਸ ਵੇਲੇ ਕਿੰਨੀ ਇਕੱਠੀ ਕੀਤੀ ਜਾਂਦੀ ਆ। ਇਹ ਸਿੰਗਰ ਜਿਹੜੇ ਉਹ ਦੱਸਣ ਜਾਂ ਨਾ ਦੱਸਣ, ਹਾਂ ਇੰਨਾ ਜ਼ਰੂਰ ਹੈ ਕਿ ਇਹ ਜਿਹੜੀ ਅਪਰਾਧਿਕ ਸ਼੍ਰੇਣੀ ਦੇ ਵਿੱਚ ਇਹਨਾਂ ਦੇ ਆ ਜਾਣ ਦੇ ਨਾਲ, ਕਿਉਂਕਿ ਮਨਕੀਰਤ ਔਲਖ ਦਾ ਨਾਮ ਬੋਲ ਰਿਹਾ, ਹੁਣ ਉਹਦੇ ਮੈਨੇਜਰ ਦਾ ਨਾਮ ਬੋਲ ਰਿਹਾ ਲੇਟੈਸਟ ਕਤਲ ਦੇ ਵਿੱਚ, ਮਨਕੀਰਤ ਔਲਖ ਵੀ ਤਾਂ ਕੈਨੇਡਾ ਰਹਿੰਦਾ। ਤੋ ਅੱਜ ਕੱਲ ਉਹ ਜ਼ਰੂਰ ਪੰਜਾਬ ਦੇ ਵਿੱਚ ਹੈ, ਔਰ ਉੱਥੇ ਕਿੰਨਾ ਲੋਕਾਂ ਦੇ ਨਾਲ ਉਹਦੀ ਬਹਿਣੀ ਉੱਠਣੀ ਹੈ, ਇਹ ਵੀ ਕਿਸੇ ਤੋਂ ਭੁੱਲੀ ਨਹੀਂ ਗਈ। ਉਹ ਵੀ, ਉਹਦੇ ਬਾਰੇ ਵੀ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਪਤਾ। ਹੁਣ ਸਵਾਲ ਇਹ ਆ ਕਿ ਕੀ ਕੈਨੇਡਾ ਇਹੋ ਜਿਹੇ ਜਿਹੜੇ ਲੋਕ ਉੱਥੇ ਬੈਠੇ ਨੇ ਉਹਨਾਂ ਦੇ ਉੱਤੇ ਕਦੇ ਕਾਰਵਾਈ ਕਰੂਗਾ? ਮੇਰੀ ਜਾਚੇ ਸ਼ਾਇਦ ਨਹੀਂ ਕਰੂਗਾ, ਕਿਉਂਕਿ ਕੈਨੇਡਾ ਦੇ ਜਿਹੜੇ ਕਾਨੂੰਨ ਨੇ ਉਹ ਇੰਨੇ ਕੁ ਫਲੈਕਸੀਬਲ ਨੇ। ਇਹ ਅਪਰਾਧਿਕ ਜਿਹੜੇ ਬਿਰਤੀ ਵਾਲੇ ਲੋਕ ਨੇ ਉਹਨਾਂ ਨੂੰ ਭਲੀ ਭਾਂਤ ਵਾਕਿਫ ਹੈ, ਇਸੇ ਕਰਕੇ ਉਹ ਕੈਨੇਡਾ ਦੀ ਧਰਤੀ ਦੇ ਉੱਤੇ ਪਨਾਹ ਲੈਂਦੇ ਆ। ਇਹ ਕਿਹਾ ਜਾਂਦਾ ਡਰੱਗ ਵਾਲੇ ਮਾਮਲੇ ਦੇ ਵਿੱਚ ਵੀ ਜੇ ਤਾਂ USA 'ਚ ਫੜਿਆ ਗਿਆ ਫਿਰ ਤਾਂ ਮਾਰੇ ਗਏ, ਉਹ ਇਹ ਕਹਿੰਦੇ ਆ ਵੀ ਜੇ ਕੈਨੇਡਾ ਦੇ ਵਿੱਚ ਬਾਰਡਰ ਕ੍ਰਾਸ ਕਰਕੇ ਕੈਨੇਡਾ 'ਚ ਫੜੇ ਗਏ, ਉਹ ਕਹਿੰਦੇ ਫੇਰ ਕੋਈ ਗੱਲ ਨਹੀਂ, ਕਿਉਂਕਿ ਉੱਥੇ ਕਾਨੂੰਨ ਜਿਹੜੇ ਨੇ ਉਹ ਫਲੈਕਸੀਬਲ ਨੇ, ਤੇ ਉੱਥੋਂ ਇਹਨਾਂ ਦਾ ਛੇਤੀ ਛੁਟਕਾਰਾ ਹੋ ਜਾਂਦਾ। ਜੀ। ਦਿੱਲੀ ਦੇ ਸਿਹਤ ਮੰਤਰੀ ਸੁਣੀ ਦੇ ਗ੍ਰਿਫਤਾਰ ਹੋ ਗਏ ਈਡੀ ਵੱਲੋਂ ਸਤਿੰਦਰ ਜੈਨ ਜੀ। ਸਤਿੰਦਰ ਜੈਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੱਲ ਗ੍ਰਿਫਤਾਰ ਕੀਤਾ। ਅੱਜ ਉਹਨਾਂ ਨੂੰ ਪੇਸ਼ ਕੀਤਾ ਜਾ ਸਕਦਾ ਅਦਾਲਤ ਦੇ ਵਿੱਚ। ਇਹਦੇ ਉੱਤੇ ਜਿਹੜੀ ਤਿੱਖੀ ਪ੍ਰਕਿਰਿਆ ਦਿੱਤੀ ਆ ਮਨੀਸ਼ ਸਿਸੋਦੀਆ ਹੋਰਾਂ ਨੇ, ਉਹਨਾਂ ਨੇ ਇੱਕ ਟਵੀਟ ਦੇ ਰਾਹੀਂ ਇਹ ਗੱਲ ਕਹੀ ਆ ਕਿ ਸਤਿੰਦਰ ਜੈਨ ਹੋਰਾਂ ਦੇ ਖਿਲਾਫ 8 ਸਾਲ ਤੋਂ ਇੱਕ ਫਰਜ਼ੀ ਕੇਸ ਚੱਲ ਰਿਹਾ ਹੈ। ਈਡੀ ਸਤਿੰਦਰ ਜੈਨ ਹੋਰਾਂ ਨੂੰ ਕਈ ਵਾਰੀ ਇਸ ਮਾਮਲੇ 'ਚ ਬੁਲਾ ਚੁੱਕੀ ਆ, ਕੁਝ ਸਮੇਂ ਤੋਂ ਉਹਨੂੰ ਬੁਲਾਇਆ ਨਹੀਂ ਕਿਉਂਕਿ ਈਡੀ ਨੂੰ ਉਹਦੇ ਖਿਲਾਫ ਕੁਝ ਮਿਲਿਆ ਨਹੀਂ। ਮਨੀਸ਼ ਸਿਸੋਦੀਆ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਫੇਰ ਇਹ ਸ਼ੁਰੂ ਹੋ ਗਿਆ ਕਿਉਂਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸਤਿੰਦਰ ਜੈਨ ਇੰਚਾਰਜ ਨੇ। ਭਾਜਪਾ ਨੂੰ ਚੋਣਾਂ ਹਾਰਨ ਦਾ ਡਰ ਸਤਾ ਰਿਹਾ, ਇਸ ਕਰਕੇ ਹਿਮਾਚਲ ਜਾਣ ਤੋਂ ਰੋਕਣ ਲਈ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਆ। ਸਿਸੋਦੀਆ ਨੇ ਇਹ ਗੱਲ ਕਹੀ ਹੈ ਕਿ ਛੇਤੀ ਰਿਹਾ ਹੋਣਗੇ ਕਿਉਂਕਿ ਇਹ ਕੇਸ ਫਰਜ਼ੀ ਆ, ਇਹਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਆ। ਈਡੀ ਨੇ ਪਿਛਲੇ ਮਹੀਨੇ ਇਹ ਗੱਲ ਕਹੀ ਸੀ ਕਿ ਸਤਿੰਦਰ ਜੈਨ ਦੇ ਪਰਿਵਾਰ ਤੇ ਜੈਨ ਦੇ ਨਾਲ ਸੰਬੰਧਿਤ ਕੰਪਨੀਆਂ ਦੀ 4 ਕਰੋੜ 81 ਲੱਖ ਰੁਪਏ ਦੀ ਜਾਇਦਾਦ ਨੂੰ ਉਹਨਾਂ ਦੇ ਖਿਲਾਫ ਮਨੀ ਲਾਂਡਰਿੰਗ ਕੇਸ ਦੀ ਜਾਂਚ ਦੇ ਤਹਿਤ ਅਸਥਾਈ ਤੌਰ ਦੇ ਉੱਤੇ ਕੁਰਕ ਕੀਤਾ ਗਿਆ।
ਅਧਿਕਾਰੀ ਇਹ ਕਹਿੰਦੇ ਆ ਕਿ ਕੈਬਨਿਟ ਮੰਤਰੀ ਜੈਨ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੀਆਂ ਅਪਰਾਧਿਕ ਧਾਰਾਵਾਂ ਦੇ ਤਹਿਤ ਹਿਰਾਸਤ ਦੇ ਵਿੱਚ ਲਿਆ ਗਿਆ। ਸਤਿੰਦਰ ਜੈਨ ਜਿਹੜੇ 57 ਸਾਲਾਂ ਦੇ ਨੇ, ਉਹਨਾਂ ਦੇ ਕੋਲੇ ਸਿਹਤ, ਉਦਯੋਗਿਕ, ਬਿਜਲੀ, ਗ੍ਰਹਿ, ਸ਼ਹਿਰੀ ਵਿਕਾਸ ਤੇ ਜਲ ਵਿਭਾਗ ਨੇ। ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਇਸੇ ਸਾਲ ਦੇ ਅਖੀਰ ਦੇ ਵਿੱਚ ਹੋਣੀਆਂ ਨੇ ਤੇ ਆਮ ਆਦਮੀ ਪਾਰਟੀ ਇਹ ਸਮਝਦੀ ਆ ਕਿ ਪੰਜਾਬ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਉਹਦੀ ਇੱਥੇ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਦੇ ਪੈਰ ਲੱਗ ਸਕਦੇ ਆ ਤੇ ਉਹਦੀ ਸਰਕਾਰ ਉੱਥੇ ਆ ਸਕਦੀ ਹੈ। ਇਸ ਕਰਕੇ ਉਹ ਕਹਿੰਦੇ ਆ ਕਿ ਸਤਿੰਦਰ ਜੈਨ ਨੂੰ ਜਾਣਬੁੱਝ ਕੇ ਇਸ ਕੇਸ ਦੇ ਵਿੱਚ ਫਸਾਇਆ ਗਿਆ। ਜੀ, ਅਗਲੇ ਮਸਲੇ ਦੀ ਗੱਲ ਕਰੀਏ। UPSC ਨਤੀਜਿਆਂ ਦੇ ਵਿੱਚ ਪਹਿਲੀਆਂ 3 ਪੋਜੀਸ਼ਨਾਂ ਤੇ ਕੁੜੀਆਂ ਦੀ ਸਰਦਾਰੀ ਕਾਇਮ ਹੋਈ ਹੈ ਜੀ। ਇਹ ਮਾਮਲਾ ਲਗਭਗ ਬਹੁਤੀਆਂ ਖਬਰਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਕਤਲ ਵਾਲੇ ਮਾਮਲੇ ਦੇ ਉੱਤੇ ਜਾਂ ਉਹਦੇ ਚ ਰੋੜ ਰਲ ਗਿਆ ਜੀ। ਖਬਰ ਵੱਡੀ ਹੈ ਇਹ। ਇਤਿਹਾਸ ਦੀ ਸਟੂਡੈਂਟ ਸ਼ਰੂਤੀ ਸ਼ਰਮਾ ਨੇ ਜਿਹੜੀਆਂ ਇਹ UPSC ਦੀਆਂ ਪ੍ਰੀਖਿਆਵਾਂ ਹੋਈਆਂ ਨੇ, ਇਹਦੇ ਵਿੱਚ ਜਿਹੜੀਆਂ 2021 ਚ ਹੋਈਆਂ ਸੀ, ਇਹਦੇ ਨਤੀਜੇ ਹੁਣ ਆਏ ਆ। ਸ਼ਰੂਤੀ ਸ਼ਰਮਾ ਇਹਦੇ ਵਿੱਚ ਪਹਿਲੀ ਜਗ੍ਹਾ ਦੇ ਉੱਤੇ ਰਹੀ ਆ। ਪਹਿਲੇ 3 ਥਾਵਾਂ ਦੇ ਉੱਤੇ ਕੁੜੀਆਂ ਨੇ ਬਾਜੀ ਮਾਰੀ ਹੈ। UPSC ਦੇ ਵੱਲੋਂ ਐਲਾਨੇ ਨਤੀਜਿਆਂ ਦੇ ਵਿੱਚ ਅੰਕਿਤਾ ਅਗਰਵਾਲ ਨੇ ਦੂਜਾ ਤੇ ਗਾਮਨੀ ਸਿੰਗਲਾ ਨੇ ਤੀਜੀ ਜਗ੍ਹਾ ਹਾਸਲ ਕੀਤੀ ਹੈ। ਕੁੱਲ 685 ਉਮੀਦਵਾਰਾਂ ਦੇ ਵਿੱਚੋਂ 500 ਤੇ 8 ਮੇਲ ਤੇ 177 ਫੀਮੇਲ ਸਨ। UPSC ਨੇ ਇਹਨਾਂ ਸੇਵਾਵਾਂ ਦੇ ਵਾਸਤੇ ਇਹਨਾਂ ਦੇ ਨਾਵਾਂ ਦੀ ਸਿਫਾਰਿਸ਼ ਕਰ ਦਿੱਤੀ ਆ। ਸ਼ਰੂਤੀ ਨੇ ਦਿੱਲੀ ਯੂਨੀਵਰਸਿਟੀ ਤੋਂ ਜਿਹੜੀ ਇਤਿਹਾਸ ਆਨਰਸ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਆ। ਉਹਨੇ ਇਹ ਐਗਜ਼ਾਮ ਦੇ ਵਾਸਤੇ ਇਤਿਹਾਸ ਨੂੰ 94ਵੇਂ ਵਿਸ਼ੇ ਵਜੋਂ ਲਿਆ। ਦੂਜਾ ਜਗ੍ਹਾ ਹਾਸਲ ਕਰਨ ਵਾਲੀ ਅੰਕਿਤਾ ਅਗਰਵਾਲ ਨੇ ਅਰਥ ਸ਼ਾਸਤਰ ਆਨਰਸ ਦੇ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹਨੇ ਰਾਜਨੀਤੀ ਵਿਗਿਆਨ ਤੇ ਕੌਮਾਂਤਰੀ ਸੰਬੰਧਾਂ ਨੂੰ 94ਵੇਂ ਵਿਸ਼ਿਆਂ ਦੇ ਵਜੋਂ ਲਿਆ। ਗਾਮਨੀ ਸਿੰਗਲਾ ਜਿਹੜੀ ਕਿ ਕੰਪਿਊਟਰ ਸਾਇੰਸ ਦੇ ਵਿੱਚ ਉਹਨੇ BTech ਕੀਤੀ ਹੋਈ ਆ ਤੇ ਸਮਾਜ ਸ਼ਾਸਤਰ ਨੂੰ 94ਵੇਂ ਵਿਸ਼ੇ ਵਜੋਂ ਲਿਆ। ਗਾਮਨੀ ਜਿਹੜੀ ਆ ਉਹ ਸ੍ਰੀ ਅਨੰਦਪੁਰ ਸਾਹਿਬ ਦੀ ਰਹਿਣ ਵਾਲੀ ਆ। ਉਹ ਇਸ ਇਤਿਹਾਸਕ ਧਰਤੀ ਦੀ ਰਹਿਣ ਵਾਲੀ ਆ ਔਰ ਪੰਜਾਬ ਦੀ ਧੀ ਆ। ਉਹਨੇ ਇਹ ਤੀਸਰਾ ਜਗ੍ਹਾ ਜਿਹੜੀ ਉਹ UPSC ਦੀਆਂ ਇਹਨਾਂ ਐਗਜ਼ਾਮ ਦੇ ਵਿੱਚ ਹਾਸਲ ਕੀਤੀ ਆ। ਐਸ਼ਵਰਿਆ ਵਰਮਾ ਨੇ ਚੌਥਾ ਤੇ ਉੱਤਰਕ੍ਰਿਸ਼ ਦਵੇਦੀ ਨੇ 5ਵਾਂ ਸਥਾਨ ਹਾਸਲ ਕੀਤਾ। ਉੱਪਰਲੇ 25 ਉਮੀਦਵਾਰਾਂ ਦੇ ਵਿੱਚ 15 ਪੁਰਸ਼ ਤੇ 10 ਔਰਤਾਂ ਜਿਹੜੀਆਂ ਉਹ ਸ਼ਾਮਲ ਨੇ। ਉਂਝ ਵੈਸੇ ਇਹ ਵੀ ਆ ਕਿ ਜੇ ਪੰਨੇ ਪਲਟਦਿਆਂ ਅਖੀਰ ਦੇ ਸਫ਼ਿਆਂ ਦੇ ਉੱਤੇ ਤੁਸੀਂ ਜਾਂਦੇ ਹੋ ਅਖਬਾਰਾਂ ਦੇ, ਤੇ ਇੱਕ ਜਿਹੜੀ ਖਬਰ ਆ ਨਾ ਜੀ, ਉਹ ਤੁਹਾਨੂੰ ਉੱਥੇ ਇਹ ਵੀ ਲੱਭ ਜਾਂਦੀ ਆ ਕਿ ਇੱਕ ਆਮ ਘਰ ਦਾ ਜਿਹੜਾ ਸਿੱਖ ਨੌਜਵਾਨ ਹੈ, ਉਹਨੇ ਬੇਸ਼ੱਕ ਇਹ ਜਿਹੜੇ ਐਗਜ਼ਾਮ ਹੋਏ ਨੇ ਇਹਨਾਂ ਦੇ ਵਿੱਚ 23ਵਾਂ ਸਥਾਨ ਹਾਸਲ ਕੀਤਾ, ਪਰ 23ਵਾਂ ਸਥਾਨ ਵੀ ਹਾਸਲ ਕਰਨਾ ਇਸ ਐਗਜ਼ਾਮ ਦੇ ਵਿੱਚ ਕੋਈ ਛੋਟੀ ਪ੍ਰਾਪਤੀ ਨਹੀਂ ਗੀ। ਬਹੁਤ ਵੱਡੀ ਜਿਹੜੀ ਉਹ ਪ੍ਰਾਪਤੀ ਆ ਔਰ ਖਾਸ ਤੌਰ ਦੇ ਉੱਤੇ ਇਸ ਕਰਕੇ ਇਹਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਸਕਦਾ ਹੈ ਕਿ ਉਹ ਬਹੁਤ ਸਧਾਰਨ ਪਰਿਵਾਰ ਦੇ ਵਿੱਚੋਂ ਉੱਠਿਆ ਹੋਇਆ ਨੌਜਵਾਨ ਹੈ ਔਰ ਇਹਦਾ ਨਾਮ ਜਸਪਿੰਦਰ ਸਿੰਘ ਹੈ ਔਰ ਪਿੰਡ ਭੁੱਲਰ ਦਾ ਇਹ ਰਹਿਣ ਵਾਲਾ ਹੈ। 33ਵਾਂ ਰੈਂਕ ਹੈ ਉਹਦਾ, ਮਾਫ ਕਰਨਾ ਮੈਂ 23ਵਾਂ ਕਹਿ ਗਿਆ। ਉਹਨੇ 12 ਦੇ ਵਿੱਚ 10ਵੀਂ ਤੇ 14 ਦੇ ਵਿੱਚ ਨਾਨ ਮੈਡੀਕਲ +2 ਕੀਤੀ ਸੀ। ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਹ UPSC ਦੀ ਤਿਆਰੀ ਕਰਨ ਦੇ ਵਾਸਤੇ ਉਹਨੇ ਨਵੀਂ ਦਿੱਲੀ ਤੋਂ ਇੰਸਟੀਚਿਊਟ ਦੇ ਵਿੱਚ ਦਾਖਲਾ ਲਿਆ ਸੀਗਾ। ਕੋਵਿਡ ਦੇ ਚੱਲਦਿਆਂ 2020 ਦੇ ਵਿੱਚ ਉਹਨੂੰ ਘਰੇ ਵਾਪਸ ਆਉਣਾ ਪੈ ਗਿਆ। 1.5 ਸਾਲ ਤੋਂ ਬਾਅਦ ਅਕਤੂਬਰ 21 ਤੱਕ ਉਹ ਘਰੇ ਤਿਆਰੀ ਜਿਹੜੀ ਉਹ ਕਰਦਾ ਰਿਹਾ ਔਰ ਉਹ ਇਹ ਵੀ ਕਹਿੰਦਾ ਕਿ ਇੱਕ ਦਿਨ ਇੱਕ ਟੀਚਰ ਨੇ ਇਹ ਗੱਲ ਕਹੀ ਸੀ ਕਿ ਤੁਹਾਡਾ ਮੁੰਡਾ IAS ਬਣੂਗਾ ਔਰ ਉਹ ਕਹਿੰਦਾ ਕਿ ਪਤਾ ਨਹੀਂ, ਇਹੀ ਕਹਿ ਲਓ ਕਿ ਉਹਦੇ ਦਿਮਾਗ ਦੇ ਵਿੱਚ ਗੱਲ ਜਿਹੜੀ ਉਹ ਬਹਿ ਗਈ ਜਸਪਿੰਦਰ ਸਿੰਘ ਦੇ, ਤੇ ਉਹ ਜਿਹੜਾ ਛੋਟੀ ਜੀ ਏਜ ਦੇ ਵਿੱਚ ਇਸ ਵੱਡੀ ਪ੍ਰੀਖਿਆ ਨੂੰ ਸਰ ਕਰ ਗਿਆ। ਸੋ ਇਹ ਪੰਜਾਬ ਦੇ ਇੱਕ ਲੜਕੀ ਤੇ ਪੰਜਾਬ ਦਾ ਇੱਕ ਲੜਕਾ, ਇਹਨਾਂ ਸਿੱਖਿਆਵਾਂ ਦੇ ਵਿੱਚ ਉਹਨਾਂ ਨੇ ਇਹ ਵੱਡੀਆਂ ਮੱਲਾਂ ਮਾਰੀਆਂ ਨੇ ਜੀ। ਕਿਸਾਨ ਆਗੂ ਰਕੇਸ਼ ਟਕੈਤ ਦੀ ਗੱਲ ਕਰੀਏ, ਉਹਨਾਂ ਤੇ ਨਾਲੇ ਕਹਿੰਦੇ ਮੈਕ ਦੇ ਨਾਲ ਹਮਲਾ ਵੀ ਕੀਤਾ ਗਿਆ ਤੇ ਨਾਲੇ ਸਾਈ ਸੁੱਟਤੀ ਜੀ। ਦੇਖੋ ਇਹੀ ਕੁਛ
ਕਰਵਾਇਆ ਜਾਂਦਾ ਅਕਸਰ ਜਿਹੜਾ ਵਿਰੋਧੀਆਂ ਦੇ ਉੱਤੇ। ਜੀ ਇਦੋਂ ਕਿਉਂਕਿ ਜਿੱਥੇ ਤਰਕ ਮੁੱਕ ਜਾਂਦਾ ਉੱਥੋਂ ਗਾਲ ਸ਼ੁਰੂ ਹੁੰਦੀ ਆ, ਜਿੱਥੇ ਗਾਲਾਂ ਨਾਲ ਕੋਈ ਨਾ ਡਰੇ ਉੱਥੋਂ ਫਿਰ ਗੋਲੀ ਸ਼ੁਰੂ ਹੋ ਜਾਂਦੀ ਹੈ। ਜੀ ਤੋ ਇਹ ਇਨ ਬਿਟਵੀਨ ਜਿਹਾ ਜਿਹੜਾ ਹੈਗਾ, ਕਿਉਂਕਿ ਰਕੇਸ਼ ਟਕੈਤ ਹੋਰੀ ਵੱਡੇ ਆਗੂ ਵਜੋਂ ਉੱਭਰੇ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ। ਕਿਸੇ ਨੂੰ ਭੁੱਲਿਆ ਥੋੜੀ ਆ 26 ਜਨਵਰੀ ਜਦੋਂ ਇੱਕ ਵਾਰੀ ਇਹ ਲੱਗਿਆ ਸੀਗਾ ਕਿ ਕਿਸਾਨ ਅੰਦੋਲਨ ਗਿਆ ਤੇ ਰਕੇਸ਼ ਟਕੈਤ ਹੋਰਾਂ ਦੀ ਇੱਕ ਭਾਵਨਾਤਮਕ ਅਪੀਲ ਨੇ ਕਿਸਾਨ ਅੰਦੋਲਨ ਵਾਪਸ ਲੈ ਆਂਦਾ ਸੀਗਾ। ਜੀ ਬੈਂਗਲੁਰੂ ਦੇ ਵਿੱਚ ਗਾਂਧੀ ਭਵਨ ਦੇ ਵਿੱਚ ਉੱਥੇ ਕਰਵਾਏ ਜਾ ਰਹੇ ਇੱਕ ਸਮਾਗਮ ਦੇ ਦੌਰਾਨ ਕਿਸਾਨ ਆਗੂ ਰਕੇਸ਼ ਟਕੈਤ ਦੇ ਉੱਤੇ ਕੁਝ ਸ਼ਰਾਰਤੀ ਅਨਸਰਾਂ ਨੇ ਕਾਲੀ ਸਾਈ ਸੁੱਟ ਦਿੱਤੀ ਔਰ ਇਸ ਘਟਨਾ ਤੋਂ ਫੌਰੀ ਬਾਅਦ ਸਮਾਗਮ ਦੇ ਪ੍ਰਬੰਧਕਾਂ ਤੇ ਸ਼ਰਾਰਤੀ ਅਨਸਰਾਂ ਦੇ ਵਿਚਾਲੇ ਹਿੰਸਕ ਝੜਪ ਹੋਈ। ਦੋਵਾਂ ਧਿਰਾਂ ਨੇ ਉੱਥੇ ਪਈਆਂ ਪਲਾਸਟਿਕ ਦੀਆਂ ਕੁਰਸੀਆਂ ਦੇ ਨਾਲ ਜੀ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ। 3 ਜਾਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇੱਥੇ ਰਕੇਸ਼ ਟਕੈਤ ਹੋਰੀ ਕਿਸਾਨ ਅੰਦੋਲਨ ਅੰਦਰਲੀ ਝਾਤ ਤੇ ਸਪਸ਼ਟੀਕਰਨ ਵਿਸ਼ੇ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਗਏ ਸੀਗੇ। ਇਹਦਾ ਪ੍ਰਬੰਧ ਕਰਨਾਟਕ ਰਾਜ ਕਿਸਾਨ ਐਸੋਸੀਏਸ਼ਨ ਤੇ ਹਸੀਰ ਸੇਨੇ ਦੇ ਵੱਲੋਂ ਕੀਤਾ ਗਿਆ ਸੀਗਾ। ਕਾਨਫਰੰਸ ਦੇ ਦੌਰਾਨ ਰਕੇਸ਼ ਟਕੈਤ ਸਣੇ ਕਈ ਹੋਰ ਆਗੂ ਕਿਸਾਨ ਆਗੂ ਕੋਡੀਹਾਲੀ ਚੰਦਰ ਸ਼ੇਖਰ ਤੇ ਲੱਗੇ ਦੋਸ਼ਾਂ ਦੇ ਬਾਬਤ ਸਫਾਈ ਦੇ ਰਹੇ ਸੀਗੇ। ਲੋਕਲ ਮੀਡੀਆ ਨੇ ਚੰਦਰ ਸ਼ੇਖਰ ਤੇ ਦੋਸ਼ ਲਾਇਆ ਸੀਗਾ ਕਿ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੇ ਧਰਨੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਉਹਦੇ ਵੱਲੋਂ ਵੱਡੀ ਲੈ ਕੇ ਵਿਚੋਲਗਿਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹਦੇ ਦੌਰਾਨ ਰਕੇਸ਼ ਟਕੈਤ ਹੋਰਾਂ ਦੇ ਉੱਤੇ ਸਿਆਹੀ ਦੇ ਨਾਲ ਇਹ ਹਮਲਾ ਕੀਤਾ ਗਿਆ। ਰਕੇਸ਼ ਟਕੈਤ ਹੋਰਾਂ ਨੇ ਇਹ ਗੱਲ ਕਹੀ ਆ ਕਿ ਪੁਲਿਸ ਦੇ ਵੱਲੋਂ ਪ੍ਰੋਪਰ ਪ੍ਰਬੰਧ ਨਾ ਕੀਤੇ ਜਾਣ ਕਰਕੇ ਇਹ ਹਮਲਾ ਹੋਇਆ ਸਿਆਹੀ ਦੇ ਨਾਲ। ਪਰ ਇੰਨਾ ਚੰਗਾ ਜਿਹੜਾ ਉਹ ਰਿਹਾ ਕਿ ਉਹ ਕਿਸੇ ਸੱਟ ਪੇਟ ਤੋਂ ਬਚ ਗਏ। ਜੀ ਪਨੂ ਸਾਹਿਬ, ਇੱਥੇ ਆਪਾਂ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਫਿਰ ਕੁਝ ਦਰਸ਼ਕਾਂ ਦੇ ਸਵਾਲ ਨੇ, ਸਾਡੇ ਸਰੋਤਿਆਂ ਦੇ ਸੁਣਨ ਵਾਲਿਆਂ ਦੇ, ਤਾਂ ਉਹਨਾਂ ਸਵਾਲਾਂ ਤੇ ਆਪਾਂ ਚਰਚਾ ਕਰਾਂਗੇ। ਸੋ ਸਰੋਤਿਓ, ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇੱਕ ਵਾਰ ਫਿਰ ਤੋਂ ਬਲਤੇਜ ਪੰਨੂ ਜੀ ਨੂੰ ਨਾਲ ਜੁੜਦੇ ਹਾਂ ਤੇ ਉਸ ਤੋਂ ਬਾਅਦ ਚੱਲਾਂਗੇ ਤੁਹਾਡੀਆਂ ਕਾਲਸ ਵੱਲ, ਤੁਹਾਡੇ ਸਵਾਲਾਂ ਦੇ ਵੱਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਪੰਜਾਬੀ ਰੇਡੀਓ USA ਤੇ। ਕੱਲ ਜੀ, ਧੰਨਵਾਦ ਜੀ ਪ੍ਰਵੀਨ ਜੀ। ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ। ਸਟੂਡੀਓ ਦਾ ਨੰਬਰ ਹੈ 408-272-5251। ਇੱਕ ਗੱਲ ਦੀ ਮਾਫੀ ਤੁਹਾਡੇ ਸਾਰਿਆਂ ਤੋਂ ਪਹਿਲੇ ਹੀ ਮੰਗ ਲੈਂਦੇ ਕਿ ਅੱਜ ਸਮਾਂ ਥੋੜਾ ਜਿਹਾ ਆਪਣੇ ਕੋਲੇ ਲਿਮਟਡ ਆ, ਇਸ ਕਰਕੇ ਜੇਕਰ ਕਿਸੇ ਦੀਆਂ ਕਾਲਸ ਰਹਿ ਗਈਆਂ, ਸਵਾਲ ਰਹਿ ਗਏ ਨੇ ਤਾਂ ਕੋਈ ਗੱਲ ਨਹੀਂ, ਆਪਾਂ ਉਹਨਾਂ ਨੂੰ ਫਿਰ ਤੋਂ ਕੰਸੀਡਰ ਕਰ ਸਕਾਂਗੇ। ਪਹਿਲੀ ਕਾਲ ਵੱਲ ਵੱਧਦੇ ਹਾਂ ਜੀ। ਜੋਰਾ ਜੁੜੇ ਹੋਏ ਨੇ ਸਾਡੇ ਨਾਲ ਆਸਟ੍ਰੇਲੀਆ ਤੋਂ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ, ਸੌਰੀ ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਹਾਂਜੀ, ਤੁਸੀਂ ਔਨ ਏਅਰ ਹੋ ਜੀ, ਤਾਂ ਆਪਣੀ ਗੱਲ ਰੱਖ ਸਕਦੇ ਹੋ, ਸਵਾਲ ਪੁੱਛ ਸਕਦੇ ਹੋ। ਹਾਂਜੀ, ਮੈਂ ਇੱਕ ਕੁਇਕਲੀ ਇੱਕ ਛੋਟੀ ਜਿਹੀ ਟਿੱਪਣੀ ਪਹਿਲਾਂ ਮੈਂ ਕਰਨੀ ਚਾਹੂੰਗਾ ਕਿ ਜਿੱਦਾਂ ਕਿ ਪੰਜਾਬ, ਤੁਹਾਨੂੰ ਪਤਾ ਜੋ ਕੁਝ ਵਾਪਰਿਆ ਇੱਕ ਦੋ ਦਿਨਾਂ ਦੇ ਵਿੱਚ ਜੀ। ਗਨ ਕਲਚਰ ਇੱਕ ਬਹੁਤ ਵੱਡਾ ਇਹਦਾ ਕਾਰਨ ਵੀ ਕਹਿ ਸਕਦੇ ਆਪਾਂ। ਇੱਕ ਛੋਟੀ ਨਹੀਂ ਕਹਿ ਸਕਦੇ, ਵੈਸੇ ਬਹੁਤ ਵੱਡੀ ਘਟਨਾ ਹੋਏਗੀ, ਕਿਉਂਕਿ ਮੈਂ ਤੇ ਹੁਣ ਆਸਟ੍ਰੇਲੀਆ 'ਚ ਰਹਿੰਦਾ ਸੀ ਤੇ ਆਸਟ੍ਰੇਲੀਆ ਨੂੰ ਹੀ ਕੰਪੇਅਰ ਕਰਾਂਗੇ ਦੂਸਰੇ ਮੁਲਕਾਂ ਦੇ ਨਾਲ। ਜੀ। ਆਸਟ੍ਰੇਲੀਆ ਦੇ ਵਿੱਚ ਇੱਕ ਪੋਰਟ ਆਰਥਰ ਦੀ ਇੱਕ ਘਟਨਾ ਹੋਈ ਸੀ ਜਿਹਦੀ 1996 ਚ 28 ਅਪ੍ਰੈਲ 1996 ਚ, ਜਿਹਦੇ ਚ ਇੱਕ ਸੰਕੀ ਨੇ ਸੈਮੀ ਆਟੋਮੈਟਿਕ ਰਾਈਫਲ ਲੈ ਕੇ 35 ਲੋਕ ਇਕੱਠੇ ਮਾਰਤੇ ਸੀਗੇ। ਸੋ ਉਸ ਤੋਂ ਬਾਅਦ ਇਹਨਾਂ ਨੇ ਆਸਟ੍ਰੇਲੀਅਨ ਗਵਰਨਮੈਂਟ ਨੇ ਤੇ ਲੋਕਾਂ ਦੇ ਨਾਲ ਰਾਏ ਬਣਾ ਕੇ ਤੇ ਇਹਨਾਂ ਇੱਕ ਗਨ ਬੈਨ ਕਰਤੀਆਂ ਵੀ ਪਹਿਲਾਂ ਵੀ ਲੋਕਾਂ ਨੇ ਆਪਣੇ ਆਪ ਹੀ ਸਰੈਂਡਰ ਕਰਤੀਆਂ ਸਾਰੀਆਂ ਬੰਦੂਕਾਂ ਜੀ। ਉਸ ਤੋਂ ਬਾਅਦ ਇਹਨਾਂ ਨੇ ਕੁਝ ਲਾਇਸੈਂਸਿੰਗ ਦੇ ਵਿੱਚ ਇੰਨੇ ਕੁ ਕਾਫੀ ਸੁਧਾਰ ਕੀਤੇ, ਬਦਲਾਅ ਕੀਤੇ, ਜਿਹਦੇ ਨਾਲ ਕਿ ਗਨ ਰੱਖਣੀ ਇੱਕ ਤਰ੍ਹਾਂ ਦੇ ਨਾਲ ਇੱਕ ਅਸੰਭਵ ਵੀ ਹੋ ਚੁੱਕਾ ਹੈ ਇੱਥੇ ਜੀ। ਠੀਕ ਹੈ ਜੀ। ਚੀਜ਼ ਦੇ ਨਾਲ ਜਿਹੜੀ ਗਨ ਕਲਚਰ ਦੀ ਅਸੀਂ ਗੱਲ ਕਰ ਰਹੇ ਹਾਂ ਅੱਜ ਪੰਜਾਬ ਦੇ ਵਿੱਚ, ਤੁਸੀਂ ਇਹ ਦੱਸੋ ਵੀ ਪੰਜਾਬ ਦੇ ਵਿੱਚ ਦੋ ਗੱਡੀਆਂ ਗਨ ਦੀਆਂ ਭਰ ਕੇ ਆਉਂਦੀਆਂ ਨੇ, ਅੰਨ੍ਹੇਵਾਹ ਤਾਬੜਤੋੜ ਗੋਲੀਆਂ ਚਲਾ ਕੇ ਉਹ ਚਲੇ ਜਾਂਦੇ ਕਿ ਮਾਨਸੇ ਵਰਗਾ ਜ਼ਿਲ੍ਹਾ, ਜਿਹੜੇ ਕਿ ਟਿੱਬਿਆਂ ਵਾਲਾ ਜ਼ਿਲ੍ਹਾ ਜਿਹਨੂੰ ਕਹਿੰਦੇ ਆ, ਕੀ ਉੱਥੇ ਕੋਈ ਚੈੱਕ ਪੁਆਇੰਟ ਨਹੀਂ ਹੈਗਾ ਵੀ ਉਹਨਾਂ ਦੀ ਕੋਈ ਗੱਡੀਆਂ 'ਚ ਕੋਈ ਚੈੱਕ ਕਰਦਾ, ਜਾਂ ਫਿਰ ਉੱਥੇ ਆਉਣ ਲੱਗਿਆ ਜਾਣ ਲੱਗਿਆ ਵੀ ਸੁੱਖ ਵੀ ਉਹ ਈਜ਼ੀਲੀ ਆਏ, ਆਪਣੀ ਕਾਰਵਾਈ ਕਰਕੇ ਈਜ਼ੀਲੀ ਪੰਜਾਬ 'ਚੋਂ ਬਾਹਰ ਵੀ ਚਲੇ ਗਏ ਜੀ। ਠੀਕ ਹੈ ਜੀ। ਠੀਕ ਹੈ ਕਿ ਨਹੀਂ? ਕਿੰਨਾ ਵੱਡਾ ਸਿਕਿਉਰਿਟੀ ਦਾ ਲੈਪਸ ਆ ਇਹ। ਠੀਕ ਹੈ ਜੋਰਾ ਜੀ, ਆਪਾਂ ਲੈਣੇ ਜਵਾਬ ਤੁਹਾਨੂੰ ਸਾਹਿਬ ਤੋਂ ਲੈਣੇ। ਹਾਂਜੀ, ਮੈਨੂੰ ਆਨਲਾਈਨ ਰਹਿੰਦੇ ਭਾਜੀ ਪਲੀਜ਼। ਠੀਕ ਹੈ ਜੀ, ਹੋਲਡ ਕਰੋ ਤੁਸੀਂ ਜੀ। ਪੰਨੂ ਸਾਹਿਬ ਦੇਖੋ, ਇੱਕ ਤਾਂ ਤੁਸੀਂ ਗੱਲ ਕਹੀ ਵੀ ਜਿਹੜੇ ਬੈਨ ਕਰਤੀਆਂ, ਮੈਂ ਸੁਣ ਰਿਹਾ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਹੈਂਡ ਗਨ ਹੈ ਉਹ ਬੈਨ ਕੀਤੀ ਗਈ ਹੈ, ਨਾ ਕੋਈ ਖਰੀਦ ਸਕਦਾ, ਨਾ ਟਰਾਂਸਫਰ ਜਿਹੜੀ ਉਹ ਕਰ ਸਕਦਾ, ਨਾ ਕੈਰੀ ਤਾਂ ਆਪੇ ਕਰ ਹੀ ਨਹੀਂ ਸਕਦਾ। ਗਨ ਕਲਚਰ ਉਹਨਾਂ ਨੇ ਗੱਲ ਕਹੀ, ਬਿਲਕੁਲ ਇਹ ਗਨ ਕਲਚਰ ਇੱਕ ਤੁਸੀਂ ਕਹਿ ਲਓ ਕਿ ਰੀਜ਼ਨ ਇਸ ਸਾਰੀ ਘਟਨਾ ਦਾ ਬਣਿਆ ਜੀ, ਕਿਉਂਕਿ ਗੈਂਗਸਟਰ ਵੀ ਤਾਂ ਫਿਰ ਗਨ ਦੇ ਨਾਲ ਹੀ ਗੈਂਗਸਟਰ ਬਣਦੇ ਆ ਨਾ। ਗੈਂਗਸਟਰ ਵਾਲੇ ਪਾਸੇ ਨੂੰ ਕਿਉਂ ਪੰਜਾਬੀ ਤੁਰ ਰਹੇ ਆ ਜੀ। ਮੈਂ ਦੇਖ ਰਿਹਾ ਸੀ ਰਾਤੀ, ਜਿਹੜਾ ਸਾਡੇ ਮੁਤਾਬਕ ਰਾਤ ਰਵੀਸ਼ ਕੁਮਾਰ ਹੋਰੀ ਪ੍ਰਸਿੱਧ ਪੱਤਰਕਾਰ ਨੇ, ਉਹਨਾਂ ਨੇ ਇਹਦੇ ਉੱਤੇ ਜਿਹੜਾ ਉਹ ਪ੍ਰੋਗਰਾਮ ਕੀਤਾ, ਜਿਹੜੀਆਂ ਇਸ਼ਾਰੇ ਉਹਨਾਂ ਨੇ ਇਹਦੇ ਵਿੱਚ ਕੀਤੇ ਕਿ ਜਿਹੜੀ ਡਰੱਗ ਹੈ, ਜਦੋਂ ਉਹ ਡਰੱਗ ਫੜੀ ਜਾਂਦੀ ਆ, ਉਹਦਾ ਪੰਜਾਬ ਦੇ ਨਾਲ ਨਾਤਾ ਜਾ ਜੁੜਦਾ। ਉਹ ਕਹਿੰਦੇ ਇਹ ਜਿਹੜਾ ਗਨ ਕਲਚਰ ਤੇ ਗੈਂਗਸਟਰ ਕਲਚਰ ਉਹਦੇ ਵਿੱਚੋਂ ਨਿਕਲਿਆ ਹੋਇਆ। ਜੇ ਇਹ ਗੱਲ ਮੈਂ ਕਹਿੰਦਾ ਨਾ ਜੀ, ਤੇ ਫਿਰ ਬਹੁਤਿਆਂ ਨੇ ਇਹ ਇਤਰਾਜ਼ ਕਰ ਲੈਣਾ ਵੀ ਪਤਾ ਨਹੀਂ ਇਹ ਉਹਦੇ ਨਾਲ ਡਰੱਗ ਦੇ ਨਾਲ ਕਿਉਂ ਜੋੜਦੇ ਆ। ਇਹ ਉਹ ਵੀ ਇਹ ਗੱਲ ਕਹਿ ਰਹੇ ਆ ਕਿ ਇਹ ਡਰੱਗ ਦੇ ਵਿੱਚੋਂ ਨਿਕਲਿਆ ਹੋਇਆ, ਇਹ ਉੱਥੋਂ ਸਾਰੀ ਸਮੱਸਿਆ ਜਿਹੜੀ ਆ ਉਹ ਨਿਕਲੀ ਹੋਈ ਆ। ਅਸੀਂ ਕਦੀ ਜਿਹੜੀਆਂ ਸਮੱਸਿਆਵਾਂ ਨੇ ਨਾ ਅਸੀਂ ਉਹਨਾਂ ਦੇ ਉੱਤੇ ਸਿਰ ਜੋੜ ਕੇ ਵਿਚਾਰ ਕਰਨ ਵਾਲੀ ਤਾਂ ਬਹੁਤ ਦੂਰ ਗੱਲ ਰਹਿ ਗਈ ਸਾਡੇ ਤੋਂ ਜੀ, ਬਹੁਤ ਦੂਰ ਰਹਿ ਗਈ। ਅਸੀਂ ਕਿਸੇ ਦੀ ਗੱਲ ਸੁਣਨ ਦੇ ਵਾਸਤੇ ਤਿਆਰ ਨਹੀਂ। ਸਭ ਤੋਂ ਵੱਡਾ ਦੁਸ਼ਮਣ ਪੰਜਾਬੀਆਂ ਦਾ ਉਹ ਆ ਜਿਹੜਾ ਇਹਨਾਂ ਨੂੰ ਸਮਝਾਊਗਾ ਕੋਈ ਗੱਲ ਕਿ ਆਹ ਚੀਜ਼ ਜਿਹੜੀ ਆ ਗਲਤ ਹੋ ਰਹੀ ਆ, ਇਹਨੂੰ ਤੁਸੀਂ ਕਿਸੇ ਤਰੀਕੇ ਦੇ ਨਾਲ ਰੋਕੋ। ਇੱਥੇ ਜਿਹੜੇ ਸਿਆਸਤਦਾਨ ਨੇ, ਕੀ ਉਹਨਾਂ ਤੋਂ ਪੁੱਛਗਿੱਛ ਨਹੀਂ ਹੋਣੀ ਚਾਹੀਦੀ ਵੀ ਉਹਨਾਂ ਦੇ ਰਾਜ ਦੇ ਦੌਰਾਨ, ਖਾਸ ਤੌਰ ਦੇ ਉੱਤੇ ਅਕਾਲੀ ਭਾਜਪਾ ਰਾਜ ਦੇ ਦੌਰਾਨ, ਅੰਨ੍ਹੇਵਾਹ ਜਿਹੜੇ ਲਾਇਸੈਂਸ ਅਸਲੇ ਦੇ ਰੇਵੜੀਆਂ ਵਾਂਗੂ ਕਿਉਂ ਵੰਡੇ ਗਏ, ਕਿੰਨਾ ਕੁ ਉਹਦਾ ਜਿਹੜੀ ਉਹ ਚੈੱਕ ਕੀਤਾ ਗਿਆ। ਦੂਜਾ, ਪੰਜਾਬੀਆਂ ਦੇ ਸੁਭਾਅ ਦੇ ਵਿੱਚ ਇਹ ਕਿਉਂ ਸ਼ਾਮਲ ਹੈ ਕਿ ਅੱਜ ਜਿਹੜੀ ਇੱਕ ਐਪਲੀਕੇਸ਼ਨ ਹੈ ਇਹਦੀ ਅਸਲੇ ਦੀ, ਉਹ 10-10 ਹਜ਼ਾਰ ਰੁਪਈਏ ਦੀ ਆ। ਇਹਦੇ ਬਾਵਜੂਦ ਜਿਹੜਾ ਉਹ ਅਸਲਾ ਲੈਣ ਦੇ ਵਾਸਤੇ ਤਿਆਰ ਕਿਉਂ ਰਹਿੰਦੇ ਆ,
ਇੱਕ ਦੂਜੀ ਗੱਲ ਜਿਹੜਾ ਕੀ ਜਿਹੜਾ ਸੈਲਫ ਪ੍ਰੋਟੈਕਸ਼ਨ ਦੇ ਵਾਸਤੇ ਲਿਆ ਜਾਂਦਾ ਅਸਲਾ ਆ ਉਹ ਤੁਹਾਡੀ ਸੈਲਫ ਤੁਹਾਨੂੰ ਪ੍ਰੋਟੈਕਟ ਕਰਦਾ, ਇਹ ਵੀ ਇੱਕ ਜਿਹੜਾ ਜੀ ਉਹ ਸਵਾਲ ਹੈ। ਪਰ ਗੱਲ ਉੱਥੇ ਇਹ ਆ ਜਾਊਗੀ ਕਿ ਇਹਦੇ ਵਿੱਚ ਇਨਵੋਲਵ ਇੰਨੀਆਂ ਚੀਜ਼ਾਂ ਨੇ, ਪੰਜਾਬੀ ਨਹੀਂ ਸਮਝਣਗੇ ਜੀ, ਔਰ ਉਹ ਕਦੀ ਵੀ ਇਸ ਮਾਮਲੇ ਦੇ ਉੱਤੇ ਬਹਿ ਕੇ ਵਿਚਾਰ ਜਾਂ ਗੱਲ ਨਹੀਂ ਕਰਨਗੇ, ਕਿਉਂਕਿ ਸਾਡਾ ਜਿਹੜਾ ਇੰਟੈਲੈਕਚੁਅਲ ਵਰਗ ਸੀਗਾ ਨਾ ਜੀ, ਉਹ ਅੱਜ ਬਾਹਰ ਨਹੀਂ ਨਿਕਲਦਾ। ਉਹ ਇਸ ਕਰਕੇ ਬਾਹਰ ਨਹੀਂ ਨਿਕਲਦਾ ਕਿ ਜੇ ਅਸੀਂ ਕੋਈ ਗੱਲ ਕੀਤੀ, ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਤੇ ਇਹ ਜਿਹੜਾ ਆ ਮਢੀਰ ਬੈਠੀ ਆ ਸੋਸ਼ਲ ਮੀਡੀਆ ਦੇ ਉੱਤੇ, ਉਹ ਉਹਨਾਂ ਦੇ ਪਿੱਛੇ ਪੈ ਜਾਊਗੀ ਜੀ। ਜਦੋਂ ਜਿੰਨੇ ਮਤਲਬ ਅੱਜ ਤੀਸਰਾ ਦਿਨ ਆ ਜਦੋਂ ਆਪਾਂ ਗੱਲ ਕਰ ਰਹੇ ਆ, ਅੱਜ ਉਹਦਾ ਅੰਤਮ ਸੰਸਕਾਰ ਆ ਸਿੱਧੂ ਮੂਸੇਵਾਲੇ ਦਾ। ਕਿਸੇ ਰਾਈਟਰ ਦਾ, ਕਿਸੇ ਪੰਜਾਬੀ ਲੇਖਕ ਦਾ ਇਹਦੇ ਉੱਤੇ ਤੁਸੀਂ ਕੋਈ ਪ੍ਰਤੀਕਰਮ ਪੜ੍ਹਿਆ? ਨਹੀਂ ਪੜ੍ਹਿਆ। ਕਿਉਂ ਨਹੀਂ ਪੜ੍ਹਿਆ? ਕਿਉਂਕਿ ਉਹ ਨਹੀਂ ਬੋਲਣਗੇ। ਉਹ ਇਸ ਕਰਕੇ ਨਹੀਂ ਬੋਲਣਗੇ ਕਿ ਇਹ ਲੋਕ ਸਾਡੇ ਪਿੱਛੇ ਪੈ ਜਾਣਗੇ। ਤੁਸੀਂ ਕੌਣ ਹੁੰਦੇ ਹੋ ਇੰਨੀ ਗੱਲ ਜਿਹੜੀ ਸਾਨੂੰ ਕਹਿਣ ਵਾਲੇ? ਤੁਸੀਂ ਕੌਣ ਹੁੰਦੇ ਹੋ ਸਾਨੂੰ ਸਮਝਾਉਣ ਵਾਲੇ? ਅਸੀਂ ਤਾਂ ਆਪਣਾ ਜਿਹੜੀ ਅਸੀਂ ਕਦੀ ਗਿਰਜਾ ਨਹੀਂ ਪਛਾਣੀਆਂ। ਇੱਕ ਤਾਂ ਗਿਰਜਾ ਅਸੀਂ ਉਂਝ ਇੱਥੋਂ ਚਲੇ ਗਈਆਂ ਨਾ ਪੰਜਾਬ ਚੋਂ, ਇੱਕ ਗਿਰਜਾ ਇੱਥੇ ਰਾਜਨੀਤਿਕ ਰੂਪ ਦੇ ਵਿੱਚ ਫਿਰਦੀਆਂ ਨੇ, ਜਿਹੜੀਆਂ ਬਾਰ-ਬਾਰ ਉਸੇ ਵੇਲੇ ਜਦੋਂ ਕਿਤੇ ਮਾੜੀ ਜੀ ਗੱਲ ਹੁੰਦੀ ਆ ਕੱਛਾਂ ਵਜਾਉਣੀਆਂ ਸ਼ੁਰੂ ਕਰ ਦਿੰਦੀਆਂ ਨੇ ਵੀ ਬਣ ਗਈ ਗੱਲ ਜੀ। ਇੱਕ ਇਹਨਾਂ ਦੇ ਰੂਪ ਦੇ ਵਿੱਚ ਵਿਦੇਸ਼ਾਂ 'ਚ ਬੈਠੇ ਆ ਜਿਹੜੇ ਕੁਝ ਲੋਕ, ਜਿਨ੍ਹਾਂ ਦਾ ਕੰਮ ਹੀ ਇਹ ਆ ਕਿ ਪੰਜਾਬ ਦੇ ਵਿੱਚ ਅੱਗ ਕਦੋਂ ਲੱਗੇ ਤੇ ਪੰਜਾਬ ਦੇ ਪੁੱਤ ਜਿਹੜੇ ਨੇ ਉਹ ਬਲਦੀ ਦੇ ਬੂਥੇ ਦੇ ਵਿੱਚ ਕਦੋਂ ਆਉਣ, ਕਿਉਂਕਿ ਇਹਨਾਂ ਦੇ ਪੁੱਤ ਧੀਆਂ ਆਪਣੇ ਸੁਰੱਖਿਅਤ ਨੇ ਜੀ। ਉਹ ਵਿਦੇਸ਼ਾਂ ਦੇ ਵਿੱਚ ਪੜ੍ਹਦੇ ਨੇ, ਚੰਗੀ ਜਗ੍ਹਾ ਤੇ ਪੜ੍ਹਦੇ ਨੇ, ਚੰਗੀ ਜਗ੍ਹਾ ਤੇ ਨੌਕਰੀਆਂ ਕਰਦੇ ਨੇ। ਇਹਨਾਂ ਨੂੰ ਪਤਾ ਨਹੀਂ ਦੁਸ਼ਮਣੀ ਕੀ ਆ ਪੰਜਾਬ ਦੇ ਨਾਲ, ਕਿ ਪੰਜਾਬ ਨੂੰ ਬਲਦੀ ਦੇ ਬੂਥੇ ਦੇ ਵਿੱਚ ਵੇਖ ਕੇ ਹੀ ਇਹ ਖੁਸ਼ ਹੁੰਦੇ ਨੇ। ਜਿੰਨੀ ਦੇਰ ਤੱਕ ਪੰਜਾਬੀ ਇਹਨਾਂ ਲੋਕਾਂ ਨੂੰ, ਇਹਨਾਂ ਬੁੱਧੂ ਜੀਵੀਆਂ ਨੂੰ ਨਹੀਂ ਜਿਹੜਾ ਉਹ ਪਛਾਣਨਗੇ, ਉਨੀ ਦੇਰ ਤੱਕ ਸ਼੍ਰੀਮਾਨ ਜੀ ਇਹ ਹੁੰਦਾ ਰਹੂਗਾ। ਤੁਸੀਂ ਆਸਟ੍ਰੇਲੀਆ ਨਾਲ ਕੰਪੇਅਰ ਕਰ ਹੀ ਨਹੀਂ ਸਕਦੇ, ਕੈਨੇਡਾ ਦੇ ਨਾਲ ਕੰਪੇਅਰ ਨਹੀਂ, ਚਲੋ ਕੈਨੇਡਾ ਤਾਂ ਹੁਣ ਲਗਭਗ ਪੰਜਾਬ ਬਣਾ ਲੈਣ ਲੱਗੇ ਆ ਇਹ, ਅਮਰੀਕਾ ਦੇ ਨਾਲ ਇਹਨੂੰ ਕੰਪੇਅਰ ਨਹੀਂ ਜਿਹੜਾ ਉਹ ਕਰ ਸਕਦੇ, ਕਿਉਂਕਿ ਉੱਥੋਂ ਦੀਆਂ ਸਰਕਾਰਾਂ ਦੂਰ ਅੰਦੇਸ਼ੀ ਦੇ ਨਾਲ ਫੈਸਲੇ ਲੈਂਦੀਆਂ ਨੇ। ਅੱਜ ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਮੁਸੀਬਤ ਕਿਹੜੀ ਬਣੀ ਹੋਈ ਹੈ ਜੀ? ਗਨ ਕਲਚਰ ਬਣੀ ਹੈ ਨਾ। ਆ ਪਿਛਲੇ ਦਿਨਾਂ ਦੇ ਵਿੱਚ ਭੁਗਤਿਆ ਨਾ, ਕਿੰਨੇ ਲੋਕ ਉਹਦੇ ਵਿੱਚ ਮਰ ਗਏ ਜੀ। ਬਾਰ-ਬਾਰ ਗੱਲ ਜਿਹੜੀ ਹੁੰਦੀ ਆ ਨਾ ਗਨ ਕਲਚਰ ਦੀ, ਜੇ ਉਹ ਮੁਸੀਬਤ ਦੇ ਵਿੱਚ ਨੇ ਤੇ ਇਹ ਬਾਹਰ ਬੈਠੇ ਲੋਕ ਪੰਜਾਬ ਦੇ ਵਾਸਤੇ ਹੀ ਕਿਉਂ ਜਿਹੜਾ ਜੀ ਉਹ ਰੌਲਾ ਪਾਈ ਜਾਂਦੇ ਆ ਕਿ ਪੰਜਾਬ ਦੇ ਵਿੱਚ ਗਨ ਕਲਚਰ ਆ ਗਿਆ? ਗਨ ਕਲਚਰ ਤਾਂ ਉੱਥੇ ਵੀ ਆ ਗਿਆ। ਉੱਥੇ ਜਦੋਂ ਸਰਕਾਰਾਂ ਕੋਈ ਫੈਸਲੇ ਲੈਂਦੀਆਂ ਨੇ, ਸਖਤ ਫੈਸਲੇ ਲੈਂਦੀਆਂ ਨੇ, ਸਿਰ ਸੁੱਟ ਕੇ ਮੰਨ ਲੈਂਦੇ ਆ। ਜਦੋਂ ਇੱਥੇ ਕੋਈ ਫੈਸਲਾ ਜਿਹੜਾ ਜੀ ਉਹ ਲੈਂਦੀ ਆ ਸਰਕਾਰ, ਤੇ ਮੁੜ ਕੇ ਉਹਦੀ ਆਲੋਚਨਾ ਹੋਣੀ ਉਸੇ ਵੇਲੇ ਸ਼ੁਰੂ ਹੋ ਜਾਂਦੀ ਆ। ਜਿਹੜੇ ਲੋਕ ਇਹ ਸਵਾਲ ਕਰਦੇ ਸੀਗੇ ਕਿ ਕਿਉਂ ਸਿਕਿਉਰਟੀਆਂ ਇੰਨੀਆਂ ਫਾਲਤੂ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇ, ਉਹ ਹੁਣ ਕਹਿ ਰਹੇ ਆ ਕਿ ਸਿਕਿਉਰਟੀਆਂ ਵਾਪਸ ਕਿਉਂ ਲਈਆਂ ਜੀ। ਤਾਂ ਹੁਣ ਕਿਹੜੀ ਗੱਲ ਜਿਹੜੀ ਸਹੀ ਆ ਜਿਹਦੇ ਉੱਤੇ ਜਿਹੜਾ ਉਹ ਮੰਨਿਆ ਜਾਵੇ? ਹਾਲਾਂਕਿ ਜੇ ਉਹਨੂੰ 2 ਸਿਕਿਉਰਿਟੀ ਵਾਲੇ ਉਹਦੇ ਕੋਲੇ ਹੈਗੇ ਸੀ, ਉਹ ਨਹੀਂ ਲੈ ਕੇ ਗਿਆ, ਗਲਤੀ ਤਾਂ ਉਹਦੀ ਵੀ ਹੈ। ਜੇ 4 ਉਹਦੇ ਨਾਲ ਚਲੇ ਜਾਂਦੇ ਤੇ ਉਹ ਜਿੰਨੇ ਜਾਣੇ ਉਹ ਦੱਸੀ ਦੇ ਨੇ, ਜਿੰਨੇ ਜਾਣੇ ਉਹ ਆਏ ਨੇ, ਜਾਂ ਜਿਸ ਤਰ੍ਹਾਂ ਦੇ ਉਹਨਾਂ ਦੇ ਕੋਲੇ ਆਟੋਮੈਟਿਕ ਹਥਿਆਰ ਸਨ, ਕੀ ਉਹ ਸਿਕਿਉਰਿਟੀ ਵਾਲੇ ਉਹਨੂੰ ਬਚਾ ਲੈਂਦੇ ਜੀ? ਇਹ ਬੜੇ ਵੱਡੇ ਸਵਾਲ ਨੇ, ਇਹਦੇ ਨਾਲ ਬੜਾ ਕੁਝ ਜੁੜਿਆ ਹੋਇਆ। ਮੈਂ ਸਮਝਦਾ ਕਿ ਪੰਜਾਬ ਜਿਹੜਾ ਨਾ ਉਹਦੇ ਵਿੱਚ ਬਹੁਤ ਕੁਝ ਜੁੜਿਆ ਹੋਇਆ। ਜਿਹੜਾ ਰਸੂਲ ਹਮਸਾ ਤੋਜ ਹੈ, ਉਹ ਇਹ ਗੱਲ ਲਿਖਦਾ ਕਿ ਜੇ ਬੀਤੇ ਦੇ ਉੱਤੇ ਤੁਸੀਂ ਫਾਇਰ ਕਰੋਗੇ ਤੇ ਆਪਣਾ ਮੌਜੂਦਾ ਤੇ ਭਵਿੱਖ ਜੀ ਉਹਦੇ ਚ ਤੋਪ ਤੁਹਾਡਾ ਇੰਤਜ਼ਾਰ ਕਰ ਰਹੀ ਹੋਊਗੀ ਤੁਹਾਨੂੰ ਤਬਾਹ ਕਰਨ ਦੇ ਵਾਸਤੇ ਜੀ। ਇਹ ਗੱਲ ਭੁੱਲਣੀ ਨਹੀਂ ਚਾਹੀਦੀ। ਸਾਡੇ ਗੀਤ, ਸਾਡਾ ਸਾਰਾ ਕੁਝ ਕਿਹੋ ਜਿਹਾ ਹੋ ਗਿਆ, ਉਹਦੇ ਵਿੱਚੋਂ ਅਸੀਂ ਕੀ ਭਾਲਦੇ ਆ ਕਿ ਉਹਦੇ ਵਿੱਚ ਸਾਨੂੰ ਸਾਰਾ ਕੁਝ ਠੀਕ ਹੋ ਜਾਏ ਜੀ? ਨਹੀਂ ਹੋ ਸਕਦਾ ਜੀ। ਉਹਨੂੰ ਐਕਸੈਪਟ ਕਿਹਨੇ ਕੀਤਾ? ਕਿਹੜੇ ਲੋਕ ਨੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਦੇ ਵਾਸਤੇ ਉਹ ਬੋਲੇ ਨਹੀਂ? ਮੈਂ ਸਮਝਦਾ ਜਿਹੜਾ ਇੰਟੈਲੈਕਚੁਅਲ ਵਰਗ ਹੈ ਉਹਦੀ ਬਹੁਤ ਖਤਰਨਾਕ ਇਹ ਚੁੱਪ ਹੈ। ਜਿਹੜੇ ਕੋਈ ਬੋਲਦੇ ਆ ਸਾਡੇ ਵਰਗੇ, ਉਹਨਾਂ ਦੇ ਪਿੱਛੇ ਕਿਵੇਂ ਪਏ ਹੋਏ ਨੇ, ਕਿਹੋ ਜੀ ਭਾਸ਼ਾ ਜਿਹੜੀ ਉਹ ਬੋਲੀ ਜਾ ਰਹੀ ਹੈ, ਵੀ ਇਹ ਬੋਲਦੇ ਕਿਉਂ ਨੇ, ਇਹ ਬਾਕੀਆਂ ਵਾਂਗੂ ਚੁੱਪ ਕਰਕੇ ਕਿਉਂ ਨਹੀਂ ਬਹਿ ਜਾਂਦੇ ਜੀ। ਜੀ ਸਾਡੇ ਅਗਲੇ ਕਾਲਰ ਨੇ ਸੁਰਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਪੰਨੂ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਇਹ ਜਿਹੜਾ ਗਨ ਕਲਚਰ ਤੇ ਆਪਣੇ ਗੈਂਗਸਟਰ ਤੇ ਆਹ ਜਿਹੜਾ ਨਸ਼ਾ, ਇਹ ਪਹਿਲਾਂ ਜਦੋਂ ਅੱਤਵਾਦ ਖਤਮ ਹੋਇਆ 2000 ਤੇ ਉਦੋਂ ਕਿਤੇ ਨਾ ਸੀ ਦਿਸਦਾ।
ਉਦੋਂ ਬਾਅਦ ਵੀ ਨਹੀਂ ਦਿਸਿਆ। ਜਦੋਂ ਇਹ ਸਰਕਾਰ ਅਕਾਲੀਆਂ ਦੀ ਪਿੱਛੇ 10 ਸਾਲ ਰਹੀ ਆ ਤੇ ਉਹਦੇ 'ਚ ਇਹ ਸਭ ਕੁਝ ਬਣ ਪਿਆ ਜੀ। ਇਹ ਕੀ ਸੁਖਬੀਰ ਸਿੰਘ ਦੀ ਦੇਣ ਨਹੀਂ ਸਾਰੀ, ਤੇ ਨਾਲ ਮਲੂਕੇ ਮਲਾਕੇ ਹੋਣੀ ਜਿਹੜੇ ਜਿਹਨੀ ਗੈਂਗਸਟਰ ਬਣਾਏ ਸੀ, ਲੱਖੇ ਸਿਧਾਣੇ ਹੁਣ ਅੱਗੇ, ਜਾਂ ਆਪਣੇ ਡਰੱਗ ਦਾ ਮਜੀਠੀਆ ਸਾਹਿਬ ਨੇ ਕੀਤਾ, ਇਹ ਉਸੇ ਟਾਈਮ ਨਹੀਂ ਜੀ ਸਾਰਾ ਬਣ ਪਿਆ। ਪਹਿਲਾਂ ਤਾਂ ਹੈ ਨਾ ਸੀ ਪੰਜਾਬ 'ਚ। ਪੰਨੂ ਸਾਹਿਬ ਇਹਦੇ ਬਾਰੇ ਦੱਸੋ। ਠੀਕ, ਥੈਂਕ ਯੂ। ਦੇਖੋ, ਇਹ ਟਰਾਇੰਗਲ ਆ, ਉਸ ਟਰਾਇੰਗਲ ਨੂੰ ਤੁਹਾਨੂੰ ਸਮਝਣਾ ਪਊਗਾ, ਚਾਹੇ ਕਿਉਂਕਿ ਇਹ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ। ਮੈਂ ਤੁਹਾਨੂੰ ਪਹਿਲਾਂ ਵੀ ਜਿਹੜੀ ਗੱਲ ਦੱਸੀ ਆ ਕਿ ਜੇ ਤੁਸੀਂ ਉਹ NDTV ਦਾ ਪ੍ਰੋਗਰਾਮ ਵੀ ਦੇਖੋਗੇ ਤਾਂ ਉਹਦੇ ਵਿੱਚ ਵੀ ਰਵੀਸ਼ ਕੁਮਾਰ ਨੇ ਇਸੇ ਚੀਜ਼ ਵੱਲ ਇਸ਼ਾਰਾ ਜਿਹੜਾ ਉਹ ਕੀਤਾ ਕਿ ਇਹ ਡਰੱਗ ਦੇ ਵਿੱਚੋਂ ਗਨ ਕਲਚਰ ਜਿਹੜਾ ਉਹ ਆਇਆ। ਔਰ ਜੇ ਆਪਾਂ ਇਹ ਕਹਿ ਦਈਏ ਕਿ ਇੱਕ ਬੰਦੇ ਦੀ ਦੇਣ ਆ, ਮੈਂ ਸਮਝਦਾ ਹਾਂ ਕਿ ਤੁਹਾਨੂੰ ਘੱਟੋ ਘੱਟ ਇਹ ਸ਼ੁਰੂ ਕਰਨਾ ਪਊਗਾ 2000 ਤੋਂ। 2000 ਤੋਂ ਲੈ ਕੇ 22 ਤੱਕ ਆਪਾਂ 20-21 ਸਾਲਾਂ ਦੀ ਗੱਲ ਜੇ ਕਰੀਏ ਤੇ ਯਸ, ਇਹਦੇ ਦੌਰਾਨ ਇਹ ਸਾਰਾ ਕੁਝ ਜਿਹੜਾ ਉਹ ਆਉਣਾ ਸ਼ੁਰੂ ਹੋਇਆ। ਕੀ ਅੱਜ ਕੋਈ ਜਿਹੜੇ ਸਾਡਾ ਇਹ ਪੰਜਾਬੀ ਜਿਹੜੇ ਬੈਠੇ ਨੇ ਸੋਸ਼ਲ ਮੀਡੀਆ ਦੇ ਉੱਤੇ, ਕੀ ਇਹ ਕਦੇ ਬੈਠ ਕੇ ਇਸ ਚੀਜ਼ ਦੇ ਉੱਤੇ ਵਿਚਾਰ ਕਰ ਸਕਦੇ ਆ ਕਿ ਇਹ ਕਿਹਨੇ ਲਿਆਂਦਾ ਤੇ ਕਿਉਂ ਲਿਆਂਦਾ, ਚਿੱਟੇ ਦਾ ਹਮਲਾ ਕਿਵੇਂ ਹੋਇਆ? ਬਿਲਕੁਲ ਜੀ ਪ੍ਰਵੀਨ ਜੀ, ਅਸੀਂ ਇਹ ਕਹਿ ਦਿੰਦੇ ਆ ਕਿ ਪਾਕਿਸਤਾਨ ਤੋਂ ਡਰੱਗ ਆਉਂਦੀ ਆ ਜੀ, ਉਹ ਇੱਧਰ ਸੁੱਟਦਾ, ਚੁੱਕਦਾ ਕੌਣ ਆ ਉਹਨੂੰ? ਉਹ ਨਾ ਕਦੀ ਦੇਖਿਆ? ਜੇ ਗੁਜਰਾਤ ਤੋਂ 3000 ਕਰੋੜ ਦੀ ਫੜੀ ਜਾਂਦੀ ਆ, ਉਹਦੀਆਂ ਤਾਰਾਂ ਪੰਜਾਬ ਚ ਆ ਕੇ ਕਿਉਂ ਜੁੜ ਜਾਂਦੀਆਂ ਨੇ? ਉਹ ਨਾਮ ਕਿਹੜੇ ਨੇ ਉਹਨਾਂ ਦੇ, ਲਾਸਟ ਨੇਮ ਕਿਹੜੇ ਨੇ ਉਹਨਾਂ ਦੇ, ਮਿਡਲ ਨੇਮ ਕਿਹੜੇ ਨੇ? ਜਦੋਂ ਕੈਨੇਡਾ ਤੇ ਅਮਰੀਕਾ ਦੇ ਸਰਹੱਦ ਤੋਂ ਕੋਈ ਟਰੱਕ ਵਾਲਾ ਫੜਿਆ ਜਾਂਦਾ, ਜਿਹੜੀਆਂ ਰੋਜ਼ ਦੀਆਂ ਖਬਰਾਂ ਨੇ, ਉਹਨਾਂ ਦੇ ਨਾਮ ਕੀ ਨੇ? ਮੈਂ ਤੁਹਾਨੂੰ ਉਲਟਾ ਸਵਾਲ ਕਰਦਾ, ਤੁਸੀਂ ਇਹ ਕਹਿੰਦੇ ਕੋਈ ਪਹਿਲਾਂ ਹੈ ਨਹੀਂ ਸੀ, ਕੀ ਅੱਜ ਤੋਂ 15 ਸਾਲ ਪਹਿਲਾਂ ਪੰਜਾਬੀਆਂ ਦੀ ਇਨਵੋਲਵਮੈਂਟ ਕੈਨੇਡਾ ਅਮਰੀਕਾ ਦੇ ਡਰੱਗ ਦੇ ਧੰਦੇ ਦੇ ਵਿੱਚ ਹੈਗੀ ਸੀਗੀ? 15 ਸਾਲ ਪਹਿਲਾਂ ਨਹੀਂ ਸੀਗੀ। ਅੱਜ ਕਿਉਂ ਇੰਨੀ ਹੋ ਗਈ? ਅਸੀਂ ਆਪਣੇ ਆਪ ਦੇ ਉੱਤੇ ਕਦੀ ਝਾਤੀ ਮਾਰਨ ਦੇ ਵਾਸਤੇ ਤਿਆਰ ਹੀ ਨਹੀਂ। ਅਸੀਂ ਕਦੀ ਸੈਲਫ ਐਨਾਲਿਸਿਸ ਕੀਤਾ? ਨਹੀਂ ਕੀਤਾ ਜੀ, ਨਹੀਂ ਕਰਨ ਨੂੰ ਤਿਆਰ, ਕਿਉਂਕਿ ਅਸੀਂ ਦੋਸ਼ ਦੇਣ ਵਾਲੇ ਲੋਕ ਆ। ਕਿਸੇ ਦੇ ਉੱਤੇ ਦੋਸ਼ ਮੜ ਦੇਣੇ ਬੜੇ ਸੌਖੇ ਨੇ, ਕਿਸੇ ਦੇ ਉੱਤੇ ਮੜ ਦਿਓ, ਆ ਜਿਹੜੀ ਘਟਨਾ ਹੈ ਫਲਾਨੀ ਦੀ ਵਜ੍ਹਾ ਕਰਕੇ ਹੋਈ ਹੈ, ਆ ਜਿਹੜੀ ਘਟਨਾ ਢਮਕਾਨੇ ਦੀ ਵਜ੍ਹਾ ਕਰਕੇ ਹੋਈ ਹੈ। ਕਦੀ ਇਹ ਦੇਖਿਆ ਕਿ ਇਹਦੇ ਵਿੱਚ ਸਾਡੀ ਇਨਵੋਲਵਮੈਂਟ ਕੀ ਹੈ? ਪੰਜਾਬ ਦਾ ਜਿਹੜਾ ਧਰਤੀ ਹੇਠਲਾ ਪਾਣੀ ਮੁਕਾਉਣ ਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਪੰਜਾਬ ਦਾ এনवायरमेंट ਗੰਦਾ ਕਰਨ ਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਪੰਜਾਬ ਦੇ ਜਿਹੜੇ ਕੁਦਰਤੀ ਸੋਮੇ ਨੇ ਸਾਡੇ ਨਹਿਰਾਂ ਦਰਿਆ, ਉਹਨਾਂ ਨੂੰ ਖਤਮ ਕਰਨ ਦੇ ਵਾਸਤੇ ਕੌਣ ਜ਼ਿੰਮੇਵਾਰ ਹੈ? ਜੀ ਬਿਲਕੁਲ। ਕਿਹੜੀਆਂ ਧਿਰਾਂ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ? ਉਹ ਅਸੀਂ ਆ, ਅਸੀਂ ਉਹਦੇ ਵਿੱਚ ਸ਼ਾਮਲ ਆ। ਅਸੀਂ ਗੰਦ ਪਾਉਣ ਵਾਲੇ ਲੋਕਾਂ ਦੇ ਵਿੱਚ ਸ਼ਾਮਲ ਆ ਜੀ। ਔਰ ਵੇਚਦੇ ਕੌਣ ਨੇ? ਮੁਹੱਲਿਆਂ ਦੇ ਵਿੱਚ ਕੌਣ ਉਹਨਾਂ ਨੂੰ ਜਾ ਕੇ ਜਿਹੜਾ ਉਹ ਖਰੀਦਦਾ? ਸਾਡੇ ਹੀ ਵੇਚਣ ਵਾਲੇ ਨੇ, ਸਾਡੇ ਹੀ ਖਰੀਦਣ ਵਾਲੇ ਨੇ। ਸਰਕਾਰਾਂ ਉਹਦੇ ਚ ਕੀ ਕਰਨ ਜੀ? ਲੋਕ ਮਰਨਾ ਚਾਹੁੰਦੇ ਨੇ। ਹਾਲਾਤ ਜਿਹੜੇ ਇੱਥੇ ਆਏ ਹੋਏ ਨੇ, ਤੁਸੀਂ ਇੱਥੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਵੇਖੋ ਤਾਂ ਸਹੀ, ਮੌਤ ਨੱਚਦੀ ਫਿਰਦੀ ਹੈ ਜੀ। ਤੁਸੀਂ 80 ਦੇ ਉੱਤੇ ਜਾ ਰਹੇ ਹੋ, ਪਿੱਛੋਂ 120 ਦੇ ਉੱਤੇ ਬੰਦਾ ਆਉਂਦਾ, ਲਾਈਟਾਂ ਮਾਰਦਾ ਤੁਹਾਨੂੰ, ਔਰ ਤੁਹਾਡੇ ਕੋਲ ਏਡੀ ਤੇਜ਼ 120 ਦੇ ਉੱਤੇ ਗੱਡੀ ਕਿਵੇਂ ਤੁਸੀਂ ਕੰਟਰੋਲ ਕਰ ਲੋਗੇ ਜੇ ਉਹ ਵੱਜਦੀ ਹੈ ਤਾਂ? ਔਨ ਦੀ ਸਪੌਟ 12 ਡੈਥ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਔਨ ਦੀ ਸਪੌਟ ਹੋ ਰਹੀਆਂ ਨੇ। ਜਿਹੜੇ ਹਸਪੀਟਲ ਦੇ ਵਿੱਚ ਜਾ ਕੇ ਮਰਦੇ ਆ ਉਹ ਗਿਣ ਲੋਗੇ ਤੇ 15 ਦੇ ਕਰੀਬ ਰੋਜ਼ ਦੀਆਂ ਡੈਥ ਹੋ ਰਹੀਆਂ ਨੇ ਜੀ। ਸਾਰੀ ਜਗ੍ਹਾ ਦੇ ਉੱਤੇ ਲੋਕ ਕਿਸੇ ਮੰਜ਼ਿਲ ਦੇ ਉੱਤੇ ਪਹੁੰਚਣ ਲਈ ਨਿਕਲਦੇ ਆ, ਇੱਥੇ ਸਾਡੇ ਲੋਕ ਜਿਹੜੇ ਨੇ ਉਹ ਮਰਨ ਦੇ ਵਾਸਤੇ ਨਿਕਲਦੇ ਆ। ਕਿਹੜੀ ਗੱਲ ਤੇ ਤੁਸੀਂ ਸਮਝਾਓਗੇ? ਜੇ ਸਮਝਾਉਂਦੇ ਹੋ ਤੇ ਸਭ ਤੋਂ ਵੱਡੇ ਦੁਸ਼ਮਣ ਤੁਸੀਂ ਇਹਨਾਂ ਦੇ ਹੋ। ਜੀ ਜੀ ਜੀ। ਆਪਾਂ ਅਗਲੇ ਕਾਲਰ ਵੱਲ ਚੱਲਦੇ ਹਾਂ ਜੀ। ਰਾਜਮਨ ਟੀਕਾ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਵਾਲ ਮੇਰੇ ਇੱਕ ਤਾਂ ਮੇਰਾ ਸਵਾਲ ਆ, ਤੇ ਸਵਾਲ ਮੇਰਾ ਇਹ ਹੈ ਕਿ ਬੜਾ ਜੈਮਰ ਲੱਗਣੇ ਚਾਹੀਦੇ ਜੇਲ੍ਹਾਂ ਦੇ ਵਿੱਚ, ਸਾਰਾ ਕੁਝ ਚੱਲਦਾ ਤੇ ਆਪਾਂ ਜੈਮਰਾਂ ਦੀ ਬੜੀ ਗੱਲ ਕਰਦੇ ਹਾਂ। ਬਾਕੀ ਬਾਹਰਲੀਆਂ ਕੰਟਰੀਆਂ ਦੇ ਵਿੱਚ ਕੈਦੀਆਂ ਨੂੰ ਫੋਨ ਦੀ ਫੈਸਿਲਿਟੀ ਦਿੱਤੀ ਗਈ ਆ ਕਿ ਉਹ ਆਪਣੇ ਘਰ ਜਾਂ ਕਿਤੇ ਫੋਨ ਕਰ ਸਕਦੇ ਆ, ਤੇ ਇਹ ਕਿਉਂ ਨਹੀਂ ਜੈਮਰ ਲਾਉਂਦੀ? ਜੇ ਫੋਨ ਦੀ ਰੱਖਣੀ ਹੋਵੇ ਤਾਂ ਉਹਨਾਂ ਨੂੰ ਪੇ ਫੋਨ ਉੱਥੇ ਲਾਤਾ ਜਾਵੇ, ਨਾਲੇ ਉਹ ਰਿਕਾਰਡਡ ਲਾਈਨ ਹੋਵੇ, ਬਕਾਇਦਾ ਉਹਨੂੰ ਮੋਨੀਟਰਿੰਗ ਕੀਤਾ ਜਾ ਸਕਦਾ। ਦੂਸਰਾ, ਜਿਹੜੀ ਚਿੱਟੇ ਦੀ ਤੁਸੀਂ ਗੱਲ ਕਰਦੇ ਆ, ਇਹ 3 ਸਾਲ ਪਹਿਲਾਂ ਦੀ ਗੱਲ ਆ। ਮੈਂ ਅੱਜ ਪਹਿਲੀ ਵਾਰੀ ਇਹ ਦੱਸਣ ਲੱਗਾ ਕਿ ਇੱਕ ਅਮਰੀਕਾ ਦੇ ਵਿੱਚ ਏਦਾਂ ਦੀ ਜਗ੍ਹਾ ਜਿੱਥੇ ਈਜ਼ੀ ਟਰੱਕ ਜਾਂਦੇ ਆ, ਤੇ ਸਾਡੇ 2 ਮੇਰੇ ਜਾਣ ਕੇ ਕਰੀਬੀ ਜਿਹਨਾਂ ਨੂੰ ਮੈਂ ਜਾਣਦਾ ਸੀ ਚੰਗੀ ਤਰ੍ਹਾਂ, ਇੱਕ ਤੇ ਮੁੱਕ ਗਿਆ ਤੇ ਇੱਕ ਹੋਮਲੈਸ ਹੋਇਆ ਬੈਠਾ ਉਸੇ ਜਗ੍ਹਾ ਤੋਂ ਚਿੱਟਾ ਖਰੀਦ ਕੇ ਪੀ ਕੇ, ਤੇ ਮੈਂ ਉਹਦੀ ਕਾਲ ਕਰਕੇ ਰਿਪੋਰਟ ਕੀਤੀ ਸੀ।
ਰਿਪੋਰਟ ਕਰਨ ਤੋਂ ਬਾਅਦ ਮੈਂ ਦੇਖਦਾ ਰਿਹਾ 2-4 ਮਹੀਨੇ ਕਿ ਉਹ ਕੁਝ ਨਹੀਂ ਉਹਦੇ ਉੱਤੇ ਫਰਕ ਪਿਆ। ਫਿਰ ਮੈਨੂੰ ਇੱਕ ਪੁਲਿਸ ਵਾਲੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਜਿਹਦੀ ਕਿ ਡਿਊਟੀ ਵੀ ਉਸੇ ਸ਼ਹਿਰ 'ਚ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਤਾਂ ਇੱਥੇ ਰਹਿੰਦੇ ਆ, ਤੁਸੀਂ ਤਾਂ ਫੜ ਸਕਦੇ ਸ਼ਰੇਆਮ ਆ, ਜੇ ਬਾਹਲੀ ਗੱਲ ਆ ਰਾਜੀ ਵਾਈਂਡ ਅਪ ਕਰੀਏ, ਸੰਖੇਪ ਕਰੋ ਹਾਂਜੀ ਪਲੀਜ਼। ਸੰਖੇਪ ਹੀ ਕਰਨ ਲੱਗਾ। ਹਾਂਜੀ, ਤੇ ਉਹਨਾਂ ਦਾ ਇਹ ਸੀਗਾ ਆਨਸਰ, ਕਿਉਂਕਿ ਸ਼ੈਰਿਫ ਦਾ ਕੰਮ ਆ, ਅਸੀਂ ਹਾਈਵੇ ਪੈਟਰੋਲ ਦੇ ਵਿੱਚ ਆ। ਕਿਸੇ ਵੀ ਕੰਟਰੀ ਦੀ ਪੁਲਿਸ ਹੋਵੇ ਜੀ, ਕਾਰ ਕੁਛ ਨਹੀਂ ਰਹੀ, ਪਤਾ ਸਭ ਨੂੰ ਆ ਕਿੱਥੇ ਕੀ ਵਿਕਦਾ, ਬਸ ਇਹ ਆ ਕਿ ਲੋਕ ਮਰ ਰਹੇ ਆ ਜੀ। ਠੀਕ ਹੈ ਜੀ, ਥੈਂਕ ਯੂ ਜੀ। ਪੰਨੂ ਸਾਹਿਬ ਇਹ ਸੁਝਾਅ ਸੀਗਾ ਪ੍ਰਵੀਨ ਜੀ ਉਹਨਾਂ ਦਾ, ਜੋ ਉਹਨਾਂ ਨੇ ਦੱਸਿਆ। ਮੈਨੂੰ ਉਹਦੇ ਵਿੱਚ ਸਵਾਲ ਤਾਂ ਨਹੀਂ ਕੋਈ ਜਿਹੜਾ ਜੀ, ਬਿਲਕੁਲ ਮਰ ਤਾਂ ਜਿਹੜੇ ਉਹ ਰਹੇ ਆ, ਮਰ ਪੰਜਾਬੀ ਰਹੇ ਆ ਜੀ ਹਰ ਜਗ੍ਹਾ ਦੇ ਉੱਤੇ ਜੀ। ਅਗਲੇ ਆਪਣੇ ਕਾਲਰ ਨੇ ਜੀ ਵਰਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਪਹਿਲਾਂ ਤਾਂ ਬਹੁਤ ਮਾੜੀ ਗੱਲ ਹੋਈ ਆ, ਸਾਡੀ ਹਮਦਰਦੀ ਆ ਉਹਦੇ ਮਾਤਾ ਪਿਤਾ ਨੇ, ਜਿਵੇਂ ਆਪਣਾ ਜਾਨ ਪੁੱਤਰ ਨੂੰ ਹੁਣ ਥੋੜੀ ਦੇਰ ਤੱਕ ਹੀ ਕਰਨਾ ਜੀ। ਤੇ ਮੈਂ ਥੋੜੀ ਜਿਹੀ ਗੱਲ ਵੱਖਰੀ ਕਰੂੰਗਾ ਜੀ। ਇੱਕ ਕੀ ਇਹਦੇ ਮੈਥੋਂ ਤੁਹਾਡੀ ਇਹਦੇ ਬਾਰੇ ਕੀ ਵਿਚਾਰ ਆ ਬਈ ਜਦੋਂ ਇਹ ਲੋਕ ਕੋਈ ਵੀ ਆ, ਮੈਂ ਇਹਦੇ ਬਾਰੇ ਨਹੀਂ ਹੁਣ ਗੱਲ ਕਰਨੀ, ਅੱਜ ਮੇਰਾ ਦਿਲ ਨਹੀਂ ਸੀ ਕਰਦਾ, ਪਰ ਚਲੋ ਉਦਾਂ ਜਨਰਲ ਲੈ ਲੈਂਦੇ ਆ। ਪਰ ਜਦੋਂ ਇਹ ਬੰਦੇ 30 ਬੰਦੇ ਸਿਕਿਉਰਿਟੀ ਲੈਂਦੇ, ਇਹਦੇ ਤਾਂ 4 ਹੀ ਸੀ, ਚਲੋ 40 ਬੰਦੇ ਲੈਂਦੇ ਆ, ਔਰ ਫਿਰ ਇਹਨਾਂ ਕੋਲ ਇਹ ਲਾ ਨਹੀਂ ਹੋਣਾ ਚਾਹੀਦਾ ਵੀ ਇਹਨਾਂ ਤੋਂ ਐਫੀਡੇਵਿਟ ਲਿਆ ਜਾਵੇ, ਇਹਨਾਂ ਤੋਂ ਲਿਖਾਇਆ ਜਾਵੇ। ਤੇ ਜੇ ਤੁਸੀਂ ਉਹਨਾਂ ਨੂੰ ਨਾਲ ਨਹੀਂ ਲੈ ਕੇ ਜਾਓਗੇ, ਤੁਹਾਡੀ ਪਰਸਨਲ ਸਿਕਿਉਰਿਟੀ ਲਈ ਆ ਇਹ, ਜੇ ਤੁਸੀਂ ਰਿਫਿਊਜ਼ ਕਰੋਗੇ ਤੇ ਤੁਹਾਡੀ ਸਿਕਿਉਰਿਟੀ ਉਸੇ ਵੇਲੇ ਹਮੇਸ਼ਾ ਲਈ ਵਾਪਸ ਲੈ ਲਈ ਜਾਊਗੀ। ਔਰ ਪੁਲਿਸ ਨੂੰ ਵੀ ਕਹਿ ਦਿਓ ਵੀ ਜਿਹੜੇ ਤੁਹਾਨੂੰ ਕਮਾਂਡੋ ਮਿਲੇ ਆ, ਤੁਸੀਂ ਇਹਨਾਂ ਦੇ ਨਾਲ ਜਾਣਾ, ਜੇ ਨਹੀਂ ਜਾਂਦੇ ਤਾਂ ਤੁਹਾਡੇ ਤੇ ਵੀ ਐਕਸ਼ਨ ਆਊਗਾ। ਤੁਸੀਂ ਉੱਥੇ ਰੋਟੀ ਖਾਈ ਜਾਂਦੇ ਆ ਬੈਠੇ ਆ ਜੀ। ਤੇ ਹੁਣ ਦੇਖੋ ਇੱਥੇ ਉਹਦੇ ਕਰਕੇ ਵੀ ਇਹ ਚਲੋ ਕੁਛ ਹਿੱਸਾ ਹੈਗਾ, ਜਾਣੀ ਚਲੋ ਪਰਮਾਤਮਾ ਨੇ ਜਿੰਨੇ ਸਾਥ ਦਿੱਤੇ ਆ ਉਹ ਤਾਂ ਉਨੇ ਹੀ ਆ ਜੀ। ਆ ਹੁਣ ਇੱਥੇ ਵੱਡੇ ਪੁਲਿਸ ਅਫਸਰ ਭਗੌੜੇ ਹੋ ਜਾਂਦੇ ਆ ਜੀ, ਉਹਨਾਂ ਦੀ ਸਿਕਿਉਰਿਟੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿੱਥੇ ਆ ਜੀ। 100 ਬੰਦਾ ਜੈਡ ਸਿਕਿਉਰਿਟੀ ਉਹ ਲੱਭਦੀ ਨਹੀਂ, ਉਹ ਜ਼ਮਾਨਤਾਂ ਕਰਾਉਂਦੇ ਰਹਿੰਦੇ ਆ ਜੀ ਵੱਡੇ ਲੀਡਰ। ਇਹ ਗਲਤ ਗੱਲਾਂ ਹੈ ਜੀ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਵਿਧਾਨ ਸਭਾ 'ਚ ਕੋਈ ਲਾਅ ਪਾਸ ਹੋਣਾ ਚਾਹੀਦਾ ਜੀ। ਠੀਕ ਹੈ ਜੀ, ਥੈਂਕ ਯੂ ਜੀ। ਦੇਖੋ ਪ੍ਰੋਬਲਮ ਇਹ ਆ ਕਿ ਜੇ ਸਿਕਿਉਰਿਟੀ ਮਿਲਦੀ ਆ ਤੇ ਲੋਕ ਸਵਾਲ ਖੜੇ ਕਰਦੇ ਕਿ ਕਿਉਂ ਸਿਕਿਉਰਿਟੀਆਂ ਮਿਲੀਆਂ ਹੋਈਆਂ ਨੇ। ਜੇ ਵਾਪਸ ਲੈਂਦੇ ਆ ਤੇ ਸਵਾਲ ਫੇਰ ਖੜੇ ਕਰਦੇ ਆ ਜੀ ਕਿ ਵਾਪਸ ਕਿਉਂ ਲਈ ਜਾ ਰਹੀ ਆ ਜਿਹੜੀ ਉਹ ਸਿਕਿਉਰਿਟੀ। ਮੇਰੀ ਜਾਚੇ ਦਾ ਹੱਲ ਤਾਂ ਇਹ ਆ ਕਿ ਇਹਨੂੰ ਪ੍ਰਾਈਵੇਟ ਕਰ ਦਿੱਤਾ ਜਾਵੇ। ਜਿਹਨੂੰ ਜਿੰਨੀ ਸਿਕਿਉਰਿਟੀ ਚਾਹੀਦੀ ਆ ਉਹਨੂੰ ਇਹ ਕਿਹਾ ਜਾਵੇ ਵੀ 2 ਮੰਗਦਾ ਤੂੰ 4 ਲੈ ਲਾ, 4 ਮੰਗਦਾ ਤੇ 6 ਲੈ ਲਾ। ਆਹ ਕੰਪਨੀ ਆ, ਇਹਦੇ ਤੋਂ ਤੈਨੂੰ ਸਿਕਿਉਰਿਟੀ ਮਿਲੂਗੀ। ਉਹਨੂੰ ਪੁੱਛ ਲਓ ਵੀ ਡੰਡਿਆਂ ਵਾਲੇ ਦਾ ਜਿਹੜਾ ਚਾਰਜ ਆ ਤੇ ਜੇ ਬੰਦੂਕਾਂ ਵਾਲੇ ਨਾਲ ਲੈਣੇ ਤੇ ਉਹਦੇ ਚਾਰਜਸ ਜਿਹੜੇ ਉਹ ਆ ਨੇ। ਤੋ ਇਸ ਕਰਕੇ ਇਹ ਜਿਹੜਾ ਓਦਾਂ ਕੀਤਾ ਜਾਵੇ ਤੇ ਉਹਦੇ ਨਾਲ ਇਹ ਹੋਊਗਾ ਕਿ ਅੱਧੀ ਸਿਕਿਉਰਿਟੀ ਜਿਹੜੀ ਆ ਨਾ, ਅੱਧੀਓਂ ਵੱਧ ਉਹ ਵਾਪਸ ਹੋ ਜਾਊਗੀ। ਈਵਨ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਵੀ ਜਿਹੜੀ ਸਿਕਿਉਰਿਟੀ ਮਿਲੀ ਆ ਉਹ 125 ਬੰਦਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਜਿਹੜਾ ਉਹ ਕੋਲੇ ਆ ਜੀ, ਜਾਂ ਇਹੋ ਜਿਹੇ ਲੋਕਾਂ ਦੇ ਕੋਲੇ ਆ। ਇੰਨੀ ਸਿਕਿਉਰਿਟੀ ਤੁਸੀਂ 30-40 ਦੀ ਗੱਲ ਕਰਦੇ, ਇਦੋਂ ਕਿਤੇ ਜ਼ਿਆਦਾ ਜਿਹੜੀ ਉਹ ਲਈ ਫਿਰਦੇ ਨੇ ਸਿਕਿਉਰਿਟੀ। ਬਿਲਕੁਲ ਇਹਦੇ ਉੱਤੇ ਗੱਲ ਤਾਂ ਜਿਹੜੀ ਉਹ ਹੋਣੀ ਚਾਹੀਦੀ ਆ ਕਿ ਕਿਹਨੂੰ ਚਾਹੀਦੀ ਆ ਸਿਕਿਉਰਿਟੀ, ਕਿਹਨੂੰ ਨਹੀਂ ਚਾਹੀਦੀ। ਪਿਛਲੇ ਸਮੇਂ ਦੇ ਵਿੱਚ ਤਾਂ ਇਹ ਹੁੰਦਾ ਰਿਹਾ ਨਾ ਵੀ ਜਿਹਦੀ ਅਪਰੋਚ ਹੈ ਉਹਨੂੰ ਸਿਕਿਉਰਿਟੀ ਮਿਲ ਜਾਂਦੀ ਆ, ਜਿਹਦੀ ਅਪਰੋਚ ਨਹੀਂ ਹੈਗੀ ਉਹਨੂੰ ਨਹੀਂ ਮਿਲਦੀ। ਇਹ ਤੇ ਟੋਰਾਂਟੋ ਤੋਂ ਇੱਕ ਆਉਂਦਾ ਹੁੰਦਾ ਰੇਡੀਓ ਵਾਲਾ, ਉਹ ਇੱਥੇ 35 40 ਬੰਦੇ ਤਾਂ ਉਹ ਲਈ ਫਿਰਦਾ ਇੱਥੇ ਸਿਕਿਉਰਿਟੀ ਦੇ ਨਾਲ, ਗੱਡੀਆਂ ਅੱਗੇ ਪਿੱਛੇ ਉਹਦੇ। ਉਹਨੂੰ ਕਾਹਦਾ ਡਰ ਪਿਆ ਹੋਇਆ ਜੀ? ਉਹ ਕਿਹਦੇ ਉੱਤੇ ਬੋਝ ਪੈ ਰਿਹਾ? ਉਹ ਟੈਕਸ ਪੇਅਰ ਦੇ ਉੱਤੇ ਬੋਝ ਪੈ ਰਿਹਾ। ਉਹ ਥਾਣਿਆਂ ਦੇ ਵਿੱਚੋਂ ਹਟਾ ਕੇ ਜਿਹੜਾ ਉਹ ਲਾਇਆ ਗਿਆ ਨਾ, ਆਮ ਲੋਕਾਂ ਦੀ ਤਾਂ ਸਿਕਿਉਰਿਟੀ ਹੈ ਨਹੀਂ ਗੀ ਉੱਥੇ। ਜੀ ਬਿਲਕੁਲ। ਅਵਤਾਰ ਸਿੰਘ ਪੰਨੂ ਜੀ, ਸਤਿ ਸ੍ਰੀ ਅਕਾਲ ਆਪ ਜੀ ਨੂੰ ਵੀ ਤੇ ਸੁਣਨ ਵਾਲਿਆਂ ਨੂੰ ਵੀ। ਜੀ ਸਤਿ ਸ੍ਰੀ ਅਕਾਲ ਜੀ। ਮੇਰੇ 2 ਸਵਾਲ ਨੇ ਜੀ। ਪਹਿਲਾ ਸਵਾਲ ਤੇ ਇਹ ਹੈ ਕਿ ਜਦੋਂ ਕਾਂਗਰਸ ਨੇ ਆਜ਼ਾਦੀ ਤੋਂ ਬਾਅਦ ਆਜ਼ਾਦੀ ਦਾ ਇਤਿਹਾਸ ਲਿਖਵਾਇਆ ਤੇ ਉਹਦੇ ਚ ਜਾਣ ਬੁੱਝ ਕੇ ਪੰਜਾਬੀਆਂ ਤੇ ਖਾਸ ਕਰ ਸਿੱਖਾਂ ਦੇ ਜਿਹੜਾ ਹਿੱਸਾ ਸੀ ਉਹਨੂੰ ਜਾਣ ਬੁੱਝ ਕੇ ਵਿੱਚੋਂ ਐਲੀਮੀਨੇਟ ਕਰਤਾ। ਕੀ ਇਹ ਭਗਵੰਤ ਮਾਨ ਦੀ ਸਰਕਾਰ ਉਹਦਾ ਯੋਗ ਇਤਿਹਾਸਕਾਰਾਂ ਕੋਲ ਇਤਿਹਾਸ ਲਿਖਵਾ ਕੇ ਪੰਜਾਬ ਦੇ ਸਿਲੇਬਸ ਬੁੱਕਾਂ ਦੇ ਵਿੱਚ ਸ਼ਾਮਿਲ ਕਰੂਗੀ? ਦੂਜਾ ਸਵਾਲ ਮੇਰਾ ਇਹ ਹੈ ਕਿ ਜਿਹੜੇ ਗੁਜਰਾਤੀ
ਬਹੁਤ ਸਾਰੇ ਗੁਜਰਾਤੀ, ਮੇਰਾ 27-28 ਦੀ ਤੇ ਲਿਸਟ ਆਈ ਆ, ਉਹ ਲੋਨ ਗਵਰਨਮੈਂਟ ਤੋਂ ਬੈਂਕ ਤੋਂ ਲੋਨ ਲੈ ਕੇ ਤੇ ਬਾਹਰ ਭੱਜ ਗਏ। ਤੇ ਬਾਕੀ ਜਿਹੜੇ ਅੰਬਾਨੀ ਅਡਾਨੀ ਵਰਗੇ ਆ, ਜਿਨ੍ਹਾਂ ਨੇ ਹਿੰਦੁਸਤਾਨ ਦੀਆਂ ਏਅਰਪੋਰਟਾਂ, ਬੰਦਰਗਾਹਾਂ, ਰੇਲਾਂ, ਜੋ ਬਿਜ਼ਨਸ ਆ ਗਵਰਨਮੈਂਟ ਨੇ ਕ੍ਰੀਏਟ ਕੀਤਾ ਸੀ ਪਿਛਲੀਆਂ ਸਰਕਾਰਾਂ ਨੇ, ਉਹ ਸਾਰਾ ਭੋ ਦੇ ਭਾਅ ਖਰੀਦ ਕੇ ਤੇ ਕਬਜ਼ਾ ਕਰੀ ਜਾਣ ਡਈਆਂ ਨੇ। ਇਹਦੇ ਬਾਰੇ ਕੁਝ ਹੋ ਸਕਦਾ ਵਾ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਸਮਝ ਆਊ ਇਹਦੇ ਬਾਰੇ ਕਿ ਨਹੀਂ? ਠੀਕ ਹੈ ਜੀ, ਠੀਕ ਹੈ। ਚਲੋ, ਤੁਸੀਂ ਸੈਕੰਡ ਸਵਾਲ 'ਚ ਇਹ ਨਹੀਂ ਕਹਿਤਾ ਵੀ ਭਗਵੰਤ ਮਾਨ ਹੋਰੀ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਜਿਹੜੇ ਭੱਜ ਗਏ ਨੇ ਲੋਨ ਲੈ ਕੇ, ਉਹਨਾਂ ਦੇ ਸੰਬੰਧੀ ਕੋਈ ਕਾਨੂੰਨ ਬਣਾਉਣਗੇ ਕਿ ਨਹੀਂ ਜੀ? ਚਲੋ, ਇਹ ਚੰਗਾ ਕੀਤਾ ਤੁਸੀਂ, ਕਿਉਂਕਿ ਮੈਨੂੰ ਇਹ ਸੀ ਵੀ ਸ਼ਾਇਦ ਤੁਸੀਂ ਇਹੀ ਨਾ ਕਹਿ ਦਿਓ, ਕਿਉਂਕਿ ਸਾਰੀ ਗੱਲ ਉੱਥੇ ਹੀ ਆ ਕੇ ਜਿਹੜੀ ਉਹ ਅਟਕਦੀ ਹੈ ਨਾ। ਤੋ ਇਹ ਸਰਕਾਰ ਨੇ ਜਿਹੜਾ ਉਹ ਕਰਨਾ ਕੇਂਦਰ ਦੀ ਸਰਕਾਰ ਦੇ ਉੱਤੇ ਹੈ, ਔਰ ਕੇਂਦਰ ਦੀ ਸਰਕਾਰ ਕਿਸੇ ਇੱਕ ਨੂੰ ਅਜੇ ਤੱਕ ਨਹੀਂ ਲਿਆ ਸਕੀ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਤਹਿਤ ਜੀ, ਨਹੀਂ ਲਿਆ ਸਕੀ। ਤੇ ਜਿਹੜੀ ਉਹ ਕਮਜ਼ੋਰੀ ਆ, ਜਿਹੜੇ ਮੈਂ ਪਹਿਲਾਂ ਵੀ ਜਿਹੜਾ ਗੱਲ ਕੀਤੀ ਨਿਊਜ਼ ਦੇ ਵਿੱਚ ਵੀ, ਕਿ ਜਿਹੜੀਆਂ ਤੁਸੀਂ ਇਹ ਕਹਿ ਲਓ ਕਿ ਜਿਹੜੀਆਂ ਬਾਹਰ ਬੈਠੇ ਨੇ ਜਿਹੜੇ ਡਰੱਗ ਦੇ ਨਾਲ ਰਿਲੇਟਡ, ਪੰਜਾਬ ਨੇ ਆਪਣੀਆਂ ਫਾਈਲਾਂ ਲਾਤੀਆਂ, ਸੈਂਟਰ ਦੀ ਸਰਕਾਰ ਨੇ ਅੱਗੇ ਭੇਜਤੀਆਂ, ਉਹ ਕੈਨੇਡਾ ਦੀ ਸਰਕਾਰ ਫਾਈਲਾਂ ਦੱਬ ਕੇ ਬੈਠੀ ਆ ਜਿਹੜੇ ਡਰੱਗ ਨਾਲ ਰਿਲੇਟਡ ਸੀ। ਹੁਣ ਕੀਤਾ ਕੀ ਜਾਵੇ, ਜਿਹੜਾ ਕਿਸ ਢਾਂਚੇ ਨੂੰ ਇਹ ਕਿਹਾ ਜਾਵੇ ਕਿ ਆਹ ਢਾਂਚਾ ਇਸ ਜਗ੍ਹਾ ਦੇ ਉੱਤੇ ਜਿਹੜਾ ਉਹ ਗਲਤ ਹੈ। ਜਿਹੜੇ ਇਤਿਹਾਸ ਦੀ ਤੁਸੀਂ ਗੱਲ ਕੀਤੀ ਹੈ, ਤਾਂ ਬੜੇ ਗੰਭੀਰ ਵਿਸ਼ੇ ਨੇ, ਬਿਲਕੁਲ ਇਹਨਾਂ ਦੇ ਉੱਤੇ ਗੱਲ ਹੋਣੀ ਚਾਹੀਦੀ, ਪਰ ਇਹਨਾਂ ਗੰਭੀਰ ਵਿਸ਼ਿਆਂ ਦੇ ਉੱਤੇ ਸ਼੍ਰੀਮਾਨ ਜੀ ਕੋਈ ਗੱਲ ਕਰਨ ਦਊਗਾ, ਕੋਈ ਕੰਮ ਕਰਨ ਦੇਊਗਾ ਜੀ? ਸਭ ਤੋਂ ਪਹਿਲਾ ਸਵਾਲ ਤਾਂ ਜਿਹੜਾ ਜੀ ਉਹ ਇਹ ਆ, ਕਿਉਂਕਿ ਗਿਰਜਾਂ ਦੁਬਾਰਾ ਇਕੱਠੀਆਂ ਹੋ ਗਈਆਂ ਨੇ, ਫਿਰ ਗਿਰਜਾਂ ਮਾਸ ਦੀ ਭਾਲ ਦੇ ਵਿੱਚ ਨੇ, ਉਹ ਚਰੁੰਡਣ ਲਈ ਤਿਆਰ ਬੈਠੀਆਂ ਨੇ। ਤੁਸੀਂ ਇਤਿਹਾਸ ਦੀ ਗੱਲ ਕਰਦੇ ਹੋ ਕਿ ਇਤਿਹਾਸ ਜਿਹੜਾ ਜੀ ਉਹ ਬਣਾ ਕੇ ਤੇ ਦੁਬਾਰਾ ਜਿਹੜਾ ਉਹ ਲਿਖਵਾ ਕੇ ਸਿਲੇਬਸ ਦੇ ਵਿੱਚ ਲਾਇਆ ਜਾਊਗਾ। ਸੁਪਨੇ ਸੋਹਣੇ ਆ ਤੁਹਾਡੇ, ਪਰ ਬਦਕਿਸਮਤੀ ਇਹ ਹੈ ਕਿ ਇਹ ਮਹਿਜ਼ ਸੁਪਨੇ ਨੇ, ਕਿਉਂਕਿ ਕੰਮ ਤਾਂ ਇੱਥੇ ਕਿਸੇ ਨੇ ਕਰਨ ਨਹੀਂ ਦੇਣਾ ਜੀ। ਇੱਥੇ ਤਾਂ ਉਲਝਾਉਣ ਦੇ ਵਾਸਤੇ ਤਿਆਰ ਬੈਠੇ ਨੇ ਨਾ ਸਾਰੇ, ਕਿ ਤੂੰ ਭਾਈ ਕੰਮ ਕਰ ਕਿਵੇਂ ਜਾਏਗਾ, ਤੂੰ ਕਿਵੇਂ ਕਹਿ ਦੇਂਗਾ ਕਿ ਫਸਲਾਂ ਦੀ ਡਾਈਵਰਸਿਫਿਕੇਸ਼ਨ ਹੋਣੀ ਚਾਹੀਦੀ ਆ, ਤੂੰ ਕਿਵੇਂ ਕਹਿ ਦੇਂਗਾ ਕਿ ਧਰਤੀ ਹੇਠਲਾ ਪਾਣੀ ਜਿਹੜਾ ਉਹਨੂੰ ਬਚਾਇਆ ਜਾਣਾ ਚਾਹੀਦਾ। ਕਹਿੰਦੇ ਅਸੀਂ ਖਤਮ ਕਰਨਾ, ਤੇਰੇ ਪਿਓ ਦਾ ਪਾਣੀ ਆ, ਜਾਂ ਅਸੀਂ ਨਹੀਂ ਬੀਜਣਾ ਝੋਨੇ ਤੋਂ ਬਿਨਾਂ, ਤੈਨੂੰ ਤਕਲੀਫ ਜ਼ਿਆਦੀ ਆ, ਪਰਾਲੀ ਨੂੰ ਅਸੀਂ ਤਾਂ ਅੱਗ ਲਾਵਾਂਗੇ, ਤੇਰੇ ਘਰ ਦੇ ਮੂਹਰੇ ਸੁੱਟ ਜੀਏ। ਇਹ ਲੋਕ ਨੇ। ਤੁਸੀਂ ਇਹ ਐਕਸਪੈਕਟ ਕਰ ਰਹੇ ਹੋ ਕਿ ਜਿਹੜੇ ਆਜ਼ਾਦੀ ਦੇ ਵੇਲੇ ਦੇ ਉੱਤੇ ਜਿਨ੍ਹਾਂ ਲੋਕਾਂ ਦੀਆਂ ਕੁਰਬਾਨੀਆਂ, ਉਹਦਾ ਇਤਿਹਾਸ ਲਿਖ ਕੇ ਸਰਕਾਰ ਜਿਹੜੀ ਆ ਲਿਖਾ ਕੇ ਤੇ ਉਹ ਸਿਲੇਬਸ ਦੇ ਵਿੱਚ ਲਾਵੇ? ਮੈਨੂੰ ਸਮਝ ਨਹੀਂ ਆਉਂਦੀ ਕਿ ਇਹਦਾ ਜਵਾਬ ਜਿਹੜਾ ਜੀ ਉਹ ਮੈਂ ਕੀ ਦੇਵਾਂ ਇਹਨਾਂ ਪੰਜਾਬੀਆਂ ਤੋਂ, ਜਿਹੜਾ ਜੀ ਉਹ ਜਵਾਬ ਦੇਵਾਂ ਜਿਹੜੇ ਕਿ ਆਪਣੇ ਵਾਸਤੇ ਟੋਏ ਆਪ ਪੁੱਟੀ ਬੈਠੇ ਆ ਕਿ ਅਸੀਂ ਇਹਦੇ ਵਿੱਚ ਡਿੱਗਣਾ ਹੀ ਡਿੱਗਣਾ। ਜਿਹੜੇ ਇੱਕ ਸੁਰੱਖਿਅਤ ਧਰਤੀ ਦੀ ਭਾਲ ਦੇ ਵਿੱਚ ਕੈਨੇਡਾ ਵਰਗੇ ਮੁਲਕ ਨੂੰ ਗਏ, ਜਿਹਨੇ ਕਿ ਬੁੱਕਲ ਦੇ ਵਿੱਚ ਲੈ ਲਿਆ ਸਾਡੇ ਧੀਆਂ ਪੁੱਤਾਂ ਨੂੰ। ਸੋਚ ਕੇ ਦੇਖੋ, ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਦੇ ਵਿੱਚ ਨਾ ਸੈਟਲ ਹੁੰਦੇ, ਜਾਂ ਸਾਡੇ ਸਟੂਡੈਂਟ ਦੇ ਤੌਰ ਦੇ ਉੱਤੇ ਬੱਚੇ ਉੱਥੇ ਨਾ ਚਲੇ ਜਾਂਦੇ, ਇੱਥੇ ਕੁਰਬਲ ਹੋਣੀ ਸੀ। ਉੱਥੇ ਜਾ ਕੇ ਅਸੀਂ ਉੱਥੋਂ ਦੇ ਸਿਸਟਮ ਨੂੰ ਗੰਦਾ ਕਰਨਾ ਸ਼ੁਰੂ ਕਰ ਦਿੱਤਾ। ਉੱਥੇ ਕਰਪਸ਼ਨ ਦਾ ਬੋਲਬਾਲਾ ਹੋ ਗਿਆ ਇਸ ਵੇਲੇ, ਔਰ ਕਿੰਨੇ ਲੋਕ ਡਰੱਗ ਦੇ ਵਿੱਚ ਜਿਹੜੇ ਉਹ ਸ਼ਾਮਲ ਨੇ। ਆਹ ਗੈਂਗਸਟਰ ਜਾ ਕੇ ਜਿਹੜਾ ਜੀ ਉੱਥੇ ਬਹਿ ਗਏ। ਤੁਸੀਂ ਪਤਾ ਨਹੀਂ ਤੁਸੀਂ ਕਿਹੜੇ ਤਰੀਕੇ ਦੇ ਨਾਲ, ਸਵਾਲ ਤੁਹਾਡਾ ਬਹੁਤ ਵਧੀਆ, ਪਰ ਕੀ ਤੁਸੀਂ ਸਮਝਦੇ ਹੋ ਕਿ ਪੰਜਾਬੀ ਇੰਨੇ ਸੁਹਿਰਦ ਹੋ ਜਾਣਗੇ ਕਿ ਇਹੋ ਜੀ ਡਿਮਾਂਡ ਰੱਖਣਗੇ, ਇਹੋ ਜੀ ਮੰਗ ਜਿਹੜੀ ਉਹ ਰੱਖਣਗੇ? ਸਵਾਲ ਹੀ ਪੈਦਾ ਨਹੀਂ ਜਿਹੜਾ ਜੀ ਹੁੰਦਾ, ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਲ ਦੀ ਘੜੀ ਤਾਂ ਇਹ ਅਫਸੋਸ ਦੇ ਨਾਲ ਜਿਹੜਾ ਉਹ ਕਹਿਣਾ ਪੈ ਰਿਹਾ ਕਿ ਜਿਹੜਾ ਇਹਨਾਂ ਨੂੰ ਸਮਝਾਊਗਾ ਇਹ ਉਹਨੂੰ ਸਭ ਤੋਂ ਵੱਡਾ ਮੂਰਖ ਸਾਬਤ ਕਰ ਦੇਣਗੇ ਜੀ। ਜਰਨੈਲ ਸਿੰਘ ਜੀ, ਜਰਨੈਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਭਾਜੀ ਮੈਂ ਆਪਾਂ ਨੂੰ ਸਭ ਤੋਂ ਪੁੱਛਣਾ ਸੀਗਾ ਲਾਇਸੈਂਸੀ ਹਥਿਆਰਾਂ ਬਾਰੇ, ਜੋ ਗੱਲ ਕਰਦੇ ਸੀ ਕਿ ਕੋਈ ਵੀ ਟਾਰਗੇਟ ਕਿਲਿੰਗ ਹੁੰਦੀ ਆ, ਲਾਇਸੈਂਸੀ ਹਥਿਆਰ ਤਾਂ ਕੋਈ ਵਰਤਦਾ ਹੀ ਨਹੀਂ ਹੈਗਾ, ਫਿਰ ਉਹਨਾਂ ਦੀ ਵਿਰੋਧਤਾ ਕਾਹਦੇ ਹੁੰਦੀ ਆ? ਕਿਉਂਕਿ ਜੇ ਕੋਈ ਛੋਟਾ ਮੋਟਾ ਹਥਿਆਰ ਰੱਖਦਾ ਵੀ ਆ, ਉਹ ਆਪਣੇ ਰੱਖਿਆ ਵਾਸਤੇ ਰੱਖਦਾ, ਜੇ ਕਿਸੇ ਨੂੰ ਮਾਰਨਾ ਉਹਨੇ ਜਾ ਕੇ ਤਾਂ ਬਾਹਰੋਂ ਦੂਜਾ ਲੈ ਕੇ ਮਾਰ ਦਿੰਦਾ। ਇਹਦੇ ਬਾਰੇ ਪੁੱਛਣਾ ਸੀ। ਠੀਕ ਹੈ ਜੀ। ਕੈਨੇਡਾ ਦੇ ਵਿੱਚ 12 ਸਾਲ ਦੇ ਹਥਿਆਰ ਲੈ ਸਕਦਾ ਜੀ ਬੰਦਾ, ਕੋਈ ਵੀ ਬੱਚਾ ਹੋਵੇ ਜੀ। ਪੁੱਛ ਲਈ ਤੁਹਾਡਾ ਪੁਆਇੰਟ ਠੀਕ ਹੈ ਜੀ, ਵਾਜਬ ਹੈ ਤੁਹਾਡਾ ਪੁਆਇੰਟ, ਜਿਹੜਾ ਕਿ ਜਿਹੜੀ ਕਿਲਿੰਗਸ, ਇਸ ਤਰ੍ਹਾਂ ਦੀਆਂ ਜਿਹੜੀਆਂ ਕਿਲਿੰਗਸ ਹੁੰਦੀਆਂ ਨੇ ਉਹ ਲਾਇਸੈਂਸੀ ਹਥਿਆਰਾਂ ਦੇ ਨਾਲ ਨਹੀਂ ਹੁੰਦੀਆਂ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਫਿਰ ਵੀ ਕਿਉਂਕਿ ਗੱਲ ਦੇ ਉੱਤੇ ਗਨ ਇੱਥੇ ਕੱਢ ਲਈ ਜਾਂਦੀ ਹੈ ਨਾ। ਵਿਆਹਾਂ ਦੇ ਵਿੱਚ ਆਪਾਂ ਜਿਹੜਾ ਉਹ ਦੇਖਦੇ ਹਾਂ
ਤੁਹਾਨੂੰ ਕਿਉਂ ਲੋੜ ਜਿਹੜੀ ਉਹ ਪਵੇ। ਕਿਉਂਕਿ ਇਹਦੇ ਉੱਤੇ ਵੀ ਗੱਲ ਕੀਤੀ ਜਾ ਸਕਦੀ ਹੈ ਨਾ ਕਿ ਜਿਹੜੇ ਸੈਲਫ ਡਿਫੈਂਸ ਦੇ ਵਾਸਤੇ ਤੁਹਾਡੇ ਕੋਲ ਵੈਪਨਸ ਨੇ, ਉਹਨੇ ਕਿੰਨੀ ਵਾਰੀ ਤੁਹਾਨੂੰ ਬਚਾਇਆ ਉਸ ਵੈਪਨ ਨੇ। ਇਸ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਦੀ ਉਹਦੇ ਤੇ ਗੱਲ ਕੀਤੀ ਜਾ ਸਕਦੀ ਹੈ। ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਿਹੜੀ ਕਿਲਿੰਗ ਆ, ਇਸ ਤਰ੍ਹਾਂ ਦੀਆਂ ਜਿਹੜੀਆਂ ਕਿਲਿੰਗਸ ਨੇ ਉਹ ਗੈਰ ਕਾਨੂੰਨੀ ਜਿਹੜਾ ਅਸਲਾ ਉਹਦੇ ਨਾਲ ਹੁੰਦੀਆਂ ਨੇ। ਜੀ, ਸਾਡੇ ਅਗਲੇ ਕਾਲਰ ਨੇ ਜਸਵੀਰ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਜੀ। ਅੱਛਾ, ਜਿਹੜਾ ਹੋਇਆ ਨਾ, ਹੋਇਆ ਤਾਂ ਬਹੁਤ ਮਾੜਾ ਜੀ, ਜਿਹੜਾ ਸਿੱਧੂ ਦਾ ਨਾ। ਤੇ ਮੇਰੇ ਦੋ ਸਵਾਲ ਆ ਜੀ। ਤੁਹਾਨੂੰ ਕਿਤੇ ਏਦਾਂ ਨੀ ਲੱਗਦਾ ਜਿਹੜੇ ਪੰਜਾਬ ਦੇ ਲੋਕ ਆ ਧਾਰਮਿਕ ਵਿੱਦਿਆ ਤੋਂ ਪਿੱਛੇ ਰਹਿ ਗਏ? ਜੇ ਪਹਿਲੋਂ ਤੋਂ ਬਚਪਨ ਤੋਂ ਉਹਨਾਂ ਨੂੰ ਧਾਰਮਿਕ ਵਿੱਦਿਆ ਦਿੱਤੀ ਜਾਵੇ ਤੇ ਹੋ ਸਕਦਾ ਇਸ ਪਾਸਿਓਂ ਥੋੜਾ ਬਚ ਜਾਣ। ਤੇ ਦੂਜਾ ਸਵਾਲ ਮੇਰਾ ਇਹ ਆ ਵੀ ਜੇ ਥੋੜੇ ਬਹੁਤੇ ਬੰਦੇ ਸਿਕਿਉਰਿਟੀ ਲੈ ਕੇ ਨਹੀਂ ਬਚਦੇ, ਜਿਹੜੇ ਗਰੀਬ ਲੋਕ ਉਹ ਕਿੱਥੇ ਆਣ? ਜੀ, ਠੀਕ ਹੈ ਜੀ, ਥੈਂਕ ਯੂ। ਉਹਨਾਂ ਦਾ ਕੀ ਬਚਾ? ਜੀ ਜੀ, ਥੈਂਕ ਯੂ। ਇਹ ਦੇਖੋ, ਮੈਂ ਸਮਝਦਾ, ਮੈਂ ਇਹਦੇ ਨਾਲ ਇਹ ਜੋੜੂੰਗਾ ਕਿ ਵਿੱਦਿਆ ਜੀ, ਉਹ ਧਾਰਮਿਕ ਬਿਲਕੁਲ ਉਹਦੇ ਵਿੱਚੋਂ ਮਨਫੀ ਕੀਤੀ ਹੀ ਨਹੀਂ ਜਾ ਸਕਦੀ ਜੀ। ਧਾਰਮਿਕ ਵਿੱਦਿਆ ਤੇ ਵਿੱਦਿਆ, ਅਸੀਂ ਦੋਨਾਂ ਚੀਜ਼ਾਂ ਤੋਂ ਵਾਂਝੇ ਲਗਭਗ ਜਿਹੜੇ ਉਹ ਕਰ ਦਿੱਤੇ ਗਏ ਆ। ਦੋ ਢਾਂਚੇ ਤਾਂ ਸਾਡੇ ਤੋੜੇ ਗਏ ਆ ਨਾ, ਇੱਕ ਐਜੂਕੇਸ਼ਨ ਦਾ ਢਾਂਚਾ ਤੇ ਦੂਜਾ ਸਿਹਤ ਦਾ ਢਾਂਚਾ। ਪਿਛਲੇ ਸਮਿਆਂ ਦੇ ਦੌਰਾਨ ਇਹੀ ਤਾਂ ਤਬਾਹ ਕੀਤੇ ਗਏ ਆ। ਪੰਜਾਬ ਬਿਮਾਰੀਆਂ ਦਾ ਕੁੱਜਾ ਬਣਿਆ। ਇਹ ਕਿਸੇ ਨੂੰ ਸ਼ੱਕ ਹੈ ਜੀ ਕਿ ਇੱਥੋਂ ਪੰਜਾਬ ਦੇ ਵਿੱਚੋਂ ਇੱਕ ਜਿਹੜੀ ਟ੍ਰੇਨ ਚੱਲਦੀ ਹੈ ਉਹਦਾ ਨਾਮ ਕੈਂਸਰ ਟ੍ਰੇਨ ਹੈ। ਇਹਨਾਂ ਗੰਭੀਰ ਵਿਸ਼ਿਆਂ ਦੇ ਉੱਤੇ ਕਦੀ ਪੰਜਾਬੀ ਜਿਹੜੇ ਨੇ ਉਹ ਕਰਦੇ ਆ ਸਲਾਹ। ਜਿਹੜੇ ਮੈਂ ਤੁਹਾਨੂੰ ਦੋ ਜਾਣੇ ਜਿਹੜੇ ਪੰਜਾਬ ਚੋਂ ਆਏ ਨੇ UPSC ਦੇ ਐਗਜ਼ਾਮ ਦੇ ਵਿੱਚ, ਉਹਨਾਂ ਦਾ ਵਿਸਥਾਰ ਦੱਸਿਆ। ਇਹਨਾਂ ਦੋਨਾਂ ਦੇ ਵਿੱਚੋਂ ਕੋਈ ਇੱਕ ਹੈਗਾ ਜੀ ਜਿਹਨੇ ਇੱਥੇ ਟ੍ਰੇਨਿੰਗ ਲਈ ਹੋਵੇ, ਜਾਂ ਸਾਡੇ ਕੋਲੇ ਕੋਈ ਹੈਗਾ ਇੱਥੇ ਪੰਜਾਬ ਦੇ ਵਿੱਚ? ਦਿੱਲੀ ਤੋਂ ਟ੍ਰੇਨਿੰਗ ਲਈ ਹੈ ਇਹਨਾਂ ਨੇ ਜੀ। ਸਾਡੇ ਕੋਲੇ ਕੀ ਹੈ ਜੀ? ਸਾਡੇ ਜਥੇਦਾਰ ਜਿਹੜੇ ਨੇ ਅਕਾਲ ਤਖਤ ਦੇ ਕਾਰਜਕਾਰੀ PhD ਸਾਹਿਬ, ਉਹ ਇਹ ਗੱਲ ਕਹਿੰਦੇ ਆ ਕਿ ਸਾਰੇ ਜਣੇ ਅਸਲੇ ਦੇ ਲਾਇਸੈਂਸ ਲੈ ਲਓ ਤੇ ਆਧੁਨਿਕ ਹਥਿਆਰ ਰੱਖੋ। ਉਹ ਇਹ ਕਿਉਂ ਨਹੀਂ ਕਹਿੰਦੇ ਕਿ IAS IPS PPS IFS ਆਫੀਸਰ ਹੋਣੇ ਚਾਹੀਦੇ ਨੇ? ਅਸੀਂ ਉਹਦੇ ਵਾਸਤੇ ਤੁਹਾਨੂੰ ਕੋਚਿੰਗ ਦਾ ਇੰਤਜ਼ਾਮ ਕਰਕੇ ਦੇਵਾਂਗੇ ਜੀ। ਅੱਜ ਹਥਿਆਰ ਜਿਹੜਾ ਐਜੂਕੇਸ਼ਨ ਦਾ ਸਭ ਤੋਂ ਵੱਡਾ ਹੈ, ਜਿਹੜੇ ਹਥਿਆਰ ਦੀ ਤੁਸੀਂ ਗੱਲ ਕੀਤੀ ਹੈ, ਬਿਲਕੁਲ ਉਹਦੇ ਤੋਂ ਪਛੜ ਗਿਆ ਹੋਇਆ ਜੀ। ਸਾਰਾ ਕੁਝ ਪਛੜ ਗਿਆ ਹੋਇਆ ਉਹਦੇ ਤੋਂ। ਅਸੀਂ ਤਾਂ ਹੋਰ ਹੀ ਪਾਸੇ ਨੂੰ ਜਿਹੜਾ ਉਹ ਤੁਰ ਪਏ ਜੀ। ਐਜੂਕੇਸ਼ਨ ਜਿਹੜੀ ਵਿੱਦਿਆ ਖਾਸ ਤੌਰ ਦੇ ਉੱਤੇ, ਚਾਹੇ ਉਹ ਧਾਰਮਿਕ ਵਿੱਦਿਆ ਹੈ ਚਾਹੇ ਦੂਸਰੀ ਜਿਹੜੀ ਉਹ ਵਿੱਦਿਆ, ਸਾਨੂੰ ਉਹ ਤੋਂ ਬਹੁਤ ਦੂਰ ਜਿਹੜਾ ਉਹ ਕਰ ਦਿੱਤਾ ਗਿਆ ਜੀ। ਅੜਬਾਊਪੁਣਾ, ਹੰਕਾਰ, ਹਉਮੈ, ਧੌਣ ਚ ਕਿੱਲਾ, ਇਸ ਤੋਂ ਬਿਨਾਂ ਸਾਡੇ ਪੱਲੇ ਹੈ ਕੀ ਹੈ ਜੀ? ਹੋਰ ਜੀ ਲੈਕ ਆਫ ਐਜੂਕੇਸ਼ਨ ਹੈ। ਐਜੂਕੇਸ਼ਨ ਹੋਵੇ ਤੇ ਕਦੀ ਉਹ ਬੰਦਾ ਜਿਹੜਾ ਜੀ ਉਹ ਬਿਨਾਂ ਮਤਲਬ ਤੋਂ ਸੜਕ ਦੇ ਉੱਤੇ ਖੜੋ ਕੇ ਮੁੱਕੀ ਡਾਂਗੋ ਡਾਂਗੀ ਥੋੜਾ ਹੋਊਗਾ ਜੀ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜੀ ਸਜ਼ਾ ਹੋਈ ਹੈ ਕਿਸ ਸਿਲਸਿਲੇ ਚ ਹੋਈ ਹੈ ਜੀ? ਪਾਰਕਿੰਗ ਦੇ ਵਿੱਚ ਕਿਸੇ ਨਾਲ ਜਿਹੜਾ ਜੀ ਉਹ ਲੜ ਪਏ, ਉਹਦੇ ਮੁੱਕਾ ਮਾਰਤਾ ਜੀ। ਬਿਲਕੁਲ। ਸੁਖਦੇਵ ਗਿੱਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਮੈਂ ਪੰਨੂ ਸਾਹਿਬ ਦੇ ਨਾਲ ਨਾ ਇਹਨਾਂ ਨੇ ਜਿਹੜਾ ਜਵਾਬ ਦਿੱਤਾ ਸੀ ਭਾਈ ਦਾ ਵੀ, ਇਹ ਗੱਲ ਕਰ ਚੱਲ ਇਹ ਕਿਵੇਂ ਆਇਆ, ਇਹਨਾਂ ਨਾਲ ਮੈਂ 120% ਸਹਿਮਤ ਹਾਂ ਜੀ। ਜੀ ਜੀ। ਤੇ ਇਹ ਚ ਕੋਈ ਸ਼ੱਕ ਨਹੀਂ। ਤੇ ਬਾਕੀ ਇਹ ਅਕਾਲੀਆਂ ਤੇ ਇਕੱਲਾ ਬਲੇਮ ਨਹੀਂ ਲੱਗ ਸਕਦਾ, ਤੇ ਵਿੱਚੇ ਕਾਂਗਰਸੀ ਹੈ। ਤੇ ਬਾਦਲਾਂ ਨੂੰ ਜਿਹੜੀ ਸਿਕਿਉਰਿਟੀ ਵਗੈਰਾ ਦਿੱਤੀ ਸੀ ਤਾਂ ਸੈਂਟਰ ਦਾ ਸੀ ਸਾਰਾ ਕੰਮ, ਕਾਂਗਰਸ ਦਾ ਜਾਂ ਕੋਈ ਵੀ ਸੈਂਟਰ 'ਚ ਗੌਰਮੈਂਟ, ਉਹਨਾਂ ਨੇ ਤਾਂ ਕੰਮ ਗਲਤ ਕਰਵਾਉਣੇ ਸੀ ਬਾਦਲਾਂ ਤੋਂ, ਤਾਂ ਪ੍ਰੋਟੈਕਸ਼ਨ ਦਿੱਤੀ ਹੈ। ਤੇ ਬਾਕੀ ਭਾਵੇਂ ਮੇਰੇ ਸਵਾਲ ਦਾ ਟਵਿਸਟ ਤਰੀਕੇ ਨਾਲ ਜਵਾਬ ਦਿੰਦੇ ਆ, ਪਰ ਫਿਰ ਵੀ ਮੈਂ ਇਹਨਾਂ ਦੀ ਜਿਹੜੀ ਸਾਨੂੰ ਦਿੰਦੇ ਆ ਨਾ ਇਨਫੋਰਮੇਸ਼ਨ, ਅਪਡੇਟ ਕਰਦੇ ਆ, ਮੈਂ ਇਹਨਾਂ ਦਾ ਮਤਲਬ ਜਿੰਨਾ ਤਾਰੀਫ ਕਰ ਸਕਦਾ ਉਨੀ ਥੋੜੀ ਹੈ ਜੀ। ਥੈਂਕ ਯੂ ਜੀ, ਸ਼ੁਕਰੀਆ, ਥੈਂਕ ਯੂ ਜੀ। ਥੈਂਕ ਯੂ ਜੀ। ਮੈਨੂੰ ਤੁਸੀਂ ਦੱਸ ਦਿੰਦੇ ਮੈਂ ਕਿਹੜਾ ਟਵਿਸਟ ਕਰਕੇ ਜਵਾਬ ਦਿੱਤਾ ਤੇ ਉਹ ਮੈਨੂੰ ਵੀ ਪਤਾ ਲੱਗ ਜਾਂਦਾ। ਨਹੀਂ, ਟਵਿਸਟ ਕਰਨ ਵਾਲੀ ਕੋਈ ਗੱਲ ਨਹੀਂ ਹੈ ਜੀ। ਤੁਹਾਡਾ ਸਤਿਕਾਰ ਹੈ, ਸਾਰਿਆਂ ਦਾ ਸਤਿਕਾਰ ਹੈ। ਕੋਈ ਵੀ ਤੁਸੀਂ ਸਵਾਲ ਕਰਦੇ ਹੋ, ਕਿਸੇ ਵੀ ਤਰ੍ਹਾਂ ਦਾ ਸਵਾਲ ਕਰਦੇ ਹੋ, ਮੈਂ ਕਦੀ ਇਹ ਤਾਂ ਨਹੀਂ ਕਿਹਾ ਕਿ ਮੈਂ ਇਹਦਾ ਜਵਾਬ ਨਹੀਂ ਦੇਣਾ, ਇਸ ਚੀਜ਼ ਦਾ ਜਵਾਬ ਨਹੀਂ ਦੇਣਾ, ਜਾਂ ਕੋਈ ਗਿਣਵੀਆਂ ਚੁਣਵੀਆਂ ਕਾਲਾਂ ਜਿਹੜੀਆਂ ਉਹ ਲਈਆਂ ਹੋਣ, ਪ੍ਰੀ ਰੇਂਜ ਕਾਲਸ ਲਈਆਂ ਹੋਣ। ਪ੍ਰਵੀਨ ਹੁਰੀ ਇੱਥੇ ਬੋਰਡ ਤੇ ਬੈਠੇ ਨੇ, ਪਿੱਛੇ ਮੇਰਾ ਖਿਆਲ ਭੈਂਜੀ ਹੁਰੀ ਚੁੱਕ ਰਹੇ ਆ ਕਾਲ। ਕੋਈ ਇਹ ਤਾਂ ਹੈ ਨਹੀਂ ਕਿ ਕਿਸੇ ਨੂੰ ਕਾਲ ਜਿਹੜੀ ਉਹ ਕਰਵਾਈ ਗਈ ਆ। ਇਸ ਤਰ੍ਹਾਂ ਨਹੀਂ ਆ। ਤੁਹਾਡਾ ਸਭ ਦਾ ਸਵਾਗਤ ਹੈ। ਜੇ ਤੁਹਾਨੂੰ ਕਿਤੇ ਲੱਗਿਆ ਕਿ ਮੈਂ ਉਹ ਟਵਿਸਟ ਕੀਤਾ ਤੇ ਇਸ ਤਰ੍ਹਾਂ ਨਹੀਂ ਗਾ ਜੀ, ਮੈਂ ਟਵਿਸਟ ਕਰਕੇ ਨਹੀਂ ਕਦੀ ਦਿੱਤਾ, ਨਾ ਏਦਾਂ ਕੋਈ ਹੁੰਦਾ ਕਿ ਮਿੱਥ ਕੇ ਜਿਹੜਾ ਸਵਾਲ ਦਾ ਜਵਾਬ ਦਿੱਤਾ ਗਿਆ। ਹਾਂ, ਹੋ ਸਕਦਾ ਤੁਹਾਨੂੰ
ਮੈਂ ਸੈਟੀਸਫਾਈਡ ਨਾ ਕਰ ਸਕਿਆ ਹਾਂ ਕਿਸੇ ਸਵਾਲ ਦੇ ਜਵਾਬ ਦਿੱਤੇ, ਪਰ ਧੰਨਵਾਦ ਤੁਹਾਡਾ। ਫਿਰ ਵੀ ਤੁਸੀਂ ਇੰਨੀ ਜਿਹੜੀ ਉਹ ਪੇਸ਼ੈਂਸ ਦੇ ਨਾਲ ਇਹ ਗੱਲ ਆਖੀ ਹੈ ਕਿ ਬੇਸ਼ੱਕ ਮੈਂ ਟਵਿਸਟ ਕਰਕੇ ਦਿੱਤਾ ਹੋਵੇ ਕਿਤੇ ਵੀ, ਫਿਰ ਵੀ ਤੁਸੀਂ ਉਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਹੋ। ਥੈਂਕ ਯੂ ਜੀ ਜੀ ਪਨੂ ਸਾਹਿਬ, ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜਨ ਦੇ ਲਈ। ਮਿਹਰਬਾਨੀ ਜੀ। ਮੈਂ ਮੁਆਫੀ ਚਾਹੁੰਦਾ ਕਿਉਂਕਿ ਅੱਜ ਇੱਕ ਫਿਊਨਲ ਹੈ, ਮੈਂ ਉਸ ਦੇ ਉੱਤੇ ਪਹੁੰਚਣਾ, ਇਸ ਕਰਕੇ। ਨਹੀਂ ਤਾਂ ਅਦਰਵਾਈਜ਼ ਚਾਹੇ ਹੋਰ ਜਿੰਨੇ ਮਿੰਟ ਮਰਜ਼ੀ ਤੁਸੀਂ ਜਿਹੜੀਆਂ ਜੀ ਉਹ ਕਾਲ ਲੈਂਦੇ ਰਹਿੰਦੇ। ਥੈਂਕ ਯੂ ਵੈਰੀ ਮਚ ਜੀ। ਜੀ ਬਹੁਤ ਬਹੁਤ ਧੰਨਵਾਦ ਪਨੂ ਸਾਹਿਬ, ਥੈਂਕ ਯੂ ਜੀ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਖਬਰ ਤੇ ਨਜ਼ਰ ਦੇ ਵਿੱਚ ਆਪਾਂ 7-8 ਖਬਰਾਂ ਬਾਰੇ ਪਨੂ ਸਾਹਿਬ ਨੇ ਪੜਚੋਲ ਕੀਤੀ ਸੀ, ਸਮੀਖਿਆ ਕੀਤੀ ਸੀ। ਉਸ ਤੋਂ ਬਾਅਦ ਤੁਹਾਡੀਆਂ ਕਾਲਸ, ਸਮਾਂ ਇਜਾਜ਼ਤ ਨਹੀਂ ਸੀ ਦਿੰਦਾ, ਇਸ ਕਰਕੇ ਉਹਨਾਂ ਨੂੰ ਜਾਣਾ ਪਿਆ। ਬਹੁਤ ਸਾਰੀਆਂ ਕਾਲਸ ਲੈਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦਾ ਜਿਹੜਾ ਸਮਾਂ ਸੀਗਾ ਉਹ ਆਪਾਂ ਨੂੰ ਸੀਮਤ ਸੀਗਾ ਆਪਣੇ ਕੋਲੇ। ਪੰਜਾਬ ਦੇ ਵਿੱਚ ਗੱਲ ਕਰਦੇ ਚੱਲੀਏ ਤਾਂ ਪੰਜਾਬ ਦੇ ਵਿੱਚ ਇਕੱਲਾ ਪਾਣੀ ਦਾ ਕ੍ਰਾਈਸਿਸ ਨਹੀਂ ਹੈ, ਪੰਜਾਬ ਦੇ ਵਿੱਚ ਫਸਲਾਂ ਦੇ ਕ੍ਰਾਈਸਿਸ ਨਹੀਂ ਹੈ, ਧਰਤੀ ਦਾ ਕ੍ਰਾਈਸਿਸ ਨਹੀਂ ਹੈ, ਰੁਜ਼ਗਾਰ ਦਾ ਕ੍ਰਾਈਸਿਸ ਨਹੀਂ ਹੈ, ਬਲਕਿ ਸਾਨੂੰ ਸਾਰਿਆਂ ਨੂੰ ਮੰਨਣਾ ਪੈਣਾ ਕਿ ਪੰਜਾਬ ਦੇ ਵਿੱਚ ਹੁਣ ਸੰਵਾਦ ਦਾ ਕ੍ਰਾਈਸਿਸ ਹੈ। ਅੱਜ ਕੱਲ੍ਹ ਅਸੀਂ ਬੜੇ ਹਾਈਪਰ ਹੋ ਗਏ ਹਾਂ। ਸੋਸ਼ਲ ਮੀਡੀਆ 'ਤੇ ਜੇਕਰ ਕੋਈ ਬੋਲਦਾ ਅਤੇ ਅਸੀਂ ਉਹਨੂੰ ਆਪਣੀ ਵਿਚਾਰਧਾਰਾ, ਜੇ ਆਪਣੀ ਵਿਚਾਰਧਾਰਾ ਮੁਤਾਬਕ ਨਹੀਂ ਬੋਲਦਾ ਅਤੇ ਅਸੀਂ ਉਹਨੂੰ ਕੋਈ ਨਾ ਕੋਈ ਟੈਗ ਲਾ ਦਿੰਦੇ ਹਾਂ। ਪਰ ਨਹੀਂ, ਪੇਸ਼ੈਂਸ ਦਿਖਾਉਣਾ ਪੈਣਾ ਹੈ। ਡਿਸਕੋਰਸ ਕਦੇ ਵੀ ਕਿਸੇ ਜ਼ਮਾਨੇ ਦੇ ਵਿੱਚੋਂ ਗਾਇਬ ਨਹੀਂ ਹੋਣਾ ਚਾਹੀਦਾ। ਸੰਵਾਦ ਸਾਡੇ ਇੱਥੇ ਹੋਣਾ ਚਾਹੀਦਾ। ਅੱਜ ਅਸੀਂ ਚਰਚਾ ਕਰ ਰਹੇ ਹਾਂ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਹਥਿਆਰਾਂ ਦੀ ਚਰਚਾ, ਲਾਅ ਐਂਡ ਆਰਡਰ ਦੀ ਚਰਚਾ, ਪਰ ਇਹੀ ਚਰਚਾ ਸਾਨੂੰ ਉਦੋਂ ਵੀ ਕਰ ਲੈਣੀ ਚਾਹੀਦੀ ਜਦੋਂ ਕਿਸੇ ਆਮ ਘਰ ਦਾ ਧੀ ਪੁੱਤ ਮਾਰਿਆ ਜਾਂਦਾ ਹੈ। ਬਿਲਕੁਲ ਹਰ ਕਿਸੇ ਦਾ ਜਾਣਾ, ਅਜਾਈਂ ਜਾਣਾ, ਹਥਿਆਰ ਦੀ ਗੋਲੀ ਨਾਲ ਜਾਣਾ, ਸੜਕ ਹਾਦਸੇ ਦੇ ਵਿੱਚ ਮਾਰਿਆ ਜਾਣਾ, ਆਣਾ ਹੀ ਮੌਤ ਮਾਰਿਆ ਜਾਣਾ ਬੇਹੱਦ ਦੁਖਦਾਈ ਹੈ। ਔਰ ਇਹ ਪੀੜਾ ਬੇਸ਼ੱਕ ਅਸੀਂ ਸਮਝਣ ਦੀ ਕੋਸ਼ਿਸ਼ ਤਾਂ ਕਰਦੇ ਹਾਂ, ਪਰ ਜਿਸ ਤਰ੍ਹਾਂ ਲਾਗੇ ਸੋ ਤਨ ਜਾਣੇ। ਸੋ ਆਓ ਸਾਰੇ ਮਿਲ ਕੇ ਪੰਜਾਬ ਦੀ ਜੋ ਇਸ ਵੇਲੇ ਨਜ਼ਰਾਂ ਲੱਗੀਆਂ ਨੇ, ਇਹਨਾਂ ਚੀਜ਼ਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰੀਏ ਅਤੇ ਨਾਲੋਂ ਨਾਲ ਸਾਡਾ ਜਿਹੜਾ ਸਿਸਟਮ ਹੈ ਉਹਨੂੰ ਜਵਾਬਦੇਹ ਬਣਾਈਏ ਅਤੇ ਆਪ ਵੀ ਉਸਾਰੂ ਬਹਿਸ ਕਰੀਏ। ਬਹਿਸ ਹੋਣੀ ਚਾਹੀਦੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਹੁੰਦੇ ਸੀ, ਰੋਸ ਨਾ ਕੀਜੇ ਉੱਤਰ ਦੀਜੇ। ਤਾਂ ਉਹਨਾਂ ਨੇ ਸਾਨੂੰ ਸੰਵਾਦ ਦੇ ਰਾਹ ਪਾਇਆ, ਤਰਕ ਦੇ ਰਾਹ ਪਾਇਆ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਫਿਰ ਮਿਲਾਂਗੇ, ਤਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ, ਆਦਬ ਸਹਿਤ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ।